ਗੁਰਪ੍ਰੀਤ ਘੁੱਗੀ ਔਰ ਤੁਸੀਂ ਸੁਣ ਰਹੇ ਹੋ ਆਕਾਸ਼ ਰੇਡੀਓ। ਜੀ ਬਿਲਕੁਲ ਸੁਣ ਰਹੇ ਹੋ ਆਕਾਸ਼ ਰੇਡੀਓ 1330 AM ਜਾਂ ਮੀਡੀਅਮ ਵੇਵ ਤੇ ਲੀਡਸ ਅਤੇ ਲੀਡਸ ਦੇ ਇਰਦ ਗਿਰਦ ਪੂਰੇ ਇੰਗਲੈਂਡ ਅਤੇ ਦੁਨੀਆ ਭਰ ਵਿੱਚ ਇੰਟਰਨੈਟ ਦੇ ਮਾਧਿਅਮ ਰਾਹੀਂ www.akashradioleads.co.uk ਤੇ ਸਾਰਿਆਂ ਤੋਂ ਪਹਿਲਾਂ ਤਾਂ ਆਪ ਜੀ ਸਰਪ੍ਰਾਈਜ਼ ਹੋਵੇਗੀ ਕਿ ਅੱਜ ਦਿਨ ਹੈ ਬੁੱਧਵਾਰ 12 ਤੋਂ 2 ਪ੍ਰੋਗਰਾਮ ਹੋਇਆ ਕਰਦਾ ਹੈ ਸਾਡੇ ਬੀਬੀ ਰੀਟਾ ਜੀ ਦਾ ਤੇ ਨਾਲ ਦੱਸ ਜਾਂਦੇ ਹਾਂ ਕਿ ਇਹ ਪ੍ਰੋਗਰਾਮ ਚੇਂਜ ਹੋ ਗਿਆ। ਮੈਂ ਮੇਰੇ ਖਿਆਲ ਕੱਲ ਤੁਹਾਨੂੰ ਵੈਸੇ ਇੱਕ ਪ੍ਰੋਗਰਾਮ ਵਿੱਚ ਇਹ ਗੱਲ ਦੱਸੀ ਵੀ ਸੀ ਕਿ ਕੱਲ ਨੂੰ ਸਪੈਸ਼ਲ ਪ੍ਰੋਗਰਾਮ ਹੋਵੇਗਾ ਜੋ ਪੰਜਾਬੀ ਭਾਸ਼ਾ ਤੇ ਉਹਦੇ ਪ੍ਰਮੋਟਰ ਹਨ ਸਾਡੇ ਵੀਰ ਜੀ ਹਰਮੀਤ ਸਿੰਘ ਜੀ ਪਕਨਾ ਜੀ ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਹੋਰ ਜੋ ਪੰਜਾਬੀ ਭਾਸ਼ਾ ਨੂੰ ਪ੍ਰਮੋਟ ਕਰਦੇ ਹਨ ਸਪੈਸ਼ਲੀ ਇਸ ਦੇਸ਼ ਵਿੱਚ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਕੁਛ ਬੁਲਾਰੇ ਪਾਕਿਸਤਾਨ ਤੋਂ ਤੇ ਭਾਰਤ ਤੋਂ ਵੀ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਜੇ ਕਿਸੇ ਨੇ ਕੋਈ ਵੀ ਸਵਾਲ ਇੱਥੋਂ ਵੀ ਕਰਨਾ ਹੋਵੇ ਜਾਂ ਕਿਸੇ ਤਰ੍ਹਾਂ ਦੀ ਗੱਲਬਾਤ ਜਾਂ ਨੌਲੇਜ ਕੋਈ ਗੇਨ ਕਰਨ ਲਈ ਫੋਨ ਕਰਨਾ ਹੋਵੇ ਪਲੀਜ਼ ਮੈਨੂੰ ਤੁਸੀਂ ਮੈਸੇਜ ਭੇਜ ਦਿਓ ਮੇਰੇ ਮੋਬਾਈਲ ਫੋਨ ਤੇ ਮੈਂ ਫਿਰ ਆਪ ਜੀ ਨੂੰ ਕਾਲ ਕਰ ਲਵਾਂਗਾ ਕਿਉਂਕਿ ਸਾਡੀ ਪ੍ਰਾਇਓਰਟੀ ਹੋਵੇਗੀ ਜਿਹੜੇ ਸਾਡੇ ਸਪੈਸ਼ਲੀ ਭਾਰਤ ਤੋਂ ਜਾਂ ਫਿਰ ਪਾਕਿਸਤਾਨ ਤੋਂ ਬੁਲਾ ਰਹੇ ਹਨ ਜਾਂ ਇੱਥੇ ਵੀ ਜਿਹੜੇ ਸਪੈਸ਼ਲ ਬੁਲਾ ਰਹੇ ਹਨ ਜਿਹੜੇ ਇਸ ਵੇਲੇ ਪ੍ਰਮੋਟ ਕਰ ਰਹੇ ਹਨ ਉਹਨਾਂ ਨੂੰ ਟਾਈਮ ਦੇਵਾਂਗੇ ਤੇ ਤੁਹਾਨੂੰ ਵੀ ਟਾਈਮ ਜ਼ਰੂਰ ਦੇਣ ਦੀ ਕੋਸ਼ਿਸ਼ ਕਰਾਂਗੇ ਪਰ ਇੱਦਾਂ ਨਹੀਂ ਕਿ ਮੈਨੂੰ ਛੱਡ ਲਿਆ ਜਾਂ ਮੈਨੂੰ ਨਾ ਛੱਡ ਲਿਆ ਪਲੀਜ਼। ਸੋ ਗੱਲਬਾਤ ਆਪਾਂ ਕਰਾਂਗੇ ਭਗਨਾ ਸਾਹਿਬ ਨਾਲ ਉਹ ਆਪ ਜੀ ਨੂੰ ਸਾਰੀ ਗੱਲ ਡੀਟੇਲ 'ਚ ਦੱਸ ਦੇਣਗੇ। ਸੁਣਦੇ ਰਹੋ ਆਕਾਸ਼ ਰੇਡੀਓ। ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ। ਸਤਿ ਸ੍ਰੀ ਅਕਾਲ ਜੀ ਸੌਤਾ ਸਾਹਿਬ ਸੁਣਾਓ ਕਿੱਦਾਂ। ਪਹਿਲਾਂ ਤਾਂ ਤੁਹਾਨੂੰ ਵੇਟ ਕਰਨੀ ਪਈ ਕਿਉਂਕਿ ਉਹ ਜਿਹੜੇ ਉਹ ਵੀ ਸੁਨੇਹੇ ਹੈਗੇ ਆ ਉਹ ਵੀ ਦੇਣੇ ਵੀ ਪੈਂਦੇ ਆ। ਹਾਂਜੀ ਨਹੀਂ ਵੇਟ ਵਾਲੀ ਕੋਈ ਗੱਲ ਨਹੀਂ। ਤੁਹਾਡਾ ਬਹੁਤ ਬਹੁਤ ਧੰਨਵਾਦ ਆ ਆਕਾਸ਼ ਰੇਡੀਓ ਲੀਡ ਦੀ ਸਮੁੱਚੀ ਟੀਮ ਦਾ ਧੰਨਵਾਦ ਆ। ਮੈਂ ਤਾਂ ਤੁਹਾਡਾ ਸਪੈਸ਼ਲ ਇਸ ਕਰਕੇ ਕਿ ਤੁਸੀਂ ਸਾਨੂੰ ਇੱਕ ਸਪੈਸ਼ਲ ਸਲੋਟ ਦਿੱਤਾ ਵਾ ਆਪਣਾ ਪ੍ਰੋਗਰਾਮ ਜਿਹੜਾ ਚੱਲਦਾ ਉਹਨੂੰ ਕੈਂਸਲ ਕਰਕੇ। ਦੇਖੋ ਮੈਂ ਜਿਹੜਾ ਸਾਡਾ ਰੇਡੀਓ ਨਾ ਪਹਿਲੀ ਗੱਲ ਤਾਂ ਇਹ ਕਮਿਊਨਿਟੀ ਰੇਡੀਓ ਆ ਸਾਰਿਆਂ ਤੋਂ ਪਹਿਲਾਂ ਸਾਡਾ ਹੁੰਦਾ ਜਿੱਦਾਂ ਗੁਰਬਾਣੀ ਨੂੰ। ਦੂਸਰਾ ਜਿਹੜਾ ਕੰਮ ਤੁਸੀਂ ਕਰ ਰਹੇ ਆ ਨਾ ਉਹ ਆਮ ਬੰਦੇ ਦਾ ਕੰਮ ਨਹੀਂ। ਤੁਸੀਂ ਪੰਜਾਬੀ ਭਾਸ਼ਾ ਨੂੰ ਅਸੀਂ ਪੰਜਾਬੀ ਹਾਂ। ਦਿਸ ਰੇਡੀਓ ਸਟੇਸ਼ਨ ਇਜ਼ ਪੰਜਾਬੀ ਰੇਡੀਓ ਸਟੇਸ਼ਨ। ਇਹ ਨੌਲੇਜ ਦੇ ਤੁਹਾਨੂੰ ਦੱਸ ਨੇ ਕਿ ਨਾਰਥ ਇੰਗਲੈਂਡ ਦਾ ਪਹਿਲਾ ਪੰਜਾਬੀ ਰੇਡੀਓ ਸਟੇਸ਼ਨ ਆ ਜਿਹਨੂੰ ਲਾਇਸੈਂਸ ਗ੍ਰਾਂਟ ਹੋਇਆ ਸੀ। ਹੁਣ ਤਾਂ 7 ਸਾਲ ਹੋ ਗਏ ਸਾਨੂੰ ਇਹ ਚਲਾਉਂਦਿਆਂ ਨੂੰ। ਇਸ ਤੋਂ ਬਾਅਦ ਹੁਣ ਜਿਹੜੇ ਡੈਬ ਤੇ ਚੱਲਣਗੇ ਬਹੁਤ ਜਲਦੀ ਹੁਣ ਅਸੀਂ ਡੈਬ ਤੇ ਵੀ ਚਲੇ ਜਾਣਾ ਤੇ ਸਾਡੀ ਕੋਸ਼ਿਸ਼ ਹੈ ਹੋਰ ਵੀ ਤੁਹਾਨੂੰ ਦੱਸ ਦਿੰਦੇ ਨੌਲੇਜ ਲਈ ਇਹ ਪ੍ਰੋਗਰਾਮ ਬਹੁਤ ਹੀ ਜਲਦੀ ਤੁਹਾਡੇ ਏਰੀਏ ਵਿੱਚ ਉਹ ਵੀ ਚੱਲਣਗੇ ਆਕਾਸ਼ ਰੇਡੀਓ ਲੀਡਸ ਦੇ। ਉਹ ਚੱਲਣਗੇ ਮੇਰੇ ਖਿਆਲ ਮਿਲਟਨ ਕੀਨ 'ਚ। ਜੀ ਹਾਂਜੀ ਜਦੋਂ ਆਪਾਂ ਪ੍ਰੋਗਰਾਮ ਕਰਿਆ ਕਰਨਾ ਇਕੱਲਾ ਲੀਡਸ ਬਰੈਡਫੋਰਡ ਵੇਕਫੀਲਡ ਹਰਸਫੀਲਡ ਇੱਥੇ ਨਹੀਂ ਉੱਥੇ ਵੀ ਇਹ ਪ੍ਰੋਗਰਾਮ ਸੁਣਿਆ ਜਾਣਗੇ ਮਿਲਟਨ ਕੀਨ 'ਚ ਵੀ। ਜੀ ਇਹ ਮੈਂ ਜਿਹੜਾ ਐਪ ਬਣਾਇਆ ਨਾ ਜੀ ਉਹਦੇ ਥਰੂ ਵੀ ਸਾਰੇ ਵਰਲਡ 'ਚ ਸੁਣਿਆ ਜਾ ਰਿਹਾ ਵਾ। ਇੰਟਰਨੈਟ ਦੇ ਥਰੂ ਵੀ ਸਾਰੀ ਦੁਨੀਆ 'ਚ ਸੁਣਿਆ ਜਾ ਰਿਹਾ ਵਾ। ਇੰਡੀਆ 'ਚ ਬੈਠੇ ਵੀ ਸੁਣ ਰਹੇ ਨੇ। ਹਾਂਜੀ ਪਾਕਿਸਤਾਨ ਵੀ ਵੀਰ ਬੈਠੇ ਵੀ ਸੁਣ ਰਹੇ ਨੇ। ਲੇਕਿਨ ਅੱਜ ਦਾ ਪ੍ਰੋਗਰਾਮ ਜਿਹੜਾ ਵਾ ਜੀ ਅੱਜ ਦਾ ਪ੍ਰੋਗਰਾਮ ਸਮਰਪਿਤ ਆ ਹਾਂਜੀ ਮਾਂ ਜਗਤ ਮਾਂ ਬੋਲੀ ਦਿਹਾੜਾ ਜਿਹੜਾ 21 ਫਰਵਰੀ ਨੂੰ ਅਗਲੇ ਸੋਮਵਾਰ ਨੂੰ ਆ ਰਿਹਾ ਵਾ ਜੀ। ਉਹ ਜੀ ਯੂਨੈਸਕੋ ਵੱਲੋਂ ਰਿਕੋਗਨਾਈਜ਼ਡ ਆ ਤੇ 2000 ਸਾਲ ਤੋਂ ਮਨਾਇਆ ਜਾ ਰਿਹਾ। ਹੁਣ 22ਵਾਂ ਆ ਰਿਹਾ ਵਾ। ਹਾਂਜੀ ਤੇ ਉਹ ਰਿਕੋਗਨਾਈਜ਼ ਕਰਾਉਣ ਪਿੱਛੇ ਜਿਹੜਾ ਸਭ ਤੋਂ ਵੱਡਾ ਯੋਗਦਾਨ ਹੈ ਉਹ ਬੰਗਾਲੀਆਂ ਦਾ ਵਾ ਕਿਉਂਕਿ 21 ਫਰਵਰੀ 1952 ਨੂੰ ਢਾਕਾ ਯੂਨੀਵਰਸਿਟੀ ਦੇ ਵਿੱਚ ਜਿਹੜੇ ਆ 5 ਮੁਸਲਮਾਨ ਸਟੂਡੈਂਟ ਜਿਹੜੇ ਆ ਉਹਨਾਂ ਨੂੰ ਮੁਸਲਮਾਨ ਜਿਹੜੇ ਧਰਮ ਦੇ ਉੱਤੇ ਬਣਿਆ ਪਾਕਿਸਤਾਨ ਸੀਗਾ ਉਹਨਾਂ ਦੀ ਜਿਹੜੀ ਉਹ ਮੁਸਲਿਮ ਪੁਲਿਸ ਨੇ ਗੋਲੀ ਸ਼ਰੇਆਮ ਚਿੱਟੇ ਦਿਨ ਗੋਲੀਆਂ ਮਾਰ ਕੇ ਜਿਹੜਾ ਸੀਗਾ ਮਾਰ ਦਿੱਤਾ ਸੀ ਔਰ ਹਜ਼ਾਰਾਂ ਦੇ ਹਿਸਾਬ ਨਾਲ ਜਿਹੜੇ ਸੀਗੇ ਉਹ ਜ਼ਖਮੀ ਹੋ ਗਏ ਸੀਗੇ। ਤੇ ਉਹ ਉਦੋਂ ਤੋਂ ਉਹਨਾਂ ਨੇ ਫਿਰ ਜਿਹੜਾ ਸੀਗਾ ਉਹਦੇ ਬਾਰੇ ਜਦੋਜਹਿਦ ਸ਼ੁਰੂ ਰੱਖੀ ਤੇ ਉਹਦੀ ਵਜ੍ਹਾ ਦੇ ਨਾਲ ਹੀ ਜਿਹੜਾ ਵਾ ਪਾਕਿਸਤਾਨ ਜਿਹੜਾ ਸੀਗਾ ਉਹਨੂੰ ਇਹ ਨੁਕਸਾਨ ਉਠਾਉਣਾ ਪਿਆ ਕਿ ਈਸਟ ਪਾਕਿਸਤਾਨ ਜਿਹੜਾ ਸੀਗਾ ਉਹ ਬੰਗਲਾਦੇਸ਼ ਦੇ ਰੂਪ ਦੇ ਵਿੱਚ ਆਜ਼ਾਦ ਹੋ ਗਿਆ ਜੀ। ਹਾਂਜੀ ਤੇ ਉਹ ਉਹਨਾਂ ਦੀ ਅਜੇ ਉੱਥੇ ਯੂਨੀਵਰਸਿਟੀ ਦੇ ਵਿੱਚ ਯਾਦਗਾਰ ਬਣੀ ਹੋਈ ਆ ਔਰ ਬੰਗਾਲ ਦੇ ਵਿੱਚ ਜਿਹੜੀ ਆ ਬੰਗਲਾਦੇਸ਼ ਦੇ ਵਿੱਚ ਜਿਹੜੀ ਆ ਇਹ ਨੈਸ਼ਨਲ ਹੋਲੀਡੇ ਵੀ ਹੁੰਦੀ ਆ 21 ਤਰੀਕ ਦੀ। ਠੀਕ ਹੈ ਅੱਛਾ ਜੀ। ਹਾਂਜੀ ਤੇ ਉਹਨਾਂ ਦੀ ਇਹ ਮਿਹਰਬਾਨੀ ਆ ਬੰਗਲਾਦੇਸ਼ ਵਾਲਿਆਂ ਦੀ ਵੀ ਉਹਨਾਂ ਨੇ ਦੁਨੀਆ ਦੀਆਂ ਸਾਰੀਆਂ ਮਾਂ ਬੋਲੀਆਂ ਨੂੰ ਸਮਰਪਿਤ ਇੱਕ ਦਿਹਾੜਾ ਯੂਨੈਸਕੋ ਕੋਲੋਂ ਜਿਹੜਾ ਸੀਗਾ ਉਹ ਰਾਖਵਾਂ ਕਰਵਾ ਲਿਆ ਤੇ ਉਹਦੀ ਵਜ੍ਹਾ ਦੇ ਨਾਲ ਆਪਾਂ ਜਿਹੜਾ ਵਾ ਬਹੁਤ ਲੇਟ ਸ਼ੁਰੂ ਕੀਤਾ ਵਾ ਲੇਕਿਨ ਹੁਣ ਆਪਾਂ ਹਰ ਸਾਲ ਜਿਹੜਾ ਵਾ ਅੱਗੇ ਨਾਲੋਂ ਚੜ੍ਹਦੀ ਕਲਾ ਦੇ ਵਿੱਚ ਸਾਰੀ ਦੁਨੀਆ ਵਿੱਚ ਜਿਹੜੇ ਬੈਠੇ ਪੰਜਾਬੀ ਆ ਉਹ ਇਸ ਦਿਹਾੜੇ ਨੂੰ ਮਨਾਉਂਦੇ ਆ ਜੀ।
ਤੇ ਯੂਕੇ ਦੇ ਵਿੱਚ ਆਪਾਂ ਜਿਹੜਾ ਇਸ ਦਿਹਾੜੇ ਨੂੰ ਮਨਾਉਣ ਲਈ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਆ। ਜਿਸ ਤਰ੍ਹਾਂ ਪਹਿਲਾ ਇੱਕ ਉਪਰਾਲਾ ਇਹ ਆ ਕਿ ਆਪਾਂ ਐਪ ਤਿਆਰ ਕੀਤਾ ਵਾ। ਉਹ ਐਪ ਡਾਊਨਲੋਡ ਕਰਨ ਵਾਸਤੇ ਪੰਜਾਬੀ ਲੈਬ ਜਿਹੜਾ ਵਾ ਸਰਚ ਵਰਡ ਆ ਤੇ ਫ੍ਰੀ ਐਪ ਆ, ਉਹਨੂੰ ਐਪ ਸਟੋਰ ਤੋਂ ਵੀ ਡਾਊਨਲੋਡ ਕੀਤਾ ਜਾ ਸਕਦਾ, ਗੂਗਲ ਪਲੇ ਤੋਂ ਵੀ ਡਾਊਨਲੋਡ ਕੀਤਾ ਜਾ ਸਕਦਾ ਜੀ। ਉਹਦਾ ਕੀਵਰਡ ਆ ਪੰਜਾਬੀ, ਭਾਵੇਂ PUN ਲਿਖ ਲਓ ਭਾਵੇਂ PAN ਲਿਖ ਲਓ, ਤੇ ਪੰਜਾਬੀ LAB ਪੰਜਾਬੀ ਲੈਬ ਮਤਲਬ ਪੰਜਾਬੀ ਲੈਂਗੁਏਜ ਅਵੇਅਰਨੈਸ ਬੋਰਡ, ਤੇ ਉਹ ਲਿਖ ਕੇ ਤੇ ਡਾਊਨਲੋਡ ਹੋ ਜਾਂਦਾ। ਉਸ ਤੋਂ ਬਾਅਦ ਫਿਰ ਉਹਦੇ ਵਿੱਚ 15 ਹੋਰ ਛੋਟੇ ਐਪ ਬਣਾਏ ਗਏ ਆ, ਜਿਹੜਾ ਚੋਂ ਸੈਕਿੰਡ ਨੰਬਰ ਵਾਲਾ ਜਿਹੜਾ ਉਹ ਆ ਰਾਈਟ ਟੂ ਯੂ MP। ਉਹਦੇ ਵਿੱਚ ਇੱਕ ਫਾਰਮ ਆਪਾਂ ਬਣਾਇਆ ਵਾ, ਬੜਾ ਹੀ ਸੌਖਾ ਵਾ, ਬਹੁਤ ਸੌਖਾ। ਮੈਂ ਤਾਂ ਅੱਗੇ ਜਦੋਂ ਤੁਸੀਂ ਮੈਨੂੰ ਕਿਹਾ ਮੈਂ ਤੁਹਾਨੂੰ ਦੱਸਦਾ, ਮੈਂ ਕਿਹਾ ਵੀ ਜੇ ਮੇਰੇ ਕੋਲ ਹੁਣ ਨਾ ਇਹ ਈਮੇਲ ਕਰ ਹੋਈ ਤਾਂ ਫਿਰ ਮੈਨੂੰ ਤੁਹਾਨੂੰ ਫੋਨ ਕਰਕੇ ਪੁੱਛਣਾ ਪੈਣਾ ਸੀ ਕਿੱਥੇ ਕਿੱਥੇ ਜਾਵਾਂ ਤਾਂ ਕੀ ਕੀ ਕਰਾਂ। ਪਰ ਇਟਸ ਰੀਅਲੀ ਵੈਰੀ ਈਜ਼ੀ, ਕਿਉਂਕਿ ਮੈਂ ਕੰਪਿਊਟਰ ਐਕਸਪਰਟ ਨਹੀਂ ਹੈਗਾ, ਟਾਈਮ ਆਪਣਾ ਕੱਢਦਾ ਕੰਪਿਊਟਰ ਦੇ ਨਾਲ, ਪਰ ਹੈਗਾ ਬਹੁਤ ਈਜ਼ੀ। ਮੈਂ ਆਈ ਵਾਸ ਸਰਪ੍ਰਾਈਜ਼ ਮਾਈਸੈਲਫ ਵੀ ਇਹ ਤਾਂ ਸਿੱਧਾ ਸਾਦਾ ਹੀ ਕੰਮ ਆ, ਆਮ ਬੰਦਾ ਹੀ ਕਰ ਸਕਦਾ। ਜੇ ਮੈਂ ਕਰ ਸਕਦਾ ਜਿਹੜਾ ਮਰਜ਼ੀ ਮੇਰੇ ਖਿਆਲ ਕਰ ਸਕਦਾ। ਬਿਲਕੁਲ ਜੀ ਬਿਲਕੁਲ, ਕੋਈ ਵੀ ਕਰ ਸਕਦਾ ਵਾ, ਲੇਕਿਨ ਉਹਦੇ ਵਾਸਤੇ 1-2 ਮਿੰਟ ਹੀ ਲੱਗਦੇ ਆ। ਤੇ ਐਪ ਨੂੰ ਕਰਕੇ ਉਹਦੇ ਵਿੱਚ ਐਡਰੈਸ ਹੀ ਭਰਨਾ, ਚਿੱਠੀ ਪਹਿਲਾਂ ਹੀ ਅਸੀਂ ਲਿਖ ਕੇ ਪਾ ਦਿੱਤੀ ਤੇ ਆਪਾਂ ਨੂੰ ਪਤਾ ਹੈ ਕਿ ਆਪਣੇ ਪੰਜਾਬੀ ਘੋਲ ਕਰਦੇ ਚਿੱਠੀ ਚੁੱਠੀ ਲਿਖਣੀ। ਠੀਕ ਹੈ, ਤੇ ਉਹ ਕਲਿੱਕ ਹੋ ਜਾਂਦਾ, MP ਨੂੰ ਚਿੱਠੀ ਚਲ ਜਾਂਦੀ ਹੈ। ਫਿਰ MP ਜਿਹੜੇ ਆ ਉਹ ਪਾਰਲੀਮੈਂਟ ਦੇ ਵਿੱਚ ਜਿਹੜੇ ਉਹਨਾਂ ਦੇ ਹਲਕੇ ਦੇ ਲੋਕ ਹੁੰਦੇ, ਉਹਨਾਂ ਦੀ ਆਵਾਜ਼ ਹੁੰਦੇ ਆ ਨਾ ਜੀ, ਫਿਰ ਆਵਾਜ਼ ਜਿਹੜੀ ਆ ਉਹ MP ਦੇ ਥਰੂ ਜਿਹੜੀ ਆ ਉਹ ਪਾਰਲੀਮੈਂਟ ਜਾਊਗੀ, ਤੇ ਪਾਰਲੀਮੈਂਟ ਦੇ ਵਿੱਚ ਫਿਰ ਆਵਾਜ਼ ਉੱਠੂਗੀ ਕਿ ਯੂਕੇ ਦੇ ਸਾਰੇ ਸਕੂਲਾਂ ਦੇ ਵਿੱਚ ਪੰਜਾਬੀ ਬੋਲੀ ਨੂੰ ਲਾਗੂ ਕਰੋ, ਸਿੱਖ ਰੈਜੀਮੈਂਟ ਬਣਾਓ, ਯੂਕੇ ਦੇ ਵਿੱਚ ਪੰਜਾਬ ਰੈਜੀਮੈਂਟ ਬਣਾਓ, ਤੇ ਜਿਹੜਾ ਜਲਿਆਂਵਾਲਾ ਬਾਗ ਤੇ ਹੋਰ ਜਿਹੜੀ ਕਤਲੇਆਮ ਪੰਜਾਬੀਆਂ ਦਾ ਕੀਤਾ ਸੀਗਾ 1849 ਤੋਂ ਲੈ ਕੇ ਹੁਣ ਤੱਕ, ਉਹਨਾਂ ਸਾਰਿਆਂ ਬਾਰੇ ਅਪੋਲੋਜੀ, ਫਾਰਮਲ ਅਪੋਲੋਜੀ ਜਿਹੜੀ ਆ ਹੋਊਗੀ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ। ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਕਾਮਾਗਾਟਾ ਮਾਰੂ ਲਈ ਜਿਹੜੀ ਕੈਨੇਡੀਅਨ ਗਵਰਨਮੈਂਟ ਨੇ ਜਸਟਿਨ ਟਰੂਡੋ ਨੇ ਮਾਫੀ ਮੰਗੀ ਸੀ ਜੀ। ਤੇ ਅੱਜ ਆਪਣੇ ਕੋਲ ਸਮਾਂ ਘੱਟ ਹੀ ਆ, ਆਪਾਂ ਬਾਕੀ ਬੁਲਾਰਿਆਂ ਨੂੰ ਵੀ ਸਮਾਂ ਦੇਣਾ ਵਾ। ਇੱਕ ਤੇ ਆਪਾਂ ਅੱਜ ਬੜੀ ਮਿਹਨਤ ਦੇ ਨਾਲ ਸਰਦਾਰ ਲਖਵਿੰਦਰ ਸਿੰਘ ਜੀ ਲੱਖਾ ਸਲੇਮਪੁਰੀਆ ਕਰਕੇ ਜਾਣਦੇ ਆ ਸਾਰੀ ਦੁਨੀਆ ਵਿੱਚ ਉਹਨਾਂ ਨੂੰ, ਉਹਨਾਂ ਦਾ ਜਿਹੜਾ ਗਾਣਾ ਵਾ ਬੜੀ ਮਿਹਨਤ ਨਾਲ ਉਹਨਾਂ ਨੇ ਤਿਆਰ ਕੀਤਾ ਵਾ। ਇਸੇ 21 ਫਰਵਰੀ ਦਾ ਜਿਹੜਾ ਦਿਨ ਆ ਉਹਨੂੰ ਸਮਰਪਿਤ ਆ, ਤੇ ਉਹ ਵੀ ਆਪਾਂ ਰਿਲੀਜ਼ ਕਰਨਾ ਵਾ। ਫਿਰ ਇੱਥੇ ਜਿਹੜਾ ਆਕਸਫੋਰਡ ਦੇ ਵਿੱਚ ਪ੍ਰੋਗਰਾਮ ਹੋ ਰਿਹਾ, ਨੁਸਰਤ ਆਬਾਦ ਭੈਣ ਜੀ ਸਾਡੇ, ਤੇ ਇੱਕ ਢਿੱਲੋਂ ਭੈਣ ਜੀ ਨੇ ਸਾਊਥ ਹਾਲ ਤੋਂ ਰਲ ਕੇ ਆਰਗੇਨਾਈਜ਼ ਕਰਦੇ ਆ, ਉਹਨਾਂ ਦੀ ਪੂਰੀ ਟੀਮ ਆ, ਹਰ ਸਾਲ ਮੇਲਾ ਕਰਾਉਂਦੇ ਆ, ਉਹਨਾਂ ਦੇ ਵੀ ਵਿਚਾਰ ਆਪਾਂ ਸੁਣਨੇ ਆ। ਤੇ ਇਸ ਤੋਂ ਇਲਾਵਾ ਆਪਾਂ ਹੋਰ ਵੀ ਬੁਲਾਰੇ ਜਿਹੜੇ ਉਹ ਵੀ ਆਉਣਗੇ ਜੀ। ਜੀ ਗੱਲਬਾਤ ਸਾਰਿਆਂ ਨਾਲ ਕਰਾਂਗੇ। ਹੁਣ ਤੁਸੀਂ ਕੀ ਚਾਹੁੰਦੇ ਕਿ ਪਹਿਲਾਂ ਉਹਨਾਂ ਦਾ ਗਾਣਾ ਇਸ ਪ੍ਰੋਗਰਾਮ ਜਿਹੜਾ ਹੈਗਾ ਅੱਜ ਦਾ ਸਮਰਪਿਤ ਤੇ ਅੱਜ ਆਕਾਸ਼ ਰੇਡੀਓ ਤੋਂ ਰਿਲੀਜ਼ ਹੋ ਰਿਹਾ, ਪਹਿਲਾਂ ਇਹ ਸੁਣਾ ਦਈਏ ਕਿੱਦਾਂ ਜੀ? ਜੀ ਪਹਿਲਾਂ ਸਰਦਾਰ ਲਖਵਿੰਦਰ ਸਿੰਘ ਹੋਣਾ ਨੂੰ ਲੱਖੇ ਸਲੇਮਪੁਰੀਆ ਨੂੰ ਲਾਅ ਲਾਈਨ ਤੇ ਗਾਣਾ ਰਿਲੀਜ਼ ਕਰੋ ਜੀ। ਹਾਂ ਠੀਕ ਹੈ, ਤੇ ਕਰ ਲੈਨੇ ਉਹ ਵੀ, ਤੇ ਤੁਸੀਂ ਜਾਨੂੰ ਗੱਲ ਕਰਦੇ ਰਹੋ ਤੇ ਮੈਂ ਉਹਨਾਂ ਨਾਲ ਫੋਨ ਮਿਲਾ ਲੈਣਾ ਉਹਨਾਂ ਦਾ, ਤੇ ਤੁਸੀਂ ਦੱਸੋ ਬਾਕੀ ਐਪ ਦੇ। ਇਸ ਕਰਕੇ ਆਕਾਸ਼ ਰੇਡੀਓ ਤੋਂ ਰਿਲੀਜ਼ ਕਰਵਾ ਰਹੇ ਆ ਲੱਖਾ ਸਲੇਮਪੁਰੀਆ ਜੀ, ਕਿਉਂਕਿ ਤੁਸੀਂ ਇੱਕ ਬੜੇ ਧਾਰਮਿਕ ਰੁਚੀ ਵਾਲੇ ਬੰਦੇ ਜੇ, ਤੁਸੀਂ ਹੁਣੇ ਅਰਦਾਸ ਕਰ ਰਹੇ ਸੀਗੇ ਤੇ ਮੈਂ ਸੁਣ ਰਿਹਾ ਸੀਗਾ, ਤੇ ਮਤਲਬ ਉਹਨਾਂ ਦਾ ਇਹ ਸੋਚ ਸੀਗੀ, ਮੇਰੀ ਵੀ ਇਹ ਸੋਚ ਸੀਗੀ ਕਿ ਤੁਹਾਡੇ ਸ਼ੁਭ ਹੱਥਾਂ ਰਾਹੀਂ, ਤੁਹਾਡੇ ਸ਼ੁਭ ਕਰ ਕਮਲਾਂ ਰਾਹੀਂ ਇਹ ਗਾਣੇ ਨੂੰ ਰਿਲੀਜ਼ ਕਰਾਈਏ ਤੇ ਸਾਰੇ ਪੰਜਾਬੀ ਸੁਣਨ ਤੇ ਪੰਜਾਬੀ ਜਿਹੜੇ ਆਪਣੀ ਮਾਂ ਬੋਲੀ ਪ੍ਰਤੀ ਸਮਰਪਿਤ ਹੋਣ। ਹਾਂਜੀ ਜੀ ਜੀ ਹਾਂਜੀ, ਤੇ ਮੈਂ ਤੁਹਾਡਾ ਸੁਣ ਰਿਹਾ, ਤੇ ਲਖਵਿੰਦਰ ਉਹਨਾਂ ਦਾ ਫੋਨ ਮਿਲ ਨਹੀਂ ਰਿਹਾ, ਮੇਰੇ ਖਿਆਲ ਉਹ ਕਿਤੇ ਬਿਜ਼ੀ ਲੱਗਦੇ ਆ। ਹਾਂਜੀ ਹਾਂਜੀ, ਤੇ ਕੋਈ ਨੀ ਮੈਂ ਮੈਸੇਜ ਉਹਨਾਂ ਨੂੰ ਛੱਡ ਦੇਣੇ, ਮੈਸੇਜ ਆ ਮਿਲ ਹੀ ਜਾਣਾ ਕਿ ਮੁੜ ਕੇ ਜਾਂ ਕਾਲ ਕਰ ਲੈਣ 0113-262-3366 ਤੇ ਆਕਾਸ਼ ਰੇਡੀਓ ਤੇ ਕਾਲ ਸੀ ਲਖਵਿੰਦਰ ਸਿੰਘ ਜੀ। ਤੇ ਜਦ ਤੱਕ ਆਪਾਂ ਮੇਰੇ ਖਿਆਲ ਇਹਨਾਂ ਦਾ ਗਾਣਾ ਪਲੇ ਕਰਦੇ ਆ ਤੇ ਕਾਲ ਆ ਜਾਊਗੀ, ਨਹੀਂ ਤਾਂ ਫਿਰ ਮੈਂ ਫਿਰ ਟਰਾਈ ਕਰਦਾ। ਠੀਕ ਹੈ ਜੀ? ਹਾਂਜੀ ਠੀਕ ਹੈ। ਹਾਂ, ਕਿਉਂਕਿ ਉਹ ਹੋ ਸਕਦਾ ਕਈ ਵਾਰੀ ਤੁਹਾਨੂੰ ਪਤਾ ਜੇ ਹੁਣ ਕਿਸੇ ਨੇ ਤੁਹਾਡਾ ਨਾਮ ਸੁਣਿਆ ਹੋਵੇ, ਸਾਰਿਆਂ ਤੋਂ ਪਹਿਲਾਂ ਉਹਨਾਂ ਨੂੰ ਵਧਾਈਆਂ ਦੇਣ ਲੱਗੇ ਫੋਨ ਕਰ ਲਿਆ ਹੋਵੇ ਕਿਸੇ ਹੋਰ ਨੇ, ਸਾਡੇ ਤੋਂ ਵੀ ਅੱਗੇ। ਤੇ ਲਓ ਜੀ, ਇਹ ਗਾਣਾ ਹੈ ਜਿਹੜਾ ਅੱਜ ਇਹ ਰਿਲੀਜ਼ ਹੋ ਰਿਹਾ ਆਕਾਸ਼ ਰੇਡੀਓ ਦੇ ਮਾਧਿਅਮ ਰਾਹੀਂ ਸਾਰਿਆਂ ਨੂੰ ਹੁਣ ਸੁਣਾਇਆ ਜਾਵੇਗਾ। ਦੇਸ਼ ਵਿਦੇਸ਼ 'ਚ ਸਾਰੀ ਜਗ੍ਹਾ ਇਹ ਅੱਜ ਰਿਲੀਜ਼ ਹੋਇਆ, ਇਹ ਗਾਣਾ ਸੁਣੋ ਜੀ।
ਜੀ ਇਹ ਗੀਤ ਆਪ ਜੀ ਨੇ ਸੁਣਿਆ ਲਖਵਿੰਦਰ ਸਿੰਘ ਲੱਖਾ ਦਾ ਸਲੇਮਪੁਰੀਏ ਦਾ, ਤੇ ਮੈਂ ਆਸ ਕਰਦਾ ਤੁਸੀਂ ਜ਼ਰੂਰ ਪਸੰਦ ਕੀਤਾ ਹੋਵੇਗਾ। ਤੇ ਦੱਸਿਆ ਜਾਂਦਾ ਸਾਡੇ ਵੀਰ ਜੀ ਸਾਡੇ ਨਾਲ ਹੈਗੇ ਹਰਮੀਤ ਸਿੰਘ ਭਗਨਾ ਜੀ। ਭਗਨਾ ਜੀ ਉਹਨਾਂ ਦਾ ਫੋਨ ਅਜੇ ਲੱਗ ਨਹੀਂ ਰਿਹਾ, ਜੇ ਉਹਨਾਂ ਨੂੰ ਮੈਸੇਜ ਕਰ ਸਕਦੇ ਜਾਂ ਕੋਈ ਹੋਰ ਨੰਬਰ ਹੈ ਤਾਂ ਜ਼ਰੂਰ ਤੁਸੀਂ ਉਹਨਾਂ ਨਾਲ ਕੰਟੈਕਟ ਕਰੋ। ਤੇ ਉਸ ਤੋਂ ਬਾਅਦ ਆਪਾਂ ਗੱਲ, ਹੁਣ ਸਾਡੇ ਨਾਲ ਭੈਣ ਜੀ ਨਾ ਸਾਡੇ ਨੁਜ਼ਰਤ ਅਬਾਸ ਜੀ, ਉਹ ਸਾਡੇ ਨਾਲ ਲਾਈਨ ਤੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਸੋ ਸੁੰਦਰ ਆਕਾਸ਼ ਰੇਡੀਓ ਤੇ ਗੱਲਬਾਤ ਕਰੋ ਜੀ ਪਲੀਜ਼, ਮੈਨੂੰ ਮੋਬਾਈਲ ਫੋਨ ਤੇ ਨਾ ਫੋਨ ਕਰੋ, ਮੈਂ ਬੇਨਤੀ ਕਰਦਾ। ਸੋ ਸੁੰਦਰ ਆਕਾਸ਼ ਰੇਡੀਓ ਗੱਲ ਕਰਦੇ ਹਾਂ ਪਹਿਲਾਂ। ਹਾਂਜੀ ਹਰਮੀਤ ਜੀ। ਹਾਂਜੀ ਤੁਸੀਂ ਗੱਲ ਕਰੋ ਜੀ, ਮੈਸੇਜ ਆਪਣਾ ਜਿਹੜਾ, ਤੇ ਉਸ ਤੋਂ ਬਾਅਦ ਫਿਰ ਗੱਲ ਕਰਾਂਗੇ ਆਪਣੇ ਭੈਣ ਜੀ ਨੁਜ਼ਰਤ ਅਬਾਸ ਜੀ। ਤੁਸੀਂ ਭੈਣ ਜੀ ਹੁਣਾਂ ਨਾਲ ਗੱਲ ਕਰੋ ਤੇ ਉਹਨਾਂ ਨੂੰ ਪੁੱਛੋ ਕਿ ਉਹ ਹਰ ਸਾਲ ਜਿਹੜਾ ਮੇਲਾ ਕਰਾਉਂਦੇ ਆ, ਠੀਕ ਆ, ਹਾਂਜੀ ਆਕਸਫੋਰਡ ਜਿਹੜਾ ਵਾ ਕਿਸ ਤਰੀਕੇ ਨਾਲ ਆਰਗੇਨਾਈਜ਼ ਕਰ ਰਿਹਾ, ਕਦੋਂ ਕਰ ਰਿਹਾ, ਤੇ ਜੇ ਉਹ ਸੱਦਾ ਦੇਣਾ ਚਾਹੁਣ ਤਾਂ ਉਹਨਾਂ ਦੀ ਖੁਸ਼ੀ ਹੈ। ਠੀਕ ਹੈ ਜੀ, ਠੀਕ। ਹਾਂਜੀ ਭੈਣ ਜੀ ਤੁਸੀਂ ਸੁਣ ਲਿਆ ਕੁਐਸਚਨ ਤਾਂ ਜਿਹੜਾ ਉਹਨਾਂ ਨੇ ਕੀਤਾ ਜੀ। ਸਭ ਤੋਂ ਪਹਿਲਾਂ ਤਾਂ ਮੈਂ ਆਕਾਸ਼ ਰੇਡੀਓ ਲੀਡਸ ਦੀ ਬਹੁਤ ਸ਼ੁਕਰਗੁਜ਼ਾਰ ਹਾਂ ਤੁਹਾਡੀ ਸਭ ਦੀ, ਕਿ ਤੁਸੀਂ ਜਗਤ ਮਾਂ ਬੋਲੀ ਦਿਹਾੜ ਬਾਰੇ ਹਾਂਜੀ ਦੱਸਣ ਦਾ ਮੈਨੂੰ ਮੌਕਾ ਦੇ ਰਹੇ ਹੋ, ਬੜੀ ਮਿਹਰਬਾਨੀ। ਹਾਂਜੀ ਤੁਹਾਡਾ ਬਹੁਤ ਧੰਨਵਾਦ, ਤੁਸੀਂ ਟਾਈਮ ਕੱਢਦੇ ਆ। ਹਾਂਜੀ ਬਸ ਮੈਂ ਤੁਹਾਨੂੰ ਦੱਸਦੀ ਹਾਂ ਕਿ ਜੀ ਆਕਸਫੋਰਡ ਵਿੱਚ ਜਗਤ ਮਾਂ ਬੋਲੀ ਦਿਹਾੜ ਜਿਹੜਾ ਹੈ ਅਸੀਂ ਕੋਈ 11 ਸਾਲਾਂ ਤੋਂ ਮਨਾ ਰਹੇ ਹਾਂ। ਸੋ ਇਹ ਸਾਡਾ 11ਵਾਂ ਮੇਲਾ ਹੈ। 2012 ਤੋਂ ਅਸੀਂ ਸ਼ੁਰੂ ਕੀਤਾ ਸੀ ਔਰ ਆਕਸਫੋਰਡ ਯੂਨੀਵਰਸਿਟੀ ਦੇ ਸਟੂਡੈਂਟਸ ਤੋਂ ਮੈਂ ਸ਼ੁਰੂ ਕੀਤਾ ਸੀ। ਫਿਰ ਹੁਣ ਉੱਥੇ ਵੀ ਹੁੰਦਾ ਹੈ, ਲੇਕਿਨ ਨਾਲ ਫਿਰ ਕਮਿਊਨਿਟੀ ਵਿੱਚ ਵੀ ਇਹ ਕੰਮ ਸ਼ੁਰੂ ਕੀਤਾ ਗਿਆ ਸੀ। ਇਹ ਮੇਲਾ ਕਿਹਦੇ ਨਾਲ ਰਲ ਕੇ ਤੁਸੀਂ ਕਰ ਰਹੇ, ਤਾਂ ਉਹਦੇ ਵਿੱਚ ਕਿਸ ਤਰ੍ਹਾਂ ਦਾ ਅਰੇਂਜਮੈਂਟ ਹੁੰਦਾ ਉਸ ਮੇਲੇ 'ਚ? ਪੰਜਾਬੀ ਨੂੰ ਪ੍ਰਮੋਟ ਕਿੱਦਾਂ ਕਰਦੇ ਉਹਦੇ ਵਿੱਚ? ਕਿਵੇਂ ਮੈਸੇਜ ਦਿੰਦੇ ਤੁਸੀਂ ਪੰਜਾਬੀ ਦਾ? ਹਾਂਜੀ, ਇੱਕ ਤਾਂ ਇਹ ਕਿ ਇਹ ਚੂੰਕਿ ਮਾਂ ਬੋਲੀ ਦਿਹਾੜ ਹੈ, ਪੰਜਾਬੀ ਦੇ ਵਧਾਅ ਵਾਸਤੇ ਅਸੀਂ ਕੰਮ ਕਰ ਰਹੇ ਹਾਂ, ਪੰਜਾਬੀ ਦੇ ਮਾਣ ਨੂੰ ਵਧਾਉਣ ਵਾਸਤੇ। ਇਹਦੇ ਵਿੱਚ ਸਾਰੇ ਲੋਕ ਹੀ ਸ਼ਾਮਲ ਨੇ, ਯਾਨੀ ਸਬ ਕਮਿਊਨਿਟੀ ਸ਼ਾਮਲ ਨੇ। ਲਹਿੰਦਾ ਚੜ੍ਹਦੇ ਪੰਜਾਬ ਦੇ ਸਾਰੇ ਸੰਗੀ ਸਾਥੀ ਆਉਂਦੇ ਨੇ ਜਿਹੜੇ ਮਾਂ ਬੋਲੀ ਨੂੰ, ਪੰਜਾਬੀ ਨੂੰ ਪਿਆਰ ਕਰਦੇ ਨੇ। ਫਿਰ ਇਹ ਸਾਡਾ ਰਲ ਮਿਲ ਕੇ ਹੀ ਮੇਲਾ ਹੁੰਦਾ ਹੈ। ਮੇਲਾ ਤੇ ਵੈਸੇ ਹੀ ਰਲ ਮਿਲ ਕੇ ਹੁੰਦਾ ਹੈ ਤੇ ਸਭ ਲੋਕ ਹੀ ਸ਼ਾਮਲ ਨੇ। ਔਰ ਇਹਦੇ ਵਿੱਚ ਅਸੀਂ ਸਾਰੇ ਮਿਲ ਕੇ ਹੀ ਸਭ ਕੁਛ ਕਰਦੇ ਹਾਂ। ਜਿਵੇਂ ਖਾਸ ਤੌਰ ਤੇ ਜੋ ਕੀ ਕੀਤਾ ਜਾਂਦਾ ਹੈ ਉਹਦੇ ਵਿੱਚ ਗੱਲਬਾਤ ਹੁੰਦੀ ਹੈ। ਗੱਲਬਾਤ ਦਾ ਜਿਹੜਾ ਨੁਕਤਾ ਉਹ ਜ਼ਹਿਰਾ ਬੋਲੀ ਦੀ ਤਾਰੀਖ ਹੈ, ਕਿਉਂ ਪੰਜਾਬੀ ਦੇ ਨਾਲ ਧੱਕਾ ਹੋਇਆ, ਕਿਉਂ ਉਹਨੂੰ ਪੜ੍ਹਾਇਆ ਨਹੀਂ ਜਾ ਰਿਹਾ ਸਕੂਲਾਂ 'ਚ, ਖਾਸ ਤੌਰ ਤੇ ਸਾਡੇ ਵਾਲੀ ਸਾਈਡ ਤੇ, ਪਾਕਿਸਤਾਨ ਵਾਲੀ ਸਾਈਡ ਤੇ ਹਜੇ ਤੱਕ ਅਸੀਂ ਇਹ ਸਟਰਗਲ ਕਰ ਰਹੇ ਹਾਂ ਕਿ ਸਕੂਲਾਂ ਦੇ ਵਿੱਚ ਪੜ੍ਹਾਈ ਲਿਖਾਈ ਜਾਏ ਇਸ ਜ਼ਬਾਨ। ਤੇ ਉਹ ਗੱਲਬਾਤ ਦੇ ਨਾਲ ਨਾਲ ਫਿਰ ਸ਼ਾਇਰ ਵੀ ਹੁੰਦੇ ਨੇ ਉੱਥੇ, ਉਹ ਆਪਣਾ ਇਜ਼ਹਾਰ ਸ਼ਾਇਰੀ ਦੀ ਸ਼ਕਲ 'ਚ ਕਰਦੇ ਨੇ। ਕੁਝ ਗੀਤ ਸੰਗੀਤ ਵੀ ਹੁੰਦਾ ਹੈ। ਬੱਚਿਆਂ ਨੂੰ ਮੌਕਾ ਦਿੱਤਾ ਜਾਂਦਾ ਹੈ ਕਿ ਉਹ ਪੰਜਾਬੀ ਬੋਲਣ, ਪੜ੍ਹਨ, ਲਿਖਣ, ਸੁਣਨ। ਯਾਨੀ ਕਿ ਉੱਥੇ ਇਹ ਇੱਕ ਤਰ੍ਹਾਂ ਫੈਮਿਲੀ ਪ੍ਰੋਗਰਾਮ ਹੈ ਜਿਹਦੇ ਵਿੱਚ ਅਸੀਂ ਪੰਜਾਬੀ ਦੀਆਂ ਬਹੁਤ ਸਾਰੀਆਂ ਕਿਤਾਬਾਂ ਵੀ ਉਹਦਾ ਸਟਾਲ ਲਗਾਉਂਦੇ ਹਾਂ। ਬੱਚਿਆਂ ਦੀ ਐਕਟੀਵਿਟੀ ਦਾ ਇੱਕ ਕਾਰਨਰ ਹੁੰਦਾ ਹੈ ਜਿਹਦੇ 'ਚ ਬੱਚੇ, ਯਾਨੀ ਅਸੀਂ ਇਨਕਰੇਜ ਕਰਦੇ ਹਾਂ ਕਿ ਔਰਤਾਂ ਯਾਨੀ ਮਾਵਾਂ ਤੇ ਬੱਚੇ ਸ਼ਾਮਲ ਹੋਣ। ਅਕਸਰ ਹੁੰਦਾ ਹੈ ਕਿ ਇੱਦਾਂ ਦੇ ਪ੍ਰੋਗਰਾਮਾਂ 'ਚ ਜ਼ਿਆਦਾਤਰ ਮਰਦ ਹਜ਼ਰਾਤ ਹੀ ਬੈਠ ਜਾਂਦੇ ਨੇ, ਲੇਕਿਨ ਮੇਰਾ ਖਿਆਲ ਹੈ ਕਿ ਮਾਂ ਬੋਲੀ ਦਾ ਜਿਹੜਾ ਪੈਗਾਮ ਹੈ ਉਹ ਮਾਂ ਦੇ ਨਾਲ ਰਿਲੇਟਡ ਹੈ। ਮਾਂ ਧਰਤੀ ਹੋਵੇ, ਜਿਹੜੀ ਪਹਿਲੀ ਜਿੱਦਾਂ ਭਾਸ਼ਾ ਉਹ ਮਾਵਾਂ ਹੀ ਘਰ 'ਚ ਬੱਚਿਆਂ ਨੂੰ ਸਿਖਾਉਂਦੀਆਂ, ਤਾਂ ਉੱਥੋਂ ਹੀ ਸਿੱਖ ਹੁੰਦੀ ਹੈ। ਹੁਣ ਡਿਪੈਂਡ ਕਰਦਾ ਤੁਸੀਂ ਕਿੱਥੋਂ ਸ਼ੁਰੂ ਕਰਦੇ ਆ ਜੀ, ਕਿਹੜੀ ਭਾਸ਼ਾ ਤੋਂ ਸ਼ੁਰੂ ਕਰਦੇ ਆ। ਜੇ ਮਾਵਾਂ ਜਿਹੜੀਆਂ ਪੰਜਾਬੀ 'ਚ ਕਰਨ ਤਾਂ ਫਿਰ ਬੱਚਿਆਂ ਨੂੰ ਅੱਗੇ ਇੰਟਰਸਟ ਹੋਊਗਾ ਤਾਂ ਉਹ ਬੋਲਣਗੇ ਵੀ।
ਨਹੀਂ, ਮੈਂ ਤੇ ਤੁਹਾਨੂੰ ਦੱਸ ਦਿੰਦੀ ਹਾਂ ਕਿ ਮੇਰਾ ਤੇ ਕੰਮ ਹੀ ਇਸ ਯਾਨੀ ਮੇਰੀ ਜਿਹੜੀ ਵਰਕ ਦਾ ਫੀਲਡ ਆ ਉਹ ਵੀ ਇਹੀ ਹੈ ਕਿ ਬੱਚਿਆਂ ਦੀ ਜਿਹੜੀ ਅਰਲੀ ਡਿਵੈਲਪਮੈਂਟ ਹੈ ਦਿਮਾਗ ਦੀ, ਉਹਦੇ ਵਿੱਚ ਬੋਲੀ ਦਾ ਕੀ ਕਿਰਦਾਰ ਹੈ। ਸੋ ਉਹ ਤੇ ਰਿਸਰਚ ਰਾਹੀਂ ਸਾਹਮਣੇ ਵੀ ਆ ਗਈ, ਖੋਜ ਰਾਹੀਂ ਪਤਾ ਚੱਲ ਚੁੱਕਿਆ ਕਿ ਪਹਿਲੇ 3 ਵਰ੍ਹਿਆਂ ਵਿੱਚ ਮਾਂ ਪਿਓ, ਮਾਂ ਬੋਲੀ ਤੇ ਘਰ ਦਾ ਮਾਹੌਲ ਜਿਸ ਵਿੱਚ ਖੇਡਾਂ, ਲੋਰੀਆਂ, ਕਹਾਣੀਆਂ ਆਪਣੀ ਮਾਂ ਬੋਲੀ ਵਿੱਚ ਸ਼ਾਮਲ ਹੁੰਦੀਆਂ ਨੇ, ਉਹ ਬੱਚੇ ਦੀ ਜਿਹੜੀ ਡਿਵੈਲਪਮੈਂਟ ਹੈ ਉਹ ਸਾਰੀ ਜਿਹਨੂੰ ਕਹਿੰਦੇ ਆ ਜਾਂ ਪਲਕ ਦੀ ਹਯਾਤੀ ਜਿਹੜੀ ਹੈ ਉਹਦੀ ਸਾਰੀ ਜਿਹੜੀ ਆਉਣ ਵਾਲੀ ਹਯਾਤੀ ਦੀ ਵੀ ਪੱਕੀ ਨੀਂਹ ਉਹੀ ਬਣਾਉਂਦੀ ਹੈ ਚੀਜ਼। ਸੋ ਲੇਕਿਨ ਇਹ ਕਿ ਇਹ ਤੇ ਕਹਿਣ ਦੀ ਰਿਸਰਚ ਦੀ ਗੱਲ ਤੇ ਇਹ ਹੈ, ਲੇਕਿਨ ਇਹ ਕਿ ਸਾਡੇ ਮਾਸ਼ਰੇ ਵਿੱਚ ਹੋ ਕੀ ਰਿਹਾ, ਸਮਾਜ ਦੇ ਅੰਦਰ ਹੋ ਕੀ ਰਿਹਾ, ਸਾਡੀ ਬੋਲੀ ਦੇ ਬਾਰੇ ਲੋਕਾਂ ਦੇ ਰਵੱਈਏ ਕੈਸੇ ਨੇ, ਉਹ ਅਸੀਂ ਸੋਚਦੇ ਕਿਵੇਂ ਆ। ਤੇ ਮੈਂ ਤਾਂ ਇਹੀ ਸਮਝਦੀ ਹਾਂ ਕਿ ਕਿਸੇ ਵੀ ਸਮਾਜ ਦਾ ਜਿਹੜਾ ਸਭ ਤੋਂ ਵੱਡਾ ਸਰਮਾਇਆ ਹੈ ਉਹ ਤੇ ਉਸਦੇ ਬੱਚੇ ਹੀ ਹੁੰਦੇ ਨੇ ਔਰ ਉਹਨਾਂ ਬੱਚਿਆਂ ਦੀ ਦਿਮਾਗੀ, ਜਜ਼ਬਾਤੀ ਸਮਝ, ਸੁਰਤ ਮੁੱਢਲੇ ਵਰਿਆਂ ਵਿੱਚ ਅਗਰ ਮਾਂ ਬੋਲੀ ਵਿੱਚ ਕਰ ਦਿੱਤੀ ਜਾਵੇ ਤੇ ਨਾ ਸਿਰਫ ਉਹ ਜੱਗ ਦੀਆਂ ਸਮਾਜੀ, ਮਾਸ਼ੀ ਤੇ ਸਿਆਸੀ ਰਮਜ਼ਾਂ ਬੜੀ ਚੰਗੀ ਤਰ੍ਹਾਂ ਸਮਝਣ ਲੱਗ ਜਾਂਦੇ ਨੇ, ਬਲਕਿ ਉਹਨਾਂ ਦੀ ਸਾਂਝ ਆਪਣੇ ਆਪ ਨਾਲ, ਆਪਣੀ ਬੋਲੀ ਨਾਲ, ਰਹਿਤਨ ਨਾਲ, ਸਲੇਖ ਦੀ ਕਲਾ ਨਾਲ ਹਮੇਸ਼ਾ ਲਈ ਜੁੜ ਜਾਂਦੀ ਹੈ। ਸੋ ਇਸ ਵਾਸਤੇ ਏਦਾਂ ਦੇ ਮੇਲੇ, ਏਦਾਂ ਦੇ ਇਕੱਠ ਜਿਹੜੇ ਆ ਉਹ ਬਹੁਤ ਜ਼ਰੂਰੀ ਹੈ ਔਰ ਉਹ ਭਾਵੇਂ ਛੋਟੀ ਸਤਹ ਤੇ ਹੋਣ, ਵੱਡੀ ਸਤਹ ਤੇ ਹੋਣੇ ਚਾਹੀਦੇ ਹੈ, ਗੱਲਬਾਤ ਹੋਣੀ ਚਾਹੀਦੀ ਹੈ। ਸੋ ਅਸੀਂ ਇਹ 11ਵਾਂ ਮੇਲਾ ਜਿਹੜਾ ਹੈ 19 ਫਰਵਰੀ ਸ਼ਾਮੀ 6 ਤੋਂ 9 ਵਜੇ ਸੈਂਡਫੋਰਡ ਵਿਲੇਜ ਹਾਲ ਵਿੱਚ ਕਰ ਰਹੇ ਹਾਂ, ਇੱਥੇ ਆਕਸਫੋਰਡ ਵਿੱਚ। ਮੈਂ ਐਡਰੈਸ ਐਂਡ ਵਿੱਚ ਤੁਹਾਨੂੰ ਦੱਸ ਦਿੰਦੀ ਹਾਂ। ਤੇ ਜਿਹੜੇ ਇਹਦੇ ਵਿੱਚ ਆਉਣ ਵਾਲੇ ਆ ਉਹ ਸਿਰਫ ਆਕਸਫੋਰਡ ਦੇ ਨਹੀਂ ਹੈ, ਉਹ ਯੂਕੇ ਦੇ ਬਾਕੀ ਸ਼ਹਿਰਾਂ ਤੋਂ ਵੀ ਆਪਣੀਆਂ ਫੈਮਲੀਜ਼ ਦੇ ਨਾਲ ਆ ਰਹੇ ਨੇ। ਤੇ ਕਿਉਂਕਿ ਮੈਂ ਇਸ ਤੇ ਬਹੁਤ ਜ਼ੋਰ ਦਿੰਦੀ ਹਾਂ ਕਿ ਜਿਹੜਾ ਮਾਂ ਦਾ ਰੋਲ ਹੈ, ਮਾਂ ਨੂੰ ਜਦੋਂ ਅਸੀਂ, ਮਾਂ ਵਿਚਾਰੀ ਖੁਦ ਵੀ ਤੇ ਬੜੀ ਵਿਛੜੀ ਹੋਈ ਹੈ ਨਾ ਜ਼ੁਬਾਨ ਤੋਂ। ਬਿਲਕੁਲ ਬਿਲਕੁਲ। ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਤੁਹਾਡੇ ਮੈਨੂੰ ਲਹਿੰਦੇ ਪੰਜਾਬ ਦਾ ਤਾਂ ਨਹੀਂ ਪਤਾ, ਪਰ ਚੜ੍ਹਦੇ ਪੰਜਾਬ ਦੀ ਗੱਲ ਆ, ਇਹਨਾਂ ਨੂੰ ਹਰਮੀਤ ਹੋਣਾ ਨੂੰ ਚੰਗੀ ਤਰ੍ਹਾਂ ਪਤਾ ਹੋਣਾ ਕਿ ਸਾਡੇ ਹੁਣ ਇਸ ਵੇਲੇ ਬੱਚੇ ਜਿਹੜੇ ਆ ਨਾ, ਇਹ ਜਾਂ ਮਾਂ ਪਿਓ ਜ਼ੋਰ ਜ਼ਿਆਦਾ ਇੰਗਲਿਸ਼ ਤੇ ਲਾ ਰਹੇ ਆ, ਆਪਣੀ ਬੋਲੀ ਨੂੰ ਭੁੱਲੀ ਜਾਂਦੇ ਆ। ਫਿਰ ਇੱਕ ਹੋਰ ਚੀਜ਼ ਪੰਜਾਬ ਦੀ ਗੱਲ, ਤੁਸੀਂ ਤਾਂ ਇੱਥੇ ਪ੍ਰਮੋਟ ਕਰਦੇ ਆ, ਉੱਥੇ ਘਰਾਂ 'ਚ ਪਤਾ ਨਹੀਂ ਤਾਂ ਉਹਨਾਂ ਨੂੰ ਸ਼ਰਮ ਆਉਂਦੀ ਬੋਲਣ ਲਈ, ਉਹ ਵੀ ਪੰਜਾਬ ਦੇ ਵਿੱਚ ਵੀ ਹਿੰਦੀ ਬੋਲਣ ਦੀ ਕੋਸ਼ਿਸ਼ ਕਰਦੇ। ਇਹ ਨਹੀਂ ਮੈਨੂੰ ਸਮਝ, ਇਹਨਾਂ ਨੂੰ ਹਰਮੀਤ ਉਹਨਾਂ ਨੂੰ ਪਤਾ ਹੋਣਾ ਚੰਗੀ ਤਰ੍ਹਾਂ ਕਿ ਹਾਂ। ਅੱਛਾ, ਇਹ ਮਸਲਾ ਤੁਹਾਡੇ ਵਾਲੀ ਸਾਈਡ ਤੇ ਇਕੱਲਾ ਨਹੀਂ ਹੈ, ਇਹ ਇੱਕ ਤੇ ਮੈਂ ਕਹਾਂਗੀ ਕਿ ਪੂਰੀ ਦੁਨੀਆ ਦਾ ਵੀ ਮਸਲਾ ਹੈ, ਲੇਕਿਨ ਸਾਡੇ ਵੱਲ ਵੀ ਸੇਮ ਹੀ ਸਿਚੁਏਸ਼ਨ ਹੈਗੀ ਹੈ। ਔਰ ਗੱਲ ਇਹ ਹੈ ਕਿ ਇਹ ਮੈਂ ਪੈਗਾਮ ਦੇਣਾ ਚਾਹੁੰਦੀ ਹਾਂ, ਐਜ਼ ਆ ਮਤਲਬ ਮੇਰਾ ਕੰਮ ਹੈ ਇਹਦੇ ਉੱਤੇ ਕਿ ਖੋਜ ਰਾਹੀਂ ਇਹੀ ਪਤਾ ਚੱਲਿਆ ਹੈ ਕਿ ਤੁਸੀਂ ਦੁਨੀਆ ਭਰ ਦੀਆਂ ਸਾਰੀਆਂ ਜ਼ੁਬਾਨਾਂ ਸਿੱਖੋ, ਜੀ ਸਦਕੇ ਸਿੱਖੋ, ਕੋਈ ਜ਼ੁਬਾਨ ਤੇ ਮਾੜੀ ਨਹੀਂ। ਜ਼ੁਬਾਨ ਦਾ ਕੰਮ ਕਿੰਨਾ ਹੁੰਦਾ ਹੈ, ਜ਼ੁਬਾਨ ਦਾ ਰੋਲ ਵੀ ਬਹੁਤ ਹੈ ਜ਼ਿੰਦਗੀ 'ਚ। ਜਿੱਥੇ ਵੀ ਤੁਸੀਂ ਜਾਂਦੇ, ਜੇ ਤੁਸੀਂ ਵੱਧ ਤੋਂ ਵੱਧ ਭਾਸ਼ਾ ਸਿੱਖੀਆਂ ਜਾਂ ਤੁਹਾਨੂੰ ਬੋਲਣੀਆਂ ਆਉਂਦੀਆਂ ਜਾਂ ਪੜ੍ਹਨੀਆਂ ਆਉਂਦੀਆਂ, ਤੁਹਾਨੂੰ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆ ਰਹੀ। ਬਿਲਕੁਲ। ਲੇਕਿਨ ਬੁਨਿਆਦੀ ਗੱਲ ਇਹਦੇ ਵਿੱਚ ਕੀ ਹੈ, ਜਿਹੜੀ ਮੇਰਾ ਪੈਗਾਮ ਹੈ ਆਪਣੇ ਸਾਰੇ ਸੁਣਨ ਵਾਲਿਆਂ ਨੂੰ, ਕਿ ਜਿਸ ਬੱਚੇ ਦੀ ਮਾਂ ਦੀ ਬੋਲੀ ਤਗੜੀ ਹੋਏਗੀ, ਉਹਦੀ ਬੁਨਿਆਦ ਅੱਛੀ ਹੋਏਗੀ, ਉਹ ਕੋਈ ਵੀ ਜ਼ੁਬਾਨ ਫਿਰ ਆਸਾਨੀ ਨਾਲ ਸਿੱਖ ਲੈਂਦਾ ਬਾਅਦ ਦੇ ਵਿੱਚ। ਔਰ ਇਹ ਗੱਲ ਸਾਡੇ ਸਾਰਿਆਂ ਨੂੰ ਸਮਝਣ ਦੀ ਲੋੜ ਹੈ ਕਿ ਸ਼ੁਰੂ ਦੇ ਜਿਹੜੇ 3 ਸਾਲ ਹੈ, 4 ਸਾਲ ਹੈ, ਜਦੋਂ ਬੱਚਾ ਹਜੇ ਨਰਸਰੀ ਨਹੀਂ ਗਿਆ, ਇੱਥੇ ਦਾ ਸਿਸਟਮ ਵੀ ਇਹਨੂੰ ਇਨਕਰੇਜ ਕਰਦਾ ਹੈ। ਮੈਂ ਕਰਦੀ, ਮੈਂ ਟ੍ਰੇਨਿੰਗ ਦਿੰਦੀ ਹਾਂ, ਪ੍ਰਮੋਟ ਕਰਦੀ ਇਸ ਗੱਲ ਕਿ ਤੁਸੀਂ ਜਿਹੜੀਆਂ ਦੇਖੋ, ਇਹ ਜਿਹੜੀਆਂ ਅਸੀਂ ਲੋਰੀਆਂ, ਕਹਾਣੀਆਂ, ਜਿਹੜੀਆਂ ਬਾਤਾਂ, ਜਿਹੜੇ ਅਖਾਣ, ਜਿਹੜੀ ਘਰ ਦੀ ਗੱਲਬਾਤ ਹੁੰਦੀ ਹੈ, ਉਹਦੇ 'ਚ ਤੁਹਾਨੂੰ ਬਿਠਾ ਕੇ ਕੋਈ ਗ੍ਰਾਮਰ ਨਹੀਂ ਸਿਖਾਉਣੀ ਪੈਂਦੀ। ਉਹ ਤੇ ਦਿਲ ਵਿੱਚੋਂ ਨਿਕਲਿਆ ਹੋਇਆ ਇੱਕ ਲਾਡ ਹੈ, ਪਿਆਰ ਹੈ। ਉਹ ਜਿੰਨੀਆਂ ਗੱਲਾਂ ਹੁੰਦੀਆਂ ਨੇ, ਬੱਚਾ ਨਾਲ ਦੇ ਨਾਲ ਦੁੱਧ ਪੀਂਦਾ ਸਿੱਖ ਜਾਂਦਾ ਹੈ। ਉਹ ਸਿੱਖੀ ਹੋਈ ਜਿਹੜੀ ਬੋਲੀ ਹੈ, ਉਹ ਉਹਨੂੰ ਹਮੇਸ਼ਾ ਵਾਸਤੇ ਮਜ਼ਬੂਤ ਬਣਾਉਂਦੀ ਹੈ। ਉਹਨੂੰ ਦੂਸਰੀਆਂ ਬੋਲੀਆਂ, ਦੂਸਰੇ ਕਲਚਰਸ ਨੂੰ ਸਮਝਣ ਲਈ, ਜਾਣਨ ਲਈ ਉਹਦੇ ਵਿੱਚ ਬੜਾ ਮਤਲਬ ਕੌਨਫੀਡੈਂਸ ਪੈਦਾ ਕਰਦੀ ਹੈ, ਭਰੋਸਾ ਪੈਦਾ ਕਰਦੀ ਹੈ। ਸੋ ਜਿਹੜੀਆਂ ਨੈਗੇਟਿਵ ਗੱਲਾਂ ਸਾਡੀ ਬੋਲੀ ਨਾਲ ਅਟੈਚ ਕਰ ਦਿੱਤੀਆਂ ਗਈਆਂ, ਉਹ ਤੇ ਸ਼ੌਰੀ ਸਿਆਸੀ ਚਾਲਾਂ ਨੇ, ਸਿੱਧੀ ਸਿੱਧੀ ਗੱਲ ਹੈ। ਜਿੰਨਾ ਵੀ ਇਹਨੂੰ ਜਾਣਿਆ ਜਾਏਗਾ, ਜਿਹੜਾ ਵੀ ਇਹਨੂੰ ਪੜ੍ਹੇ ਲਿਖੇਗਾ, ਜਿਹੜਾ ਇਹਦੀ ਡੀਪ ਖੋਜ ਕਰੇਗਾ, ਉਹਨੂੰ ਅੰਦਾਜ਼ਾ ਹੋਏਗਾ ਕਿ ਹੋਇਆ ਕੀ ਹੈ ਸਾਡੇ ਨਾਲ। ਪੜ੍ਹੀ ਲਿਖੀ ਕੌਮ ਨੂੰ ਜਾਹਲ ਬਣਾਉਣ ਦੇ ਵਿੱਚ ਕਿੰਨਾ ਕੰਮ ਕੀਤਾ ਗਿਆ ਹੈ। ਲੇਕਿਨ ਸਾਨੂੰ ਆਪਣੇ ਮਾਜ਼ੀ ਤੇ ਬਹੁਤ ਫਖਰ ਹੋਣਾ ਚਾਹੀਦਾ ਹੈ
ਪ੍ਰਾਈਡ ਹੋਣਾ ਚਾਹੀਦਾ, ਕਿਉਂਕਿ ਜੋ ਅਸੀਂ ਹੈ ਸਾਂ ਉਹ ਅਸੀਂ ਹੁਣ ਵੀ ਹੈ ਵਾਂ। ਔਰ ਕੰਮ ਸ਼ੁਰੂ ਕਰਨ ਦੀ ਗੱਲ ਹੈ। ਤੁਸੀਂ ਜਿਹੜੇ ਬਣਾਏ ਗਏ ਨੇ ਖਿਆਲ ਕਿ ਜੀ ਇਹ ਕੋਈ ਜਹਲਾ ਦੀ ਜ਼ੁਬਾਨ ਹੈ, ਇਹਦੇ ਚ ਬਦਤਮੀਜ਼ੀ ਹੈ, ਇਹਦੇ ਚ ਇਹ ਤਾਂ ਸਾਰੀਆਂ ਕਿਹੜੀ ਜ਼ੁਬਾਨ ਹੈ? ਹਰ ਜ਼ੁਬਾਨ ਦੇ ਵਿੱਚ ਹਰ ਚੀਜ਼ ਮੌਜੂਦ ਹੁੰਦੀ ਹੈ। ਹੁਣ ਤੁਸੀਂ ਡਿਪੈਂਡ ਕਰਦਾ ਹੈ ਕਿ ਉਹਨੂੰ ਤੁਸੀਂ ਕਿਸ ਤਰ੍ਹਾਂ ਇਸਤੇਮਾਲ ਕਰਦੇ ਹੋ। ਸਾਡੀ ਬੋਲੀ ਮਹਾਨ, ਬਹੁਤ ਜ਼ਬਰਦਸਤ ਜ਼ਬਾਨ ਹੈ। ਸਦੀਆਂ ਦੀ ਇਹ ਪੁਰਾਣੀ ਮਤਲਬ ਹਿਸਟੋਰੀਕਲ ਜ਼ਬਾਨ ਹੈ। ਇਹਦੇ ਵਿੱਚ ਉਹ ਤਾਕਤ ਮੌਜੂਦ ਹੈ ਕਿ ਅਸੀਂ ਹਰ ਚੀਜ਼ ਇਹਦੇ ਵਿੱਚ ਐਕਸਪ੍ਰੈਸ ਕਰ ਸਕਦੇ ਹਾਂ, ਹਰ ਆਪਣੇ ਜਜ਼ਬੇ ਨੂੰ ਐਕਸਪ੍ਰੈਸ ਕਰ ਸਕਦੇ ਹਾਂ, ਗੱਲਬਾਤ ਕਰ ਸਕਦੇ ਹਾਂ। ਇਹਨੂੰ ਪੜ੍ਹਨਾ ਚਾਹੀਦਾ। ਸਾਡੇ ਕੋ ਪੰਜਾਬੀਆਂ ਕੋ ਦੇਖੋ 800-900 ਸਾਲ ਪੁਰਾਣਾ ਕਲਾਸੀਕਲ ਲਿਟਰੇਚਰ ਮੌਜੂਦ ਆ। ਬਾਬਾ ਫਰੀਦ ਮੌਜੂਦ ਹੈ, ਬਾਬਾ ਗੁਰੂ ਨਾਨਕ ਦੀ ਮੌਜੂਦ ਹੈ, ਸਾਡੇ ਕੋਲ ਵਾਰਿਸ ਸ਼ਾਹ ਦੀ ਹੀਰ ਮੌਜੂਦ ਹੈ। ਮਤਲਬ ਸਾਡੇ ਕੋਲ ਤਾਂ ਇੱਕ ਪੂਰੀ ਲੜੀ ਹੈ। ਜਿਹੜਾ ਮਟੀਰੀਅਲ ਹੈ ਉਹਦੀ ਤੁਸੀਂ ਇੱਕ ਕਾਫੀ ਜਿਹੜੀ ਆ ਉਹ ਅਗਰ ਇੱਕ ਬੱਚੇ ਨੂੰ ਪੜ੍ਹਾ ਦੋ, ਉਹਦਾ ਦਿਮਾਗ ਖੁੱਲ ਜਾਂਦਾ ਹੈ। ਤੇ ਇਸ ਪਾਸੇ ਆਉਣ ਦੀ ਲੋੜ ਹੈ ਕਿ ਗੱਲਾਂ ਬਾਤਾਂ ਤਾਂ ਹੀ ਨਹੀਂ, ਥੋੜਾ ਜਿਹਾ ਪ੍ਰੈਕਟੀਕਲੀ ਕੰਮ ਕਰਨ ਦੀ ਲੋੜ ਹੈ। ਮੈਨੂੰ ਪੰਜਾਬੀ ਦਾ ਇੱਕ ਹੋਰ ਗੱਲ ਯਾਦ ਆ ਗਈ। ਕਿਸੇ ਚਾਈਨੀ ਨੇ ਇਹ ਗੱਲ ਕਹੀ ਸੀ ਕਿ ਜਿਹੜੇ ਪੰਜਾਬੀ ਆ ਨਾ ਉਹ ਚਾਈਨੀਜ਼ ਜ਼ਬਾਨ ਬਹੁਤ ਵਧੀਆ ਬੋਲ ਲੈਂਦੇ, ਬਸ ਛੇਤੀ ਸਿੱਖ ਲੈਂਦੇ ਆ। ਉਹਦਾ ਰੀਜ਼ਨ ਕੀ ਕਿ ਸਾਡੇ ਵਿੱਚ ਜਿੱਦਾਂ ਜਿਹੜੇ ਚਾਈਨੀ ਚ ਆ, ਅਸੀਂ ਨਹੀਂ ਆ ਕਹਿ ਲਓ, ਮੱਲਾਂ ਕਹਿ ਲਓ, ਟਿੱਪੀ ਕਹਿ ਲਓ, ਇਹ ਚੀਜ਼ਾਂ ਬਹੁਤ ਵਰਤ ਹੁੰਦੀਆਂ ਯੂਜ ਕਰਦੇ ਆ। ਉਹ ਬਾਕੀ ਇੰਗਲਿਸ਼ ਭਾਸ਼ਾ ਚ ਉਹ ਹੈ ਨੀ ਗੀਆਂ। ਤੇ ਸਾਡੇ ਕਿਉਂਕਿ ਸਾਡੀ ਜ਼ੁਬਾਨ ਏਦਾਂ ਬਣ ਜਾਂਦੀ ਆ ਤੇ ਅਸੀਂ ਉਹ ਛੇਤੀ ਪਿਕ ਕਰ ਲੈਂਦੇ ਤੇ ਅਸੀਂ ਉਹ ਬੋਲ ਵੀ ਸਕਦੇ ਹਾਂ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਜਦੋਂ ਤੁਸੀਂ ਆਪਣੀ ਜ਼ੁਬਾਨ, ਇਸ ਜ਼ੁਬਾਨ ਨੂੰ ਬੋਲ ਸਕਦੇ ਹੋ, ਆਪਣੀ ਜ਼ੁਬਾਨ ਨੂੰ ਦਿਲ ਦੇ ਅੰਦਰੋਂ ਯਾਨੀ ਕਿ ਬਿਲਕੁਲ ਢਿੱਡੋਂ ਇਜ਼ਹਾਰ ਕਰ ਸਕਦੇ ਹੋ, ਤੇ ਫਿਰ ਤੁਸੀਂ ਕੁਝ ਵੀ ਸਿੱਖ ਸਕਦੇ ਹੋ, ਕਿਤੇ ਵੀ ਖੜੇ ਹੋ ਕੇ ਗੱਲ ਕਰ ਸਕਦੇ ਹੋ। ਉਹ ਜਿਹੜਾ ਹੈ ਨਾ, ਉਹ ਇਤਮਾਦ ਜ਼ੁਬਾਨ ਦਿੰਦੀ ਹੈ। ਜ਼ੁਬਾਨ ਹੀ ਹੈ ਜਿਹੜੀ ਤੁਹਾਨੂੰ ਤੁਹਾਡੀ ਮਾਂ ਨਾਲ, ਤੁਹਾਡੀ ਧਰਤੀ ਨਾਲ, ਤੁਹਾਨੂੰ ਤੁਹਾਡੇ ਆਪਣੇ ਆਪ ਨਾਲ, ਤੁਹਾਡੀ ਸ਼ਨਾਖਤ ਨਾਲ ਜੋੜਦੀ ਹੈ। ਇਸ ਵਾਸਤੇ ਇਹਦੇ ਤੇ ਕੰਮ ਕਰਨਾ ਬਹੁਤ ਹੀ ਜ਼ਰੂਰੀ ਹੈ। ਸਾਡੇ ਲਈ ਸਾਡੀ ਜ਼ਿੰਮੇਵਾਰੀ ਹੈ। ਮੇਰਾ ਖਿਆਲ ਹੈ ਕਰਜ਼ ਆ ਸਾਡੇ ਤੇ ਕਿ ਇਹਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਹੈ। ਤੁਸੀਂ ਹੁਣ ਆਪਣਾ ਐਡਰੈਸ ਦੱਸ ਦਿਓ ਕਿ ਪ੍ਰੋਗਰਾਮ ਹੈ। ਮੈਂ ਸਿਰਫ ਇਹ ਦੱਸਣਾ ਚਾਹੂੰਗੀ ਕਿ ਇਹ ਜਿਹੜਾ ਪ੍ਰੋਗਰਾਮ ਅਸੀਂ ਕਰਦੇ ਹਾਂ, ਇਹ ਬਿਲਕੁਲ ਜਿੱਦਾਂ ਦੇ ਪ੍ਰੋਗਰਾਮ ਆਮ ਤੌਰ ਤੇ ਹੁੰਦੇ ਨੇ ਉਹ ਤੋਂ ਜ਼ਰਾ ਹਟ ਕੇ ਹੁੰਦਾ ਹੈ। ਇਹ ਪਾਰਟੀਸਪੇਟਰੀ ਮੈਂ ਰੱਖਦੀ ਹਾਂ ਹਮੇਸ਼ਾ, ਕਿਉਂਕਿ ਜਿਹੜਾ ਵੀ ਪ੍ਰੋਗਰਾਮ ਚ ਆਉਣ ਵਾਲਾ ਹੈ ਉਹਨੂੰ ਅਗਰ ਇੱਕ ਫਿਕਰਾ ਵੀ ਬੋਲਣ ਦਾ ਮੌਕਾ ਮਿਲ ਜਾਵੇ, ਬੋਲਣ, ਪੜ੍ਹਨ, ਸੁਣਨ ਤੇ ਲਿਖਣ ਦਾ ਮੌਕਾ ਮਿਲ ਜਾਵੇ, ਉਹੀ ਚੰਗਾ। ਉਹ ਇੱਕ ਤਰ੍ਹਾਂ ਕਹਿ ਲਓ ਕਿ ਪਹਿਲੀ ਸ਼ੁਰੂਆਤ ਵੀ ਹੋ ਸਕਦੀ ਹੈ ਕੁਝ ਲੋਕਾਂ ਲਈ, ਕੁਝ ਬੱਚਿਆਂ ਵਾਸਤੇ, ਕੁਝ ਔਰਤਾਂ ਵਾਸਤੇ। ਤੇ ਕੋਸ਼ਿਸ਼ ਕਰਾਂਗੇ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਇਹਦੇ ਵਿੱਚ ਹਿੱਸਾ ਪਾ ਸਕਣ। ਸੋ ਸਭ ਨੂੰ ਦਾਵਤ ਹੈ ਇਹਦੇ ਵਿੱਚ ਆਉਣ ਦੀ। ਜ਼ਰਾ ਹੋਲਡ ਕਰਿਓ ਤੇ ਹਰਮੀਤ ਜੀ ਤੁਹਾਨੂੰ ਸਵਾਲ ਕੋਈ ਕਰਨਾ ਚਾਹੁੰਦੇ ਆ? ਹੈਲੋ ਭੈਣ ਜੀ। ਕਰੋ ਗੱਲ। ਤੁਸੀਂ ਇੱਕ ਸੀਡੀਆਂ ਬਣਾਈਆਂ ਵਾ ਜਿਹੜੀਆਂ ਪੰਜਾਬੀ ਬੋਲੀਆਂ ਜਿਹੜੀਆਂ ਭੁੱਲਦੀਆਂ ਜਾ ਰਹੀਆਂ ਵਾ ਆਪਣੀਆਂ ਯੰਗ ਜਨਰੇਸ਼ਨ ਨੂੰ ਜਾਂ ਆਪਾਂ ਸਾਰਿਆਂ ਨੂੰ, ਉਹਦੇ ਬਾਰੇ ਦੱਸੋ ਜੀ। ਉਹ ਤੁਸੀਂ ਕਿਸ ਤਰ੍ਹਾਂ ਪ੍ਰੀਜ਼ਰਵ ਕੀਤਾ ਵਾ ਜਾਂ ਉਹ ਕੀ ਆ, ਤੇ ਆਪਣੇ ਬਾਰੇ ਥੋੜਾ ਜਿਹਾ ਦੱਸੋ। ਮੇਰੇ ਬਾਰੇ ਕੀ ਦੱਸਣਾ? ਮੈਂ ਤੇ ਬਸ ਮੈਂ ਨੁਜ਼ਰਤ ਹਾਂ ਔਰ ਮੈਂ ਪੰਜਾਬੀ ਹਾਂ, ਮੈਨੂੰ ਫਖਰ ਹੈ ਇਹਦੇ ਤੇ, ਮੈਂ ਕੰਮ ਕਰ ਰਹੀ ਹਾਂ। ਜਿਹੜੀ ਗੱਲ ਕੀਤੀ ਉਹਨਾਂ ਨੇ ਉਹ ਵੀ ਦੱਸੋ ਜੀ। ਹਾਂਜੀ, ਜਿਹੜਾ ਮੈਂ ਇੱਕ ਅਦਾਰਾ ਹੈ ਜੀ ਦਾ ਪੀਪਲ ਸੈਂਟਰ, ਉਹਦੇ ਨਾਲ ਕੰਮ ਕਰਦੀ ਹਾਂ। ਕੋਈ 20 ਸਾਲ ਤੋਂ ਜ਼ਿਆਦਾ ਅਰਸਾ ਹੋ ਗਿਆ। ਇਹ ਅਦਾਰਾ ਬੱਚਿਆਂ ਦੀ ਜਿਹੜੀ ਅਰਲੀ ਬ੍ਰੇਨ ਡਿਵੈਲਪਮੈਂਟ ਆ, ਯਾਨੀ ਇਮੋਸ਼ਨਲ ਡਿਵੈਲਪਮੈਂਟ ਆ, ਉਹਦੇ ਤੇ ਇਹਨਾਂ ਦਾ ਫੋਕਸ ਆ। ਜਿਵੇਂ ਮਤਲਬ ਫਿਜ਼ੀਕਲ ਹੈਲਥ ਬਾਰੇ ਹੈਲਥ ਵਿਜ਼ਟਰਸ ਦੇਖਦੀਆਂ ਨੇ, ਤੇ ਅਸੀਂ ਮਾਂ ਬਾਪ ਦੀ ਟ੍ਰੇਨਿੰਗ ਕਰਦੇ ਹਾਂ, ਪ੍ਰੈਕਟੀਸ਼ਨਰ ਦੀ ਟ੍ਰੇਨਿੰਗ ਕਰਦੇ ਹਾਂ ਕਿ ਉਹ ਬੱਚੇ ਦੀ ਜਿਹੜੀ ਸੋਚ ਆ ਜਾਂ ਉਹਦਾ ਦਿਮਾਗ ਕਿੱਦਾਂ ਕੰਮ ਕਰਦਾ, ਉਹਨੂੰ ਕਿੱਦਾਂ ਅੱਗੇ ਵਧਾਇਆ ਜਾ ਸਕਦਾ ਹੈ ਖੇਡਾਂ ਨਾਲ, ਲੋਰੀਆਂ ਨਾਲ। ਉਹਦੇ ਤੇ ਅਸੀਂ ਕੰਮ ਕਰਦੇ ਹਾਂ। ਇਸ ਚੱਕਰ ਚ ਮੈਂ ਐਗਜ਼ੀਟਰ ਯੂਨੀਵਰਸਿਟੀ ਔਰ ਮੇਰੇ ਅਦਾਰੇ ਨੇ ਮਿਲ ਕੇ ਇੱਕ ਰਿਸਰਚ ਦਾ ਪ੍ਰੋਜੈਕਟ ਕੀਤਾ ਸੀ, ਟਾਈਮ ਟੂ ਪਲੇ। ਅਸੀਂ ਇਹ ਪ੍ਰੋਜੈਕਟ ਸੀ ਜ਼ਿਆਦਾਤਰ ਮੁਸਲਿਮ ਕਮਿਊਨਿਟੀਜ਼ ਦੇ ਨਾਲ ਦੇਖਣਾ ਚਾਹ ਰਹੇ ਸੀ ਕਿ ਉਹ ਆਪਣੇ ਘਰਾਂ ਦੇ ਵਿੱਚ ਬੱਚਿਆਂ ਦੇ ਨਾਲ ਕੀ ਕੀ ਚੀਜ਼ਾਂ ਸ਼ੇਅਰ ਕਰਦੇ ਨੇ। ਤੇ ਮੈਨੂੰ, ਅਸੀਂ ਕੋਈ 7 ਮਿਊਜ਼ੀਸ਼ੀਅਨ ਡਿਫਰੈਂਟ ਸੀਗੇ, ਤੇ ਮੈਨੂੰ ਆਕਸਫੋਰਡ ਦਾ ਏਰੀਆ ਮਿਲਿਆ। ਤੇ ਮੈਂ ਉਹ ਫਿਰ 135 ਘਰਾਂ ਵਿੱਚ ਗਈ ਔਰ ਲੋਕਾਂ ਨਾਲ ਮਿਲੀ, ਤੇ ਨਾਨੀਆਂ ਦਾਦੀਆਂ ਕੋਲੋਂ ਮੈਂ ਉਹਨਾਂ ਦੀਆਂ ਬੋਲੀਆਂ, ਉਹਨਾਂ ਦੀਆਂ ਕਹਾਣੀਆਂ, ਲੋਰੀਆਂ ਇਕੱਠੀਆਂ ਕੀਤੀਆਂ, ਕੁਛ ਰਿਸਰਚ ਕੀਤੀ। ਤੇ ਇੱਕ ਲੋਰੀਆਂ ਦੀ CD ਮੇਰੀ ਆਈ ਸੀ 2013 ਚ,
Singing Together in Punjabi and Urdu. ਜੀ ਉਹ 17 ਉਹਦੇ ਵਿੱਚ ਲੋਰੀਆਂ ਨੇ ਕਿਉਂਕਿ ਬੱਚੀਆਂ ਤੇ ਲੋਰੀਆਂ ਨਾ ਮਿਲੀਆਂ ਮੈਨੂੰ ਇੱਕ ਸਖੀ ਸਰਵਰ ਦੀ ਤਹਿਕੀਕ ਵਿੱਚੋਂ ਮੈਨੂੰ ਮਿਲੀ ਸੀ ਉਹ ਮੈਂ ਸ਼ਾਮਲ ਕੀਤੀ ਬਾਕੀ 5 ਫਿਰ ਮੈਂ ਬੱਚੀਆਂ ਵਾਸਤੇ ਖੁਦ ਬਣਾਈਆਂ ਜੀ ਔਰ ਉਹਨਾਂ ਨੂੰ ਕੰਪੋਜ਼ ਕੀਤਾ ਤੇ ਇੱਕ ਜਿਹੜੀ ਹੈ ਨਾ ਉਹ ਮੈਂ ਨਾਨੀਆਂ ਦਾਦੀਆਂ ਦਾ ਜਿਹੜਾ ਰੋਲ ਆ ਉਹਦੇ ਤੇ ਮੈਂ ਖੁਦ ਲਿਖੀ ਤੇ ਬਣਾਈ ਤੇ ਉਹ ਅਵੇਲੇਬਲ ਹੈ ਜੀ ਬਹੁਤ ਹੀ ਥੋੜੇ ਜਿਹੇ ਪੈਸਿਆਂ ਤੇ ਮਤਲਬ ਮਾਂ ਬੋਲੀ ਦਿਹਾੜ ਵਾਲੇ ਦਿਨ ਮੈਂ ਰੱਖਾਂਗੀ ਉੱਥੇ ਮਟੀਰੀਅਲ ਅਸੀਂ ਹਾਫ ਪ੍ਰਾਈਸ ਤੇ ਯਾਨੀ 2.5 ਪਾਉਂਡ ਦੀ ਇੱਕ CD ਦੇ ਰਹੇ ਆ ਵਰਨਾ 5 ਪਾਉਂਡ ਹੈ ਅਗਰ ਵੈਬਸਾਈਟ ਤੋਂ ਖਰੀਦੀ ਜਾਏ ਇੱਕ ਹੋਰ ਮੈਂ ਰਿਸੋਰਸਿਸ ਡਿਵੈਲਪ ਕੀਤੇ ਆ ਆਪਣੇ ਏਸ਼ੀਅਨ ਪੰਜਾਬੀ ਭੈਣਾਂ ਭਰਾਵਾਂ ਲਈ ਉਹ ਹੈ ਰਾਤ ਨੂੰ ਜਿਵੇਂ ਸਟੋਰੀ ਸੁਣਾ ਕੇ ਫਿਰ ਲੋਰੀ ਸੁਣਾ ਕੇ ਬੱਚੇ ਨੂੰ ਸਲਾਣਾ ਤੁਸੀਂ ਕਹਿ ਲਓ ਕਿ ਗੁੱਡ ਨਾਈਟ ਪ੍ਰੋਗਰਾਮ ਹੈ ਤੇ ਉਹ ਵੀ ਕਿਤਾਬ ਦੀ ਸ਼ਕਲ ਚ ਹੈ ਇਹ ਲੋਰੀਆਂ ਵੀ ਨਾਲ ਕਿਤਾਬ ਚ ਹੈ ਛੋਟਾ ਜਿਹਾ ਇਹਦੇ ਨਾਲ ਵੀ ਜਿਹਦੇ ਚ ਅਸੀਂ ਗਾਈਡ ਕਰਦੇ ਹਾਂ ਕਿ ਕਿੱਦਾਂ ਇਹਨਾਂ ਨੂੰ ਇਸਤੇਮਾਲ ਕੀਤਾ ਜਾਏ ਅੰਗਰੇਜ਼ੀ ਵਿੱਚ ਵੀ ਹੈ ਨਾਲ ਹਿੰਦੀ ਆਪਣਾ ਗੁਰਮੁਖੀ ਤੇ ਸ਼ਾਹਮੁਖੀ ਵਿੱਚ ਵੀ ਸਾਰਾ ਡਿਟੇਲ ਦਿੱਤੀ ਹੋਈ ਹੈ ਠੀਕ ਹੈ ਤੇ ਤੀਸਰੀ ਚੀਜ਼ ਜਿਹੜੀ ਹੈ ਉਹ ਫੋਕ CD ਫੋਕ ਗੀਤਾਂ ਦੀ ਜਿਹੜੀ ਮੇਰੀ ਮਾਂ ਗਾਉਂਦੀ ਸਨ ਤੇ ਮੈਂ ਉਹਨਾਂ ਨੂੰ ਉਹ ਜਿਹੜੇ ਗੀਤ ਸਨ ਉਹਨਾਂ ਨੂੰ ਪ੍ਰੀਜ਼ਰਵ ਵੀ ਕੀਤਾ ਹੈ ਉਹ ਮੈਂ 6 ਗਾਣਿਆਂ ਦੀ CD ਵੀ ਡਿਵੈਲਪ ਕੀਤੀ ਹੈ ਤੇ ਬਾਕੀ ਵੀ ਮੇਰਾ ਖਿਆਲ ਹੈ ਕਿ ਜੋ ਪੰਜਾਬੀ ਜ਼ਬਾਨ ਦਾ ਇੰਨੀ ਰਿਚਨੈਸ ਹੈਗੀ ਹੈ ਯਾਨੀ ਇੰਨਾ ਭਰਵਾਂ ਹੈ ਸਾਡਾ ਅਦਬ ਸੁਲੇਖ ਉਹਦੇ ਵਿੱਚ ਜੋ ਕੁਝ ਵੀ ਮਤਲਬ ਸਾਡੇ ਸਾਹਮਣੇ ਆਏ ਉਹਨੂੰ ਸੰਭਾਲਣ ਦੀ ਵੀ ਲੋੜ ਹੈ ਔਰ ਇੱਕ ਦੂਜੇ ਨਾਲ ਵੰਡਣ ਦੀ ਵੀ ਲੋੜ ਹੈ ਮੈਂ ਤੇ ਇਸੇ ਤਰ੍ਹਾਂ ਹੀ ਆਪਣਾ ਸੈਫਲ ਮਲੂਕ ਗਾਨੀ ਆ ਹੀਰ ਗਾਨੀ ਆ ਸ਼ਾਹ ਹੁਸੈਨ ਨੂੰ ਗਾਨੀ ਆ ਬਾਬਾ ਬੁੱਲੇ ਸ਼ਾਹ ਨੂੰ ਗਾਨੀ ਆ ਬਾਬਾ ਗੁਰੂ ਨਾਨਕ ਨੂੰ ਜੋ ਵੀ ਯਾਨੀ ਅੱਜ ਕੱਲ ਦੇ ਜਿਹੜੇ ਮਹਾਨ ਪੰਜਾਬੀ ਲਿਖਾਰੀ ਮੌਜੂਦ ਨੇ ਇਸ ਵੇਲੇ ਨਜਮ ਹਸਨ ਸਈਦ ਸਾਹਿਬ ਨੇ ਹੋਰ ਬਹੁਤ ਸਾਰੇ ਲਿਖਾਰੀ ਨੇ ਉਹਨਾਂ ਦੀਆਂ ਚੀਜ਼ਾਂ ਵੀ ਮੈਂ ਆਮ ਕਮਿਊਨਿਟੀ ਵਿੱਚ ਲਿਜਾ ਰਹੀ ਹਾਂ ਲਿਜਾਣਾ ਚਾਹੁੰਦੀ ਹਾਂ ਲੋਕਾਂ ਤੱਕ ਜੋ ਮੇਰੇ ਕੋਲ ਹੈ ਮੈਂ ਵੰਡਣਾ ਚਾਹੁੰਦੀ ਹਾਂ ਤੁਹਾਡੀ ਹਿੰਮਤ ਦੀ ਬਹੁਤ ਬਹੁਤ ਦਾਤ ਦਿੰਦੇ ਆ ਜੀ ਤੇ ਇੰਨੀ ਹਿੰਮਤ ਕਰਕੇ ਤੁਸੀਂ ਪੰਜਾਬੀ ਨੂੰ ਪ੍ਰਮੋਟ ਕਰ ਰਹੇ ਆ ਤੇ ਤੁਹਾਡੇ ਟਾਈਮ ਦਾ ਬਹੁਤ ਬਹੁਤ ਧੰਨਵਾਦ ਜੀ ਹੁਣ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਐਡਰੈਸ ਦੱਸ ਦਿੰਦੀ ਹਾਂ ਤੇ ਫੋਨ ਨੰਬਰ ਕੋਈ ਆਉਣਾ ਚਾਹੇ ਤੇ ਮੈਨੂੰ ਇਸ ਫੋਨ ਨੰਬਰ ਤੇ ਰਾਬਤਾ ਜ਼ਰੂਰ ਕਰੇ ਨੰਬਰ ਵੀ ਦੱਸ ਦਿਓ ਹਾਂਜੀ ਜਿਹੜਾ ਜਿੱਥੇ ਮੇਲਾ ਹੋ ਰਿਹਾ ਹੈ ਇਹ ਹੈ ਸੈਂਡਫੋਰਡ ਵਿਲੇਜ ਹਾਲ ਹੈਨਲੀ ਰੋਡ ਆਕਸਫੋਰਡ OX4 4YN ਤੇ ਜੇ ਕਿਸੇ ਨੇ ਆਣਾ ਹੋਵੇ ਤੇ ਉਹ ਆਉਣ ਤੋਂ ਪਹਿਲੇ ਆਪਣਾ ਹਿੱਸਾ ਪਾਉਣ ਤੋਂ ਜੀ ਆਇਆਂ ਨੂੰ ਪਾਉਣ ਜ਼ਰੂਰ ਪਾਉਣ ਪਰ ਆਉਣ ਤੋਂ ਪਹਿਲੇ ਜਿਸ ਨੰਬਰ ਤੇ ਉਹਨਾਂ ਨੂੰ ਦੱਸਣਾ ਹੋਏਗਾ ਉਹ ਹੈ 0796 242 6065 ਜੀ ਥੈਂਕ ਯੂ ਵੈਰੀ ਮਚ ਭੈਣ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਟਾਈਮ ਦਾ ਹੈ ਤੁਸੀਂ ਤੇ ਹੁਣ ਗੱਲਬਾਤ ਕਰਾਂਗੇ ਜਰਾ ਹਰਮੀਤ ਉਹਨਾਂ ਨੂੰ ਤੇ ਫੇਰ ਮਿਲਣਾ ਬਿਲਕੁਲ ਬਹੁਤ ਸ਼ੁਕਰੀਆ ਰੱਬ ਰਾਖਾ ਜੀ ਥੈਂਕ ਯੂ ਜੀ ਹੈਲੋ ਹਰਮੀਤ ਜੀ ਜੀ ਹਾਂਜੀ ਤੁਸੀਂ ਸੁਣੇ ਲਿਆ ਤੇ ਮੈਂ ਜਾਨੂੰ ਲਖਵਿੰਦਰ ਉਹਨਾਂ ਨਾਲ ਕਰਦਾ ਫੋਨ ਕਿਉਂਕਿ ਅੱਜ ਮੈਂ ਸਟੂਡੀਓ 'ਚ ਇਕੱਲਾ ਹੀ ਹਾਂ ਤੇ ਮੈਨੂੰ ਸਾਰਾ ਕੁਛ ਆਪੇ ਕਰਨਾ ਪੈਂਦਾ ਤੇ ਇੱਕ ਗੀਤ ਤੁਸੀਂ ਸੁਣਿਆ ਵੀ ਹੋ ਗਿਆ ਪੰਜਾਬੀ ਬੋਲੀ ਤੇ ਹੀ ਹੈ ਸਰਬਜੀਤ ਚੀਮਾ ਦਾ ਜਦੋਂ ਉਹ ਗਾਣਾ ਲਗਾਉਣਾ ਤੇ ਮੈਂ ਜਦ ਉਹਨਾਂ ਨਾਲ ਗੱਲਬਾਤ ਕਰਦਾ ਹੁਣ ਤੇ ਠੀਕ ਹੈ ਜੀ ਤੁਸੀਂ ਹੋਲਡ ਰੱਖਿਓ ਆਪਣੇ ਲਾਈਨ ਮਾਂ ਬੋਲੀ ਜੇ ਭੁੱਲ ਜਾਵਾਂਗੇ ਇੱਕ ਦਿਨ ਗਲੀਆਂ ਦੇ ਕੱਖਾਂ ਵਾਂਗੂ ਰੁਲ ਜਾਵਾਂਗੇ ਮੈਂ ਸਰਬਜੀਤ ਚੀਮਾ ਸਾਰੀਆਂ ਭਾਸ਼ਾਵਾਂ ਦਾ ਸਤਿਕਾਰ ਕਰਦਾ ਹਾਂ ਪਰ ਮੈਂ ਆਪਣੀ ਮਾਂ ਬੋਲੀ ਪੰਜਾਬੀ ਨੂੰ ਬਹੁਤ ਪਿਆਰ ਕਰਦਾ ਹਾਂ ਤੇ ਆਓ ਆਪਾਂ ਸਾਰੇ ਮਾਂ ਬੋਲੀ ਪੰਜਾਬੀ ਦੀ ਚੜ੍ਹਦੀ ਕਲਾ ਦੀ ਸੁੱਖ ਮੰਗੀਏ ਤੇ ਉਹਨੂੰ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਪੜ੍ਹਿਆ ਲਿਖਿਆ ਕਰੀਏ ਤੇ ਬੜੇ ਮਾਣ ਦੇ ਨਾਲ ਸੁਰੱਖਿਆ ਕਰਕੇ ਮੇਰੀ ਬੋਲੀ ਮੈਨੂੰ ਜਾਨ ਤੋਂ ਵੱਧ ਪਿਆਰੀ ਟਿੱਪੀਆਂ ਕੰਨਿਆਂ ਬਿੰਦੀਆਂ ਨਾਲ ਸ਼ਿੰਗਾਰੀ ਮੇਰੀ ਬੋਲੀ ਮੈਨੂੰ ਜਾਨ ਤੋਂ ਵੱਧ ਪਿਆਰੀ ਟਿੱਪੀਆਂ ਕੰਨਿਆਂ ਬਿੰਦੀਆਂ ਨਾਲ ਸ਼ਿੰਗਾਰੀ
ਅਜੇ ਵੀ ਅੰਗਰੇਜ਼ ਦਾ ਜੀ। ਹੁਣ ਲੱਖਾ ਹੋਣਾ ਨਾਲ ਅਸੀਂ ਗੱਲਬਾਤ ਕਰਾਂਗੇ। ਵੈਸੇ ਉਹ ਗਏ ਹਨ UK ਤੋਂ ਬਾਹਰ, ਤੇ ਇਸ ਕਰਕੇ ਉਹਨਾਂ ਦਾ ਜਿਹੜਾ ਲੈਂਡਲਾਈਨ ਨਹੀਂ ਸੀ ਲੱਗ ਰਿਹਾ, ਤੇ ਗੱਲਬਾਤ ਕਰਦੇ ਦੇਖਦੇ ਜੇ ਹੋ ਸਕਦੀ ਹੈ, ਕਿਉਂਕਿ WhatsApp ਤੇ ਕਦੀ ਆਪਾਂ ਕੀਤੀ ਨਹੀਂ। ਹੈਲੋ, ਹਾਂਜੀ ਹਾਂਜੀ ਹਾਂਜੀ, ਆ ਰਹੀ ਤੁਹਾਡੀ ਆਵਾਜ਼, ਠੀਕ ਠਾਕ ਹੈ ਜੀ। ਕਿ ਤੁਸੀਂ ਪੰਜਾਬੀ ਬੋਲੀ ਦਾ ਜਿਹੜਾ ਗੀਤ ਲਿਖਿਆ ਹੈ ਨਵਾਂ, ਇਹ ਤੁਹਾਡਾ ਆਪਣਾ ਲਿਖਿਆ? ਤੁਸੀਂ ਗਾਇਆ ਜਿਹੜਾ ਹੈਗਾ, ਅਸੀਂ ਪਹਿਲਾਂ ਲਗਾ ਚੁੱਕੇ ਹਾਂ ਵੈਸੇ, ਤੇ ਹੁਣ ਤਾਂ ਅੱਛਾ ਲਿਖਿਆ ਤੁਸੀਂ ਆ ਤਾਂ ਗਾਇਆ ਉਹਨਾਂ ਨੇ ਆ। ਅੱਛਾ ਜੀ, ਓਕੇ ਓਕੇ, ਥੈਂਕ ਯੂ। ਹਾਂਜੀ, ਹਰਮੀਤ ਜੀ ਦਾ ਤਾਂ ਬਹੁਤ ਹੈ ਜੀ ਧੰਨਵਾਦ, ਉਹ ਤਾਂ ਬਹੁਤ ਉਹਨਾਂ ਦੀ ਕੋਸ਼ਿਸ਼ ਵਾਧੂ ਹੈ। ਹਾਂਜੀ ਹਾਂਜੀ ਜੀ ਜੀ। ਮੈਂ ਸੁਣਿਆ ਸੀ ਹਰਮੀਤ ਸਿੰਘ ਜੀ ਹਾਂਜੀ ਗੱਲ ਕਰ ਰਹੇ ਸੀ ਕਿ 21 ਤਰੀਕ ਨੂੰ ਸਾਡਾ ਜਿਹੜਾ ਮਨਾਇਆ ਜਾ ਰਿਹਾ ਮਾਤ ਭਾਸ਼ਾ ਦਿਵਸ, ਹਾਂਜੀ, ਬੜੇ ਵੱਡੇ ਲੈਵਲ ਤੇ ਕਾਫੀ ਮਤਲਬ ਜਿਹੜਾ ਚਲ ਬਾਹਰ ਅੰਦਰ ਘੁੰਮਦੇ ਰਹੇ, ਲੇਕਿਨ ਜਿਹੜਾ ਇਹ ਸਾਰਾ ਮਾਣ ਮਿਲਿਆ ਸਾਰੇ ਆਸੇ ਪਾਸੇ ਪੰਜਾਬੀ ਮਾਂ ਬੋਲੀ ਨੂੰ ਸਮਰਥ ਹੋਏ ਆ, ਤੇ ਸਾਰੇ ਪਾਸੇ ਜਿਵੇਂ ਹੁਣ ਪੰਜਾਬੀ ਭਾਸ਼ਾ ਵਿਭਾਗ ਨੇ ਪਟਿਆਲਾ ਅੰਮ੍ਰਿਤਸਰ ਹੋ ਗਿਆ, ਸਾਰਾ ਪੰਜਾਬ ਦਾ ਹੋ ਗਿਆ, ਉੱਧਰ ਵੀ ਰਚਨਾਵਾਂ ਕੋਈ ਨਾ ਕੋਈ ਜਿਹੜੀਆਂ ਇਹ ਦੱਸਦੀਆਂ ਲੱਗਦੀਆਂ ਰਹਿੰਦੀਆਂ ਨੇ। ਤੇ ਇੱਕ ਤੁਸੀਂ ਸੁਣਿਆ ਹੋਵੇਗਾ ਸ਼ਾਇਦ ਵਰਲਡ ਲੈਵਲ ਦੀ ਇੱਕ ਰਚਨਾ ਹੋਈ ਹੈ ਜਿਹੜੀ ਮੇਰੀ ਲਿਖੀ 96 ਦੇ ਵਿੱਚ, 96 ਦੇ ਵਿੱਚ, ਹਾਂਜੀ, ਬੜੀ ਪਾਪੂਲਰ ਚੱਲ ਰਹੀ ਹੈ ਅੱਜ ਕੱਲ੍ਹ ਵੀ। ਅੰਮ੍ਰਿਤਸਰ ਵੱਲ ਜਾਂਦੇ ਰਹੀ ਜਾਣਾ ਗੁਰਦੁਆਰੇ ਵੀ ਜੀ, ਮੰਦਰ ਦੇ ਦਰਸ਼ਨ ਕਰਕੇ ਟੁੱਟ ਜਾਣਾ
ਦੇ ਦੁੱਖ ਸਾਰੇ। ਹਾਂਜੀ ਹਾਂਜੀ ਸੁਣਿਆ ਇਹ ਗਾਣਾ, ਮੈਂ ਸੁਣਿਆ। ਹਾਂਜੀ ਇਹ ਵੀ ਤੁਹਾਡੇ ਲਿਖਤ। ਅੱਛਾ ਉਹ ਗਾਇਆ ਕਿਹਨੇ ਆ? ਇਹ ਦਵਿੰਦਰ ਸਿੰਘ ਸੋਢੀ ਨੇ ਗਾਇਆ ਸੀਗਾ, ਰਾਗੀ ਭਾਈ ਸਾਹਿਬ ਜੀ ਹਾਂ, ਦਵਿੰਦਰ ਸਿੰਘ ਸੋਢੀ ਬਹੁਤ, ਉਹ ਤਾਂ ਓਦਾਂ ਵੀ ਕੀਰਤਨੀਏ ਬਹੁਤ ਤਗੜੇ ਆ ਜੀ, ਬਹੁਤ ਵਧੀਆ। ਹਾਂਜੀ ਹਾਂਜੀ, ਉਹ ਉਹਨਾਂ ਦੀ ਆਵਾਜ਼ ਦੇ ਵਿੱਚ 96 ਦੇ ਵਿੱਚ ਸੀਗਾ। ਹਾਂ ਤੇ ਉਸ ਤੋਂ ਪਹਿਲਾਂ ਵੀ ਤਕਰੀਬਨ 88 ਦੇ ਵਿੱਚ ਮੈਂ ਉਹਨਾਂ ਵੇਲੇ ਚ ਮਾਨਕ ਸਾਹਿਬ ਨਾਲ ਹੁੰਦੇ ਸੀਗੇ ਅਸੀਂ। ਤੇ ਉਹਨਾਂ ਵੇਲੇ ਚ ਮਾਨਕ ਸਾਹਿਬ ਨੇ ਵੀ ਦਾਸ ਦੀ ਕਲਮ ਨੂੰ ਗਾਇਆ। ਜੀ ਜੀ। ਤੇ ਆਪਣੇ ਮੈਂ ਸੱਭਿਆਚਾਰੀ ਲਿਖਿਆ, ਧਾਰਮਿਕ ਲਿਖਿਆ, ਸੱਭਿਆਚਾਰੀ ਲਿਖਿਆ, ਲੱਚਰਤਾ ਤੋਂ ਕੋਹਾ ਦੂਰਾਂ ਪੰਜਾਬੀ ਮਾਂ ਦੀ ਸੇਵਾ। ਉਹ ਲਿਖਣਾ ਬਥੇਰੇ ਹੋਰ ਹੈਗੇ ਆ, ਤੁਹਾਨੂੰ ਲਿਖਣ ਦੀ ਜ਼ਰੂਰਤ ਨਹੀਂ। ਹਾਂਜੀ ਹਾਂਜੀ, ਕਿਉਂਕਿ ਦੇਖੋ ਜਿਹੜਾ ਏਦਾਂ ਨਹੀਂ ਨਾ ਕਮਾਈ ਕਰ ਸਕਦਾ, ਜੇ ਏਦਾਂ ਦਾ ਨਾਂ ਆਪਣਾ ਨਹੀਂ ਕਮਾ ਸਕਦਾ, ਉਹ ਉਧਰ ਨੂੰ ਤੁਰ ਪੈਂਦਾ। ਉਹ ਦੇਖੋ ਜੀ ਕਹਿੰਦੇ ਹੁੰਦੇ ਕਿਸੇ ਦੀ ਪੋਪੂਲੈਰਿਟੀ ਜਿਹੜੀ ਹੈ ਕਿਸੇ ਚੰਗਿਆਂ ਕੰਮਾਂ ਨਾਲ ਹੁੰਦੀ ਹੈ, ਕਿਸੇ ਦੇ ਮਾੜਿਆਂ ਨਾਲ ਹੁੰਦੀ ਹੈ। ਮਾੜਿਆਂ ਦੀ ਜ਼ਿਆਦਾ ਛੇਤੀ ਹੋ ਜਾਂਦੀ ਆ, ਮਾੜਿਆਂ ਦੀ ਜ਼ਿਆਦਾ ਹੁੰਦੀ ਹੈ। ਹਾਂਜੀ ਕਈ ਸਾਡੇ ਲੇਖਕ ਵੀ ਕਹਿ ਦਿੰਦੇ ਆ ਵੀ ਹਾਂਜੀ ਅਸੀਂ ਲਿਖਦੇ ਹਾਂ ਵੀ ਜੇ ਅਸੀਂ ਧਰਮ ਨੂੰ ਲਿਖਦੇ ਤੇ ਬਾਰੇ ਸਾਨੂੰ ਪੋਪੂਲੈਰਿਟੀ ਨਹੀਂ ਹੁੰਦੀ। ਮੈਂ ਕਹਿੰਦਾ ਮੇਰੀ ਵਰਲਡ ਦੇ ਵਿੱਚ ਪੋਪੂਲੈਰਿਟੀ ਕੀਤੀ ਹੈ ਕਿ ਧਾਰਮਿਕ ਗੀਤ ਇਸ ਦੇ ਅੰਮ੍ਰਿਤਸਰ ਵੱਲ ਜਾਂਦੇ ਰਹੇ ਨੇ। ਹਾਂਜੀ ਹਾਂਜੀ। ਉਸ ਤੋਂ ਬਾਅਦ ਜਿਹੜਾ ਮੇਰਾ ਕਿਤੇ ਵੀ ਮੈਂ ਹੁਣ ਸਾਰੇ ਘੁੰਮਿਆ, ਜਿਵੇਂ ਹੁਣ ਚੁੱਕੇ ਰਹੇ ਆ ਜਾਂ ਕਿਤੇ ਕੈਨੇਡਾ ਅਮਰੀਕਾ ਜਿੱਥੇ ਵੀ ਮਤਲਬ ਗਏ ਆ, ਤੇ ਇਸੇ ਚੀਜ਼ ਦੇ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਵੀ ਲਿਖਾਰੀ ਤੌਰ ਤੇ ਮੇਰੀ ਜ਼ਿਆਦਾ ਸੀ, ਕਿਉਂਕਿ ਮੈਂ ਆਪ ਇੱਕ ਰਾਗੀ ਸਿੰਘ ਆਪ ਕੀਰਤਨ ਕਰਦਾ ਬਚਪਨ ਤੋਂ ਹੀ। ਜੀ ਜੀ। ਤੇ ਆਪਣੇ ਇਹ ਫਿਰ ਉਹਨਾਂ ਵੇਲੇ ਚ ਇਹ ਸਾਰੇ ਮੇਰੀਆਂ ਵੀ ਆਪਦੀ ਬਾਤ ਚ ਵੀ ਕਿਸ਼ਤਾਂ ਆਉਂਦੀਆਂ ਹੁੰਦੀਆਂ ਸੀ। ਸਾਰੇ ਗੁਰਚਰਨ ਸਿੰਘ ਰਸੀਆ ਭਾਈ ਸਾਹਿਬ ਤੇ ਆਪਣੇ ਜਗਾਦਰੀ ਵਾਲੇ ਭਾਈ ਸਾਹਿਬ ਹਰਵੰਤ ਸਿੰਘ ਜੀ ਜਗਾਦਰੀ, ਦਵਿੰਦਰ ਸਿੰਘ ਸੋਢੀ, ਮਤਲਬ ਸਾਰਿਆਂ ਨੇ ਇਹਨਾਂ ਦੀਆਂ ਆਵਾਜ਼ਾਂ ਦੇ ਵਿੱਚ ਮੇਰੀਆਂ ਰਚਨਾਵਾਂ ਜਿਹੜੀਆਂ ਬਹੁਤ ਪਾਪੂਲਰ ਨੇ। ਤੇ ਇਹ ਵੀ ਜਿਹੜੇ ਅੱਜ ਰਚਨਾ ਤੁਸੀਂ ਰਿਲੀਜ਼ ਕੀਤੀ ਹੈ, ਵੀ ਤੁਸੀਂ ਜਾਣਦੇ ਹੋ ਕਿ ਸ਼੍ਰੋਮਣੀ ਗਾਇਕ ਕਪੜਾ ਪਾਲੀ ਦੇਤ ਵਾਲੀ ਆ, ਬੜਾ ਵੱਡਾ ਨਾਮ। ਜੀ ਜੀ। ਤੇ ਇਹਨਾਂ ਸਾਰਿਆਂ ਵੱਲੋਂ ਆਪਣੇ ਰਣਜੀਤ ਮਣੀ ਹੋਇਆ, ਨਿਰਮਲ ਸਿੰਘ ਸਿੱਧੂ ਹੋਇਆ, ਉਹਨਾਂ ਨੇ ਪਿਛਲੇ 550 ਸਾਲੇ ਦੇ ਗੁਰੂ ਨਾਨਕ ਸਾਹਿਬ ਦਾ ਗੀਤ ਬਹੁਤ ਸੋਹਣਾ ਗਾਇਆ ਸੀ ਉਹਨਾਂ ਨੇ। ਇੱਕ ਚੰਨ ਪੁੰਨਿਆ ਦਾ, ਇੱਕ ਚੰਨ ਚੜਿਆ ਨਨਕਾਣੇ। ਹਾਂਜੀ ਹਾਂਜੀ। ਮਤਲਬ ਜਿੱਥੇ ਵੀ ਵੱਡੇ ਵੱਡੇ ਸਾਰੇ ਸ਼ਾਇਰ ਹੈਗੇ ਨੇ, ਲੇਖਕ ਹੈਗੇ ਨੇ, ਗਾਇਕ ਹੈਗੇ ਨੇ, ਸਾਰੇ ਬਹੁਤ ਵਧੀਆ ਰਲ ਮਿਲ ਕੇ। ਜਿਵੇਂ ਹੁਣ ਕਿਤਾਬਾਂ ਵੀ ਲਿਖ ਰਹੇ ਆ, ਮੇਰੀ ਹੁਣ ਇਸ ਟਾਈਮ 14ਵੀਂ ਕਵਿਤਾ ਆ ਰਹੀ ਹੈ, ਸੋਨੇ ਦੀ ਤਸਵੀਰ। ਓਕੇ ਓਕੇ, ਉਹਦੇ ਵਿੱਚ ਕਿਹੋ ਜਿਹਾ ਤੁਸੀਂ ਥੋੜਾ ਜਿਹਾ ਦੱਸੋਗੇ? ਉਹਦੇ ਵਿੱਚ ਇੱਕ ਭਾਗ ਜੇ ਮੰਨ ਕੇ ਰਚਨਾ ਲਿਖੀ ਹੋਈ ਹੈ, ਸੋਨੇ ਦੀ ਤਸਵੀਰ ਜੀ। ਤੇ ਆਪਣੇ ਉਹਦੇ ਵਿੱਚ ਗਜ਼ਲ ਟੱਚ ਵੀ ਹੈ ਸਾਰਾ, ਮਤਲਬ ਆਪਾਂ ਸ਼ੰਦਾਬੰਦੀ ਦੇ ਵਿੱਚ ਵੀ ਮੈਂ ਸ਼ੁਰੂ ਤੋਂ ਲਿਖਦਾ ਰਿਹਾ, ਤੇ ਗੀਤ ਵਗੈਰਾ, ਦੋਹੇ ਵਗੈਰਾ ਤੇ ਬੰਦ ਵਗੈਰਾ ਸਾਰੇ ਸ਼ੇਅਰ ਸਾਰਾ ਮਿਕਸ ਕਰਕੇ ਕਰਿਆ। ਤੇ ਜਲਦੀ ਸ਼ਾਇਦ ਅਗਲੇ ਮਹੀਨੇ ਤੱਕ ਅਸੀਂ ਉਹ ਵੀ ਰਿਲੀਜ਼ ਕਰੀਏ। ਠੀਕ। ਤੇ ਪਿੱਛੇ ਕਿਤਾਬ ਦੁਬਾਰਾ ਮੰਗਾਈ ਸੀ ਇਹਨਾਂ ਨੇ, ਅੰਮ੍ਰਿਤਸਰ ਵੱਲ ਜਾਂਦੇ ਨੇ ਵੀ ਦੁਬਾਰਾ ਪ੍ਰਿੰਟ ਕੀਤੀ ਸੀਗੀ, ਛਤਰ ਸਿੰਘ ਜੀਵਨ ਸਿੰਘ ਵਾਲਿਆਂ ਨੇ ਅੰਮ੍ਰਿਤਸਰ ਤੋਂ। ਤੇ ਉਹ ਦੁਬਾਰਾ ਡਿਮਾਂਡ ਸੀ ਬਹੁਤ ਜ਼ਿਆਦਾ, ਪਰ ਸਾਰੇ ਦੇਸ਼ਾਂ ਚ ਆਪਣੇ ਜਿਹੜੀ ਪੁਸਤਕ ਦੇ ਰੂਪ ਵੀ ਉਹ ਕਰਕੇ ਭੇਜੀ ਗਈ ਹੈ ਸਾਰੇ। ਤੇ ਬੜੇ ਵੱਡੇ ਲੈਵਲ ਤੇ ਇੰਡੀਆ ਦੇ ਵਿੱਚ ਵੀ ਤਕਰੀਬਨ ਸਾਰੇ ਯੂਨੀਵਰਸਿਟੀਆਂ ਵੱਲੋਂ, ਖਾਲਸਾ ਕਾਲਜ ਅੰਮ੍ਰਿਤਸਰ ਵੱਲੋਂ, ਪਟਿਆਲਾ ਯੂਨੀਵਰਸਿਟੀ ਦੇ ਵਿੱਚ ਕੋਈ ਸਾਰੇ ਰਿਲੀਜ਼ ਕੀਤੀ ਗਈ। ਤਾਂ ਤੇ ਬਹੁਤ ਸੋਹਣਾ ਮਤਲਬ ਮਾਣ ਬਖਸ਼ਿਆ ਤੁਹਾਡੇ ਅੱਗੇ। ਜਿਹੜੇ ਹੁਣ ਆਪਾਂ ਗੱਲਬਾਤ ਕਰਦੇ ਜਰਾ ਹੋਲਡਰ ਮਾਣ ਦਿੱਤਾ, ਏਦਾਂ ਸਾਰੇ ਆਪਣੇ ਮਾਣ ਬਖਸ਼ਦੇ ਨੇ ਤੇ ਆਸ਼ੀਰਵਾਦ ਤੁਹਾਡੇ ਨਾਲ ਹੀ ਲੱਖਾਂ ਚ ਲੈ ਜਾ ਤੇ ਇਸੇ ਤਰ੍ਹਾਂ। ਨਹੀਂ ਤੁਸੀਂ ਬਹੁਤ ਵਧੀਆ ਲਿਖਿਆ। ਮੈਨੂੰ ਹਰਮੀਤ ਉਹਨਾਂ ਨੇ ਪਹਿਲਾਂ ਗੱਲ ਇਹੀ ਦੱਸੀ ਸੀ, ਕਹਿੰਦੇ ਕਿ ਉਹਨਾਂ ਨੂੰ ਜ਼ੋਰ ਪਾ ਕੇ ਤਾਂ ਟਾਈਮ ਸਿਰ ਇਸ ਕਿਹਾ ਕਿ ਗਾਣਾ ਪਹਿਲਾਂ ਰਿਲੀਜ਼ ਹੋਣਾ ਚਾਹੀਦਾ, ਏਦਾਂ ਲਿਖਵਾਇਆ। ਪਰ ਇਹ ਵੀ ਦੇਖੋ ਜੀ, ਸੋਚ ਲਿਖਾਉਣਾ ਜਾਂ ਲਿਖਣਾ ਇਹ ਦੋ ਵੱਖਰੇ ਪਹਿਲੂ ਹੈ। ਕਿਉਂਕਿ ਜਦੋਂ ਇੱਕ ਤਾਂ ਬੰਦਾ ਮੌਜ ਨਾਲ ਲਿਖਦਾ, ਜਿਹੜੇ ਵੀ ਬੰਦੇ ਜਿੰਨੇ ਵੀ ਕਵੀ ਹੋਏ ਜਾਂ ਗੀਤਕਾਰ ਜਿਹੜੇ ਵੀ ਹੋਏ ਆ, ਉਹ ਜਦੋਂ ਆਪਣੀ ਮੌਜ ਚ ਹੁੰਦਾ ਉਦੋਂ ਲਿਖਣਾ ਵੱਖਰੀ ਗੱਲ ਹੈ, ਤੇ ਜਦੋਂ ਕਿਸੇ ਨੂੰ ਪੁਸ਼ ਕਰਦੇ ਉਦੋਂ ਕਈ ਵਾਰੀ ਵਰਡ ਹੀ ਨਹੀਂ ਅਗਲੇ ਨੂੰ ਸੋਚਦੇ। ਪਰ ਫਿਰ ਵੀ ਤੁਹਾਡੀ ਬੜੀ ਵਧੀਆ, ਮਤਲਬ ਬਹੁਤ ਵਧੀਆ ਗੀਤ ਹੈ ਇਹ, ਮੈਂ ਸੁਣਿਆ। ਤਾਂ ਬਹੁਤ ਬਹੁਤ ਧੰਨਵਾਦ ਜੀ। ਤੇ ਹਰਮੀਤ ਹੋਣੀ ਵੀ ਕੁਛ ਪੁੱਛਣਾ ਚਾਹੁੰਦੇ ਤਾਂ 1 ਮਿੰਟ ਗੱਲ ਕਰ ਲੈਂਦੇ ਉਹਨਾਂ ਨਾਲ, ਤੇ ਤੁਸੀਂ ਹੋਲਡ ਰੱਖਿਓ। ਹਾਂਜੀ ਹਰਮੀਤ ਜੀ। ਜੀ ਜੀ। ਵੀਰ ਜੀ ਸਰਦਾਰ ਲਖਵਿੰਦਰ ਸਿੰਘ ਜੀ, ਜਿਨ੍ਹਾਂ ਨੂੰ ਆਪਾਂ ਸਾਰੇ ਲੱਖਾ ਸਲੇਮਪੁਰੀਆ ਕਰਕੇ ਜਾਣਦੇ ਹਾਂ, ਜੀ ਜੀ, ਇਹਨਾਂ ਦੀ ਬੜੀ ਮਿਹਰਬਾਨੀ ਹਿੰਮਤ ਹੈ। ਇਹਨਾਂ ਨੇ ਗਾਣਾ ਖੁਦ ਲਿਖ ਕੇ ਤੇ ਸਾਰਾ ਤਿਆਰ ਕਰਵਾਇਆ, ਸਾਰਾ ਕੁਝ ਇਹਨਾਂ ਨੇ ਕੀਤਾ। ਤੇ
ਮੈਂ ਇਹਨਾਂ ਨੂੰ ਇੱਕ ਹੀ ਬੇਨਤੀ ਕਰਨੀ ਚਾਹੂੰਗਾ ਕਿ ਜੇ ਸਾਨੂੰ ਕਹਿਣ ਤੇ ਅਸੀਂ ਹੋਰ ਵੀ ਥਾਵਾਂ ਦੇ ਉੱਤੇ ਨਾ ਇਹਦਾ ਹੋਰ ਰੇਡੀਓ ਸਟੇਸ਼ਨ ਜਾਂ ਹੋਰ ਟੀਵੀ ਜਾਂ ਉੱਥੇ ਵੀ ਅਸੀਂ ਜਿਹੜਾ ਵਾ ਇਹ ਗਾਣਾ ਚਲਾ ਸਕਦੇ ਹਾਂ, ਮਤਲਬ ਇਹਨਾਂ ਦੀ ਮਨਜ਼ੂਰੀ ਦੀ ਲੋੜ ਹੈ ਜੀ। ਹਾਂਜੀ ਦੱਸੋ ਜੀ। ਹਾਂਜੀ ਲਖਵਿੰਦਰ ਸਿੰਘ ਜੀ, ਤੁਸੀਂ ਸੁਣਿਆ ਉਹ ਕਹਿੰਦੇ ਵੀ ਜਿਹੜਾ ਗਾਣਾ ਤੁਸੀਂ ਲਿਖਿਆ ਇਹ ਅਸੀਂ ਦੂਸਰੇ ਟੀਵੀ ਜਿਹੜੇ ਪ੍ਰੋਗਰਾਮ ਹੈਗੇ ਉਹਨਾਂ 'ਚ ਜਾਂ ਕਿਤੇ ਵੀ ਅਸੀਂ ਚਲਾ ਸਕਦੇ ਹਾਂ ਕਿ ਇਕੱਲਾ ਇਹ ਅੱਜ ਦੇ ਦਿਨ ਲਈ ਸੀ? ਜਾਂ ਤੁਸੀਂ ਬਿਲਕੁਲ ਚਲਾ ਸਕਦੇ ਹੋ ਆਪਣੇ, ਕੋਈ ਚੱਕਰ ਨਹੀਂ ਹੈ। ਇਹ ਤਾਂ ਆਪਾਂ ਪੰਜਾਬੀ ਮਾਂ ਬੋਲੀ ਦੀ ਚੀਜ਼ ਹੈ, ਜਗ੍ਹਾ ਗੱਲ ਹੀ ਜਾਣੀ ਵੀ ਹਾਂ ਕੀ ਵਰਡਿੰਗ ਹੁੰਦੀ ਹੈ ਨਾ। ਜੀ ਜੀ। ਤੇ ਆਵਾਜ਼ ਜਾਣੀ ਉਹਦੀ ਕੋਈ ਚੱਕਰ ਨਹੀਂ ਹੈ, ਚਲਾ ਸਕਦੇ ਤੁਸੀਂ ਜਿੱਥੇ ਮਰਜ਼ੀ, ਕਿਉਂਕਿ ਮੇਰੇ ਪਹਿਲਾਂ ਵੀ ਮੈਂ ਸਾਰੇ ਇੱਥੇ ਜਿਹੜੇ ਹੈਗੇ ਜੋ ਪੰਜਾਬ ਰੇਡੀਓ ਹੈਗਾ ਜਾਂ ਦੂਜੇ ਵੀ ਰਾਜ ਰੇਡੀਓ ਹੁੰਦਾ ਸੀਗਾ ਆਪਣੇ ਲਿਸਟ ਵਾਲਿਆਂ ਦਾ। ਹਾਂਜੀ ਹਾਂਜੀ। ਸਾਰੇ ਮੇਰੀਆਂ ਸੀਡੀਆਂ ਵੀ ਸ਼ਬਦਾਂ ਦੀਆਂ ਸੀਡੀਆਂ ਵੀ ਨਾ ਸਾਰੇ ਕੋਲੇ ਹੁੰਦੀਆਂ ਸੀਗੀਆਂ। ਜੀ ਜੀ। ਮੈਨੂੰ ਪਤਾ ਨਹੀਂ ਕਾਫੀ ਦੇਰ ਹੋ ਗਈ। ਹਾਂ ਹਾਂ। ਤੇ ਮਤਲਬ ਤੁਸੀਂ ਚਲਾ ਸਕਦੇ, ਮੇਰੇ ਵੱਲੋਂ ਕੋਈ ਅਨਾਕਾਨੀ ਨਹੀਂ ਹੈ ਜੀ। ਇਹ ਤਾਂ ਜਿੰਨਾ ਵੀ ਆਪਾਂ ਵੱਧ ਚੜ ਕੇ ਕਰ ਸਕਦੇ ਹਾਂ ਉਹਨਾਂ ਸਗੋਂ ਲਾਹਾ ਹੀ ਆ ਜਿਹੜੀ ਆਵਾਜ਼ ਦੂਰ ਤੱਕ ਜਾ। ਹਾਂਜੀ ਨਹੀਂ ਨਹੀਂ, ਪੰਜਾਬੀਆਂ ਨੂੰ ਮੈਸੇਜ ਆ, ਬਹੁਤ ਵਧੀਆ ਮੈਸੇਜ ਹੈ ਇਹ 'ਚ। ਹਾਂਜੀ ਹਾਂਜੀ। ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਤੇ ਹੁਣ ਕਿਉਂਕਿ 1 ਵਜੇ ਦੀਆਂ ਖਬਰਾਂ ਦਾ ਵੀ ਟਾਈਮ ਹੋ ਜਾਣਾ, ਮੈਂ ਹਰਮੀਤ ਹੁਣਾਂ ਨਾਲ ਜਦ ਤੱਕ ਗੱਲ ਕਰਦਾ 1 ਮਿੰਟ ਰਹਿੰਦਾ। ਹਾਂ ਬਿਲਕੁਲ ਜੀ, ਆਪ ਜੀ ਦਾ ਬਹੁਤ ਬਹੁਤ ਸ਼ੁਕਰਾਨੇ, ਆਪ ਜੀ ਦਾ, ਸੋਤਾ ਸਾਹਿਬ ਤੇ ਆਪਣੇ ਹਰਮੀਤ ਵੀਰ ਜੀ ਦਾ ਤੇ ਬਾਕੀ ਸਾਰਿਆਂ ਦਾ ਸਰੋਤਿਆਂ ਦਾ ਧੰਨਵਾਦ ਜਿਨ੍ਹਾਂ ਨੇ ਤੁਸੀਂ ਆਪਦਾ ਸਮਾਂ ਕੱਢ ਕੇ ਸਮਾਂ ਦਿੱਤਾ ਮੈਨੂੰ ਰਿਲੀਜਨ ਕੀਤਾ। ਇਹਦੇ ਬਹੁਤ ਬਹੁਤ ਜ਼ਿਆਦਾ ਸ਼ੁਕਰਾਨੇ, ਧੰਨਵਾਦ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਜੀ ਹਰਮੀਤ ਜੀ, ਤੁਸੀਂ ਸੁਣੇ ਲਿਆ ਉਹਨਾਂ ਦਾ, ਉਹ ਕਹਿੰਦੇ ਕਿ ਤੁਸੀਂ ਗਾਣਾ ਜਿਹੜੇ ਆ ਉਹ ਗਾਣਾ ਉਹਨਾਂ ਦਾ ਉਹ ਚਲਾ ਸਕਦੇ ਦੂਸਰੇ ਚੈਨਲਾਂ ਤੇ ਵੀ। ਤੇ 1 ਮਿੰਟ ਸਾਡੇ ਕੋਲ 1/2 ਮਿੰਟ ਰਹਿੰਦਾ, ਤੁਸੀਂ ਗੱਲ ਕਰ ਸਕਦੇ। ਹਾਂਜੀ ਹਾਂਜੀ, ਆਪਾਂ ਜਿਹੜਾ ਐਪ ਤਿਆਰ ਕੀਤਾ ਨਾ ਜੀ, ਉਹਦੇ ਤੇ ਰਾਈਟ ਟੂ UMP ਦਾ ਜਿਹੜਾ ਆਪਾਂ ਇੱਕ ਸਵਿਚ ਬਣਾਇਆ ਵਾ। ਹਾਂਜੀ। ਉਹਦੇ ਤੇ ਜਾ ਕੇ ਆਪਾਂ ਕਰਨਾ, ਲੇਕਿਨ ਜੇ ਕਿਸੇ ਬਜ਼ੁਰਗ ਆਪਣੇ ਭੈਣ ਦਾ, ਭਰਾ ਦਾ ਜਾਂ ਕਿਸੇ ਦਾ ਬਜ਼ੁਰਗ ਦਾ ਈਮੇਲ ਨਹੀਂ ਹੈਗਾ ਤਾਂ ਉਹ ਆਪਣਾ ਪਰਿਵਾਰ ਦੇ ਕਿਸੇ ਵੀ ਮੈਂਬਰ ਦਾ ਈਮੇਲ ਯੂਜ਼ ਕਰਕੇ ਤੇ ਉਹ ਆਪਣੇ MP ਨੂੰ ਚਿੱਠੀ ਪਾ ਸਕਦਾ ਜੀ। ਜੀ ਬਿਲਕੁਲ ਠੀਕ। ਇੱਕ ਬਹੁਤ ਜ਼ਰੂਰੀ ਜਾਣਕਾਰੀ ਤੇ ਬੇਨਤੀ, ਤੁਸੀਂ ਐਪ ਸਟੋਰ ਜਾਂ ਗੂਗਲ ਪਲੇ ਸਟੋਰ ਵਿੱਚ PUNJAB ਪੰਜਾਬੀ ਜਾਂ PANJAB ਪੰਜਾਬੀ LAB ਲੈਬ ਸਰਚ ਕਰਕੇ ਐਪ ਡਾਊਨਲੋਡ ਕਰੋ। ਇੱਥੇ ਤੁਸੀਂ ਈਮੇਲ ਦੇਖੋਗੇ ਜਿਸ ਵਿੱਚ ਜਲਿਆਂਵਾਲੇ ਬਾਗ ਤੇ ਹੋਰ ਪੰਜਾਬੀ ਤੇ ਭਾਰਤੀ ਲੋਕਾਂ ਦਾ ਜੋ ਉਸ ਸਮੇਂ ਕਤਲੋਗਰਤ ਕੀਤਾ ਗਿਆ ਉਸ ਲਈ ਬ੍ਰਿਟਿਸ਼ ਸੰਸਦ ਨੂੰ ਰਸਮੀ ਮਾਫੀ ਮੰਗਣ ਲਈ ਕਿਹਾ ਹੈ। ਇਸ ਈਮੇਲ ਤੇ ਤੁਸੀਂ ਸਿਰਫ ਕਲਿੱਕ ਕਰਕੇ ਆਪਣੇ ਇਲਾਕੇ ਦੇ MP ਨੂੰ ਭੇਜਣਾ ਹੈ। ਇਸ ਦਾ ਇੱਕ ਨੋਟੀਫਿਕੇਸ਼ਨ ਪੰਜਾਬੀ ਲੈਂਗੁਏਜ ਅਵੇਅਰਨੈਸ ਬੋਰਡ UK ਨੂੰ ਵੀ ਮਿਲੇਗਾ। ਤੁਸੀਂ ਇਸ ਈਮੇਲ ਨੂੰ ਆਪਣੇ ਮੁਤਾਬਕ ਵੀ ਐਡਿਟ ਕਰ ਸਕਦੇ ਹੋ। ਧੰਨਵਾਦ ਜੀ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਜੀ ਨੂੰ ਜੀ ਆਇਆਂ ਕਹਿੰਦੇ ਹਾਂ ਤੇ ਸਾਡੇ ਨਾਲ ਲਾਈਨ ਤੇ ਹਰਮੀਤ ਜੀ ਤੇ ਦੂਸਰੇ ਪਾਸੇ ਲਾਈਨ ਤੇ ਹਨ ਕੇਵਲ ਸਿੰਘ ਜੀ ਜਗਪਾਲ। ਤੇ ਪਹਿਲਾਂ ਗੱਲਬਾਤ ਕਰਦੇ ਹਾਂ ਹਰਮੀਤ ਸਿੰਘ ਨਾਲ, ਦੇਖਦੇ ਹਾਂ ਉਹਨਾਂ ਦੇ ਵਿਚਾਰ ਕੀ ਹਨ ਤੇ ਕੀ ਉਹ ਕਹਿਣਾ ਚਾਹੁੰਦੇ ਆ। ਹੈਲੋ 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 ਹਰਮੀਤ ਜੀ। ਹਾਂਜੀ ਸੁਣਾਓ ਕਿਦਾਂ ਤੁਸੀਂ ਏਅਰ ਤੇ? ਹਾਂਜੀ ਜੀ ਜੀ। ਸਰਦਾਰ ਜਗਪਾਲ ਸਿੰਘ ਹੁਣਾਂ ਨੂੰ ਲਓ ਤੁਸੀਂ, ਆਪਣੇ ਕੋਲ ਸਮਾਂ ਬਹੁਤ ਘੱਟ ਹੈ। ਹਾਂਜੀ ਤਾਂ ਮੈਂ ਉਹਨਾਂ ਨੂੰ ਠੀਕ ਹੈ 5 ਮਿੰਟ ਦੇਣੇ ਆ ਤੇ ਗੱਲਬਾਤ ਕਰ ਲੈਣੇ ਫਿਰ ਉਹਨਾਂ ਨਾਲ ਪਹਿਲਾਂ। ਹਾਂਜੀ ਠੀਕ ਹੈ ਜੀ। ਹਾਂਜੀ 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 ਸੁਣਾਓ ਕਿੱਦਾਂ ਜੀ? ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਮੈਂ ਕਿਹਾ ਭਕਨਾ ਸਾਹਿਬ ਨੂੰ ਮੈਂ ਦੱਸ ਦਿੰਦਾ, ਦੇਖੋ ਜੀ ਆਉਂਦੇ ਆ ਜਦੋਂ ਵੀ ਪ੍ਰੋਗਰਾਮ ਇੱਥੇ ਲੀਡ ਆਪਣੇ ਕੀ ਕਹਿੰਦੇ ਹੁੰਦੇ ਆ ਆਪਣੇ ਏਡ ਤੇ ਕਰਦੇ ਨੇ, ਬੜਾ ਚੰਗਾ ਲੱਗਦਾ। ਤਾਂ ਜਿਹੜੀ ਆਪਣੇ ਮੇਰੇ ਖਿਆਲ ਨੁਜ਼ਰਤ ਅਬਾਸ ਜੀ ਨੇ ਜਿਹੜਾ ਭੈਣ ਨੇ ਕੀਤਾ ਸੀ ਜਿਹੜੇ ਬੋਲੇ ਨੇ, ਹਾਂਜੀ ਹਾਂਜੀ, ਉਹਨਾਂ ਦਾ ਮੈਸੇਜ ਮੈਨੂੰ ਪਹਿਲਾਂ ਵੀ ਪਹੁੰਚ ਗਿਆ ਆਪਣੇ ਇੱਕ ਇੱਥੇ ਮੁੰਡਾ ਫਤਿਹ ਜੀ, ਫਤਿਹ ਰਾਈ ਜੀ। ਤਾਂ ਅਸੀਂ ਐਡੀ ਦੂਰ ਤਾਂ ਨਹੀਂ ਜਾ ਸਕਦੇ ਪਰ ਬਹੁਤ ਕੁਛ ਬਹੁਤ ਸੋਹਣਾ ਕਹਿ ਗਏ ਨੇ। ਨਹੀਂ ਕਹਿੰਦੇ ਵੀ ਤਾਂ ਹਿੰਮਤ ਉਹਨਾਂ ਦੀ ਦੇਖੋ, ਤੁਸੀਂ ਇੱਥੇ ਆ ਕੇ ਵੀ ਪੰਜਾਬੀ ਨੂੰ ਪ੍ਰਮੋਟ ਕਰ ਰਹੇ ਆ। ਬਿਲਕੁਲ। ਬਾਕੀ ਮੈਂ ਉਹਨਾਂ ਨੂੰ ਇੱਕ ਸਾਰਿਆਂ ਨੂੰ ਸੁਨੇਹਾ ਦੇਣਾ ਚਾਹੁੰਦਾ, ਜਿਹੜੀ ਅੰਗਰੇਜ਼ੀ ਆ ਉਹ ਕੱਲੀ ਸ਼ੇਕਸਪੀਅਰ ਨਹੀਂ, ਸਾਇੰਸ ਵੀ ਆ, ਇੰਜੀਨੀਅਰਿੰਗ ਵੀ ਆ, ਮੈਥਸ ਵੀ ਆ, ਰਾਈਟ। ਤਾਂ ਗੱਲ ਇਹ ਆ ਵੀ ਜੇ ਪੰਜਾਬੀ ਪੜ੍ਹਾਈ ਜਾਵੇ ਬਹੁਤ ਚੀਜ਼, ਉਹਦੀ ਨੌਕਰੀ ਕੋਈ ਨਹੀਂ, ਉਹਦੇ ਵਿੱਚ ਸਾਇੰਸ ਵੀ ਪੜ੍ਹਾਈ ਜਾਣੀ, ਮੈਡੀਸਨ ਵੀ ਪੜ੍ਹਾਈ ਜਾਣੀ, ਤਾਂ ਉਹਦਾ ਫਾਇਦਾ ਕੀ? ਹੁਣ ਚੀਨ ਤਾਂ ਜਾਪਾਨ ਨੇ ਆਪਣੀ ਜ਼ਬਾਨ ਵਿੱਚ ਸਾਰੀ ਸਾਇੰਸ ਟੈਕਨੋਲੋਜੀ ਕਰਕੇ ਦੇਖੋ ਚੀਨ ਕਿੱਥੇ ਪਹੁੰਚ ਗਿਆ, ਮਾਰਸ ਤੱਕ ਪਹੁੰਚ ਗਿਆ। ਆਪਣੀ ਬੋਲੀ ਵਿੱਚ ਸਾਇੰਸ ਪੜ੍ਹਾਉਣੀ, ਇੰਜੀਨੀਅਰ ਪੜ੍ਹਾਉਣੀ। ਅਸੀਂ ਤਾਂ ਫਿਰ ਵੀ ਅੰਗਰੇਜ਼ੀ ਦੇ ਗੁਲਾਮ ਰਹਿ ਗਏ ਆਪਣੇ ਭਾਰਤ।
ਤਾਂ ਇੱਧਰੋਂ ਪਾਕਿਸਤਾਨ 'ਚ ਉਰਦੂ ਤਾਂ ਚਲੋ ਉਹ ਵੀ ਅੰਗਰੇਜ਼ੀ ਸਭ ਕੁਛ ਹੁੰਦਾ ਤਾਂ ਜਿਹੜੀ ਉਰਦੂ ਜ਼ਬਾਨ ਹੈ ਉਹ 7.5% ਦੀ ਮਾਂ ਬੋਲੀ ਹੈ ਪਾਕਿਸਤਾਨ 'ਚ ਤਾਂ 54% ਦੀ ਬੋਲੀ ਪੰਜਾਬੀ ਹੈ ਪਾਕਿਸਤਾਨ 'ਚ। ਓਕੇ ਹਾਂਜੀ ਤਾਂ ਇਸ ਕਰਕੇ ਨਾ ਮੈਂ ਕਹਿੰਦਾ ਜੀ ਠੀਕ ਹੈ ਸਾਡੀ ਪੰਜਾਬੀ ਅਦਭੁਤੀ ਹੈ, ਉਹਦੇ 'ਚ ਬੁੱਲੇ ਸ਼ਾਹ ਵੀ ਹੈ, ਵਾਰਿਸ ਸ਼ਾਹ ਵੀ ਹੈ, ਗੁਰੂ ਨਾਨਕ ਵੀ ਹੈ, ਸ਼ੇਖ ਫਰੀਦ ਵੀ ਹੈ, ਪਰ ਇਹ ਆਪੇ ਅਸੀਂ ਇਸ ਤੋਂ ਕੀ ਸੀਮਤ ਹਾਂ ਜੀ। ਤਾਂ ਹਾਂਜੀ ਅੱਗੇ ਤਰੱਕੀ ਕਿਸ ਤਰ੍ਹਾਂ ਹੋਣੀ ਹੈ ਜਦ ਤੱਕ ਇਹਦੇ ਵਿੱਚ ਤੁਹਾਨੂੰ ਨੌਕਰੀ ਨਹੀਂ ਮਿਲਣੀ ਹੈ ਪੰਜਾਬੀ 'ਚ, ਜਦ ਤੱਕ ਤੁਸੀਂ ਪੰਜਾਬੀ 'ਚ ਡਾਕਟਰੀ ਕਰਨੀ, ਪੰਜਾਬੀ 'ਚ ਇੰਜੀਨੀਅਰਿੰਗ ਨਹੀਂ ਕਰਨੀ, ਉਦੋਂ ਤੱਕ ਡਾਕਟਰੀ ਜਾਂ ਜੇ ਕਚਹਿਰੀ ਜ਼ਬਾਨ ਹੀ ਆਪਣੀ ਮੇਰੇ ਖਿਆਲ ਇੰਗਲਿਸ਼ ਹੈ, ਆਪਣੇ ਤੁਹਾਨੂੰ ਪਤਾ ਹੀ ਹੈ ਹਾਈ ਕੋਰਟ ਦੀ ਵੀ ਹੈ, ਪਾਕਿਸਤਾਨ 'ਚ ਵੀ ਇਸ ਤਰ੍ਹਾਂ ਹੀ ਹੈ। ਹਾਂਜੀ ਤਾਂ ਹੁਣ ਹੋਰ ਮਸਲਾ ਇੱਕ ਕਰਨਾ ਮੈਂ ਹੁਣ ਪਾਕਿਸਤਾਨ ਦੀ ਮਾੜੀ ਗੱਲ ਦੱਸਦਾ, ਇੱਥੇ ਪਾਕਿਸਤਾਨ 'ਚ ਪੰਜਾਬੀ ਨਹੀਂ ਪੜ੍ਹਾਈ ਜਾਂਦੀ, ਜਿਹਨੂੰ ਕਹਿੰਦੇ ਸ਼ਾਮਖ ਕਹਿੰਦੇ ਆ। ਸਿੰਧ ਵਿੱਚ ਸਿੰਧੀ ਪੜ੍ਹਾਈ ਜਾਂਦੀ ਹੈ ਸਕੂਲਾਂ ਵਿੱਚ, ਸਿੰਧੀ ਦਫ਼ਤਰਾਂ 'ਚ ਬੋਲੀ ਜਾਂਦੀ ਹੈ, ਕੋਰਟ ਦੀ ਜ਼ਬਾਨ ਸਿੰਧੀ ਹੈ ਜੀ, ਇਹ ਵੇਖ ਲਓ। ਤਾਂ ਮਤਲਬ ਪੰਜਾਬੀ ਨੂੰ ਕਿਹੜਾ ਸੱਪ ਸੁੰਘ ਗਿਆ ਕਿ ਉੱਥੇ ਨਹੀਂ ਪੜ੍ਹਾਈ ਜਾਣੀ ਚਾਹੀਦੀ, ਉੱਥੇ ਕਚਹਿਰੀ ਦੀ ਜ਼ਬਾਨ ਕਿਉਂ ਨਾ ਹੋਏ। ਹਾਂਜੀ ਤਾਂ ਇਹ ਮਤਲਬ ਮੈਂ ਕਿਸੇ ਨੂੰ ਤਾਨਾ ਨਹੀਂ ਦਿੰਦਾ ਕਿ ਨਾ ਸਿਆਸਤ ਹੈ ਸਾਡੀ ਤਾਨਾ ਹੈਗਾ ਵੀ ਅਜੇ ਏਦਾਂ ਨਹੀਂ ਤਾਨਾ ਤੁਸੀਂ ਕਿਉਂ ਨਹੀਂ ਦਿੰਦੇ। ਗੱਲ ਇਹ ਉੱਥੇ ਦੇ ਜਿਹੜੇ ਲੀਡਰ ਆ ਉਹ ਜਿਹੜੇ ਪੰਜਾਬ 'ਚ ਰਹਿਣ ਵਾਲੇ ਲੀਡਰ ਆ ਉਹ ਨਹੀਂ ਇਸ ਵੇਲੇ ਪ੍ਰਮੋਟ ਕਰ ਰਹੇ। ਹਾਂਜੀ ਇਸ ਕਿਉਂਕਿ ਮਾਂ ਬੋਲੀ ਦੇਖੋ, ਮਾਂ ਬੋਲੀ ਦਾ ਹਰ ਇੱਕ ਮੁਲਕ ਮਾਂ ਬੋਲੀ ਜਾਂਦੀ ਹੈ। ਹਾਂਜੀ ਤਾਂ ਜਾਂ ਪੜ੍ਹਾਈ ਜਾਂਦੀ ਲਿਖਾਈ ਜਾਂਦੀ ਹੈ ਤਾਂ ਇਹ ਮੈਂ ਹੁਣ ਪਾਕਿਸਤਾਨ ਹੁਣ ਇੰਡੀਆ ਦੇ ਵਿੱਚ ਵੀ ਇਹੀਓ ਗੱਲ, ਭਾਰਤੀ ਪੰਜਾਬ ਵਿੱਚ ਇਹੀਓ ਗੱਲ ਹੈ, ਆਪਣੇ ਅੰਗਰੇਜ਼ੀ ਸਕੂਲ ਬਣ ਗਏ ਨੇ। ਹਾਂਜੀ ਤਾਂ ਬਾਕੀ ਹੋਰ ਮੈਂ ਇੱਕ ਹੋਰ ਵੀ ਕਹਿੰਦੇ ਸੀ ਅਸੀਂ ਕਵੀ ਦਰਬਾਰ ਕਰਦੇ, ਕਵੀ ਦਰਬਾਰ ਤੁਸੀਂ ਕਰਦੇ ਹੋ, ਕਵੀ ਜਿਹੜੀ ਨਜ਼ਮਾਂ ਪੜ੍ਹਨ ਵਾਲੇ ਨਜ਼ਮਾਂ ਲਿਖੀਆਂ ਜਾਂਦੀਆਂ, ਪਰ ਉਹ ਸਾਡੇ ਨਾਲ ਹੀ ਮੁੱਕ ਜਾਣੇ ਜੇ ਸਾਨੂੰ ਆਪਣੀ ਮਾਂ ਬੋਲੀ ਨਹੀਂ ਪੜ੍ਹਾਈ ਗਈ। ਹਾਂਜੀ ਤਾਂ ਜਿਹੜੇ ਪੰਜਾਬੀ ਅਖਬਾਰ ਨੇ ਇੱਥੇ ਗੁਰਮੁਖੀ ਦੇ ਅਖਬਾਰ ਦੋ ਚਾਰ ਹੈ ਨੇ, ਉਹ ਵੀ ਖਤਮ ਹੋਏ ਜੇ ਜਦ ਤੱਕ ਬਜ਼ੁਰਗ ਜੀਂਦੇ ਆ ਉਹ ਤੇ ਚੱਲਦੇ ਆ, ਬਾਅਦ ਬੱਚਿਆਂ ਨੇ ਪੜ੍ਹਨੀ ਕੋਈ ਨਹੀਂ ਜੀ। ਹਾਂਜੀ ਤਾਂ ਇਸ ਕਰਕੇ ਨਾ ਮੈਂ ਇਹੋ ਕਹਿੰਦਾ ਵੀ ਜਿਹੜੀ ਮਾਂ ਬੋਲੀ ਹੈ ਸਿਰਫ ਇਹੋ ਅਦਬ ਤਾਂ ਬਾਰਿਸ਼ਾਤ ਨਹੀਂ ਰਹਿਣੀ ਚਾਹੀਦੀ, ਗਾਂ ਨੂੰ ਤਰੱਕੀ ਵੀ ਚਾਹੀਦੀ ਹੈ ਇਸ ਤੇ ਜੀ। ਹਾਂਜੀ ਤਰੱਕੀ ਹੁਣ ਜਿੱਦਾਂ ਵੀ ਇਹ ਹਿੰਮਤ ਕਰ ਰਿਹਾ, ਜੇ ਸਾਰੇ ਕਰਨ ਤਾਂ ਫਿਰ ਆਪਣੀ ਤਰੱਕੀ ਹੋ ਜਾਊਗੀ। ਹੁਣ ਆਪਣੇ ਆਪ ਤਾਂ ਹੋ ਰਹੀ, ਪਰ ਠੀਕ ਹੈ ਤੁਸੀਂ ਵੀ ਬਹੁਤ ਪ੍ਰਮੋਟ ਕਰਦੇ ਮੈਨੂੰ ਪਤਾ, ਪਰ ਹਰ ਇੱਕ ਬੰਦਾ ਏਦਾਂ ਹੀ ਸੋਚੇ ਤਾਂ ਤਰੱਕੀ ਤਾਂ ਹੋਊਗੀ। ਅਸੀਂ ਵੀ ਛੋਟੀ ਜਿਹੀ ਆਪਣੀ ਕੀ ਕਹਿੰਦੇ ਹੁੰਦੇ ਆ ਨੈਟਵਰਕ ਤੇ ਚੈਨਲ ਖੋਲ੍ਹੇ, ਪੰਜਾਬੀ ਵਿਰਸਾ ਚੈਨਲ, ਅਸੀਂ 20 ਤਰੀਕ ਨੂੰ ਮਨਾ ਰਹੇ ਹਾਂ ਕਿਉਂਕਿ 21 ਨੂੰ ਸੋਮਵਾਰ ਅਸੀਂ 20 ਤਰੀਕ ਮਨਾ ਰਹੇ ਹਾਂ, ਜਿਹੜਾ ਇੰਟਰਨੈਸ਼ਨਲ ਮਦਰ ਟੰਗ ਡੇ ਆ, ਜਿਹਨੂੰ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਕਹਿੰਦੇ, ਉਹ ਮਨਾ ਰਹੇ ਸਾਨੂੰ ਚੌਥਾ ਸਾਲ ਮਨਾਉਂਦੇ ਨੇ ਜੀ। ਥੈਂਕ ਯੂ ਵੈਰੀ ਮਚ ਜੀ। ਹੁਣ ਰਮੇਸ਼ ਤੋਂ ਉਹਨਾਂ ਨਾਲ ਗੱਲ ਕਰਦੇ ਜੇ ਉਹ ਆਪ ਜੀ ਨਾਲ ਦੇਖਦੇ ਕੀ ਹਰਮੀਤ ਕੀ ਕਹਿੰਦੇ। ਹਾਂਜੀ ਹੈਲੋ ਹਰਮੀਤ ਜੀ। ਹਾਂਜੀ ਵੀਰ ਜੀ, ਇਹ ਸਰਦਾਰ ਜਗਪਾਲ ਸਿੰਘ ਹੋਣੀ ਤੇ ਇਹਨਾਂ ਦੇ ਕੇਵਲ ਸਿੰਘ ਜੀ, ਇਹਨਾਂ ਦਾ ਕੇਵਲ ਸਿੰਘ ਨਾਂ ਹੈ, ਜਗਪਾਲ ਸਿੰਘ। ਹਾਂਜੀ ਜਗਪਾਲ ਹਾਂਜੀ ਤੇ ਇਹਨਾਂ ਦੀ ਧਰਮ ਪਤਨੀ ਜਿਹੜੇ ਇਹਨਾਂ ਦੇ ਕਾਫੀ ਲੰਮੇ ਸਮੇਂ ਤੋਂ ਇਹ ਪੰਜਾਬੀ ਬੋਲੀ ਨੂੰ ਪ੍ਰਮੋਟ ਕਰਨ ਵਾਸਤੇ ਬਹੁਤ ਜ਼ਿਆਦਾ ਯਤਨ ਕਰ ਰਹੇ ਆ ਜੀ। ਤੇ ਆਪਾਂ ਹੁਣ ਬਾਕੀ ਬੁਲਾਰੇ ਜਿਹੜੇ ਉਹਨਾਂ ਦੇ ਮੈਸੇਜ ਮੈਨੂੰ ਆ ਰਹੇ ਆ ਤੇ ਤੁਸੀਂ ਮਿਹਰਬਾਨੀ ਕਰੋ ਤੇ ਆਪਾਂ ਦੂਸਰਿਆਂ ਨੂੰ ਵੀ ਟਾਈਮ ਦੇਣਾ ਜੀ। ਠੀਕ ਹੈ ਜੀ। ਹਾਂਜੀ ਠੀਕ ਹੈ। ਹਾਂਜੀ ਨਰਿੰਦਰਪਾਲ ਸਿੰਘ ਹੋਣੀ ਵੀ ਵੇਟ ਕਰ ਰਹੇ ਜੀ। ਹਾਂਜੀ ਨਰਿੰਦਰਪਾਲ ਸਿੰਘ ਹੋਣੀ ਲੁਧਿਆਣੇ ਤੋਂ। ਹਾਂਜੀ ਲੁਧਿਆਣੇ ਤੋਂ ਮੈਂ ਕਰ ਰਿਹਾ, ਉਹਨਾਂ ਨੂੰ ਕਾਲ ਕਰਦਾ ਹੁਣੇ ਤੇ ਤੁਸੀਂ ਕੋਈ ਗੱਲਬਾਤ ਕਰਨੀ। ਵੇਟ ਕਰ ਰਹੇ ਨੇ ਜੀ, ਉਹਨਾਂ ਦੇ ਮੈਸੇਜ ਆ ਰਹੇ ਮੈਨੂੰ ਸਾਰਿਆਂ ਦੇ। ਹਾਂ ਚਲੋ ਠੀਕ ਹੈ, ਕਿਉਂਕਿ ਫਿਰ ਮੈਨੂੰ ਕੇਵਲ ਉਹਨਾਂ ਨੂੰ ਹੁਣ ਮੈਂ ਕੱਟਦਾ ਤੇ ਗੱਲਬਾਤ ਕਰਦੇ ਉਹਨਾਂ ਦੇ ਨਾਲ। ਨਾ ਹੀ ਲਿਆ ਕਰੋ ਨਾ, ਸਿੱਧਾ ਉਹਨਾਂ ਨੂੰ ਬੁਲਾਈ ਜਾਓ ਤੇ ਆਪਾਂ ਸਾਰਿਆਂ ਨੂੰ ਟਾਈਮ ਦੇਣਾ। ਹਾਂਜੀ ਮੈਂ ਅਖੀਰ ਚ ਬੋਲੂੰਗਾ ਇੱਕ ਅੱਧਾ ਮਿੰਟ। ਆਲਰਾਈਟ ਠੀਕ ਹੈ। ਤੇ ਮੈਂ ਕਰਨਾ ਜਾਨੂੰ ਤੁਸੀਂ ਕੋਈ ਪੰਜਾਬੀ ਬਾਰੇ ਦੱਸੋ ਤੇ ਮੈਂ ਜਾਨੂੰ ਡਾਇਲ ਕਰਨਾ, ਕਿਉਂਕਿ ਅੱਜ ਮੈਂ ਸਟੂਡੀਓ ਚ ਤੁਹਾਨੂੰ ਦੱਸਿਆ ਪਿਆ ਮੈਂ ਇਕੱਲਾ ਹੀ ਹਾਂ। ਕੋਈ ਗੱਲ ਨਹੀਂ, ਮੈਂ ਨਾਲ ਹਾਂ ਤੁਹਾਡੇ। ਹਾਂਜੀ ਅੱਛਾ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਵਾਂ ਕਿ ਜਿਸ ਤਰ੍ਹਾਂ ਪੋਲੀਟੀਕਲ ਪਾਰਟੀਆਂ ਇੱਥੇ ਡੋਰ ਨੌਕਿੰਗ ਕਰਦੀਆਂ ਜੀ, ਉਹ ਦੋ ਤਰੀਕੇ ਨਾਲ ਡੋਰ ਨੌਕਿੰਗ ਕਰਦੀਆਂ ਵਾ। ਇੱਕ ਤੇ ਡੋਰ ਨੌਕਿੰਗ ਹੁੰਦੀ ਹੈ ਫਿਜ਼ੀਕਲ ਤੇ ਦੂਸਰੀ ਹੁੰਦੀ ਹੈ ਡਿਜੀਟਲ। ਇਸੇ ਤਰ੍ਹਾਂ ਆਪਾਂ ਵੀ ਡੋਰ ਨੌਕਿੰਗ ਕਰਨ ਵਾਲੇ ਜਿਹੜੇ ਉਹਨਾਂ ਦੇ ਸਟਾਫ ਹੁੰਦਾ ਉਹ ਦਫ਼ਤਰ ਦਾ ਸਟਾਫ ਹੀ ਹੁੰਦਾ ਵਾ, ਤੇ ਉਹ ਦਫ਼ਤਰ ਦੇ ਸਟਾਫ ਨੂੰ ਉਹ ਤਨਖਾਹ ਦਿੰਦੇ ਆ ਹਰ ਮਹੀਨੇ। ਹੁਣ ਆਪਾਂ ਰੇਡੀਓ ਤੋਂ ਪ੍ਰਚਾਰ ਤਾਂ ਕਰ ਰਹੇ ਹਾਂ, ਸਾਰੇ ਰੇਡੀਓ ਤੋਂ ਜਾਂ ਹੋਰ ਪੰਜਾਬੀ ਮੀਡੀਆ ਤੋਂ, ਲੇਕਿਨ ਆਪਾਂ ਡੋਰ ਨੌਕਿੰਗ ਦੀ ਕਮੀ ਹੈ ਆਪਣੇ ਕੋਲ। ਡੋਰ ਨੌਕਿੰਗ ਦਾ ਮਤਲਬ ਇਹ ਆ ਕਿ ਆਪਾਂ ਟੈਲੀਫੋਨ ਰਾਹੀਂ ਜਿਹੜੇ ਆਪਣੇ ਬਾਕੀ ਭੈਣ ਭਰਾ ਵਾ ਉਹਨਾਂ ਨੂੰ ਦੱਸ ਨਹੀਂ ਰਹੇ, ਤੇ ਉਹ ਮੈਂ ਇੱਕ ਤਰੀਕਾ ਸੋਚਿਆ ਵਾ ਜੀ ਕਿ ਉਦਾਂ ਉਹਨਾਂ ਚਿਰ ਜਿਹੜਾ ਵਾ ਆਪਾਂ ਸਾਈਨ ਜਿਹੜੇ ਆ ਜਾਂ ਚਿੱਠੀਆਂ ਜਿਹੜੀਆਂ ਪਵਾਉਣੀਆਂ ਵਾ ਐਮਪੀਆਂ ਨੂੰ, ਉਹ ਵੱਡੀ ਪੱਧਰ ਤੇ ਨਹੀਂ ਪਵਾ ਸਕਦੇ ਜਿੰਨਾ ਚਿਰ ਤੱਕ ਆਪਾਂ ਕੋਈ ਇਹੋ ਜਿਹਾ ਪ੍ਰੋਪਰ ਸਿਸਟਮ ਨਹੀਂ ਬਣਾਵਾਂਗੇ ਕਿ ਆਹ ਟੀਮਾਂ ਜਿਹੜੀਆਂ ਵਾ ਯੂਕੇ ਦੇ ਵਿੱਚ 5-7 ਟੀਮਾਂ ਜਿਹੜੀਆਂ ਵਾ ਉਹ ਕੰਮ ਕਰ ਰਹੀਆਂ ਹੋਣ ਤੇ ਲੋਕਾਂ ਨੂੰ ਉਹ ਫੋਨ ਕਰ ਰਹੀਆਂ ਹੋਣ ਤੇ
ਸਮਝਾ ਰਹੀਆਂ ਹੋਣ ਕਿ ਏਦਾਂ ਤੁਸੀਂ ਐਪ ਤੇ ਜਾਓ ਤੇ ਏਦਾਂ ਈਮੇਲ ਪਾਓ, ਉਹਦੇ ਵਾਸਤੇ ਮੈਂ ਇੱਕ ਈਮੇਲ ਕਰਨ ਦੇ, ਜਿਸ ਤਰ੍ਹਾਂ ਪੋਲੀਟੀਕਲ ਪਾਰਟੀਆਂ ਪੇ ਕਰਦੀਆਂ ਵਾ, ਇਸੇ ਤਰ੍ਹਾਂ ਮੈਂ ਵੀ ਪੇ ਕਰਨ ਵਾਸਤੇ ਤਿਆਰ ਹਾਂ। ਜੇ ਕੋਈ ਹੋਵੇ ਤਾਂ ਮੈਨੂੰ ਪਲੀਜ਼ ਕੰਟੈਕਟ ਕਰੇ, ਮੈਂ 5 ਪਾਉਂਡ ਇੱਕ ਈਮੇਲ ਦੇ ਦੇ ਦੂੰਗਾ ਜੀ। ਤੇ ਮਤਲਬ ਇਹ ਹੈ ਕਿ ਆਪਾਂ ਜਿਹੜਾ ਵਾ ਇਹ ਮੋਰਚਾ ਫਤਿਹ ਕਰਨਾ ਵਾ, ਉਹਦੇ ਵਾਸਤੇ ਆਪਾਂ ਨੂੰ ਭਾਵੇਂ ਜਿੰਨੇ ਮਰਜ਼ੀ ਜਿਹੜੀ ਜਦੋਜਹਿਦ ਕਰਨੀ ਪਵੇ, ਤੇ ਵੈਸੇ ਸਹਿਯੋਗ ਜਿਹੜਾ ਵਾ ਮੈਨੂੰ ਜਾਂ ਆਪਾਂ ਸਾਰਿਆਂ ਨੂੰ ਜਿਹੜਾ ਵਾ ਉਹ ਮਿਲ ਰਿਹਾ ਵਾ, ਪੰਜਾਬੀ ਮੀਡੀਆ ਦਾ ਮਿਲ ਹੀ ਰਿਹਾ ਵਾ। ਉਹਦੇ ਨਾਲ ਜਿਹੜੀਆਂ ਪੰਜਾਬੀ ਆਰਗੇਨਾਈਜੇਸ਼ਨਾਂ ਵਾ, ਜਿਸ ਤਰ੍ਹਾਂ ਆਕਸਫੋਰਡ ਹੋਏ ਤੇ ਕੇਵਲ ਸਿੰਘ ਜਗਪਾਲ ਜਾਂ ਹੋਰ ਜਿੰਨੇ ਵੀ ਆ ਭੈਣ ਭਰਾ, ਸਾਰਿਆਂ ਦਾ ਜਿਹੜਾ ਆਪਾਂ ਨੂੰ ਸਹਿਯੋਗ ਜਿਹੜਾ ਵਾ ਬੜੇ ਵੱਡੀ ਪੱਧਰ ਤੇ ਮਿਲ ਰਿਹਾ ਵਾ। ਈਵਨ ਪਾਕਿਸਤਾਨ ਤੋਂ ਜਿਹੜੇ ਮੇਰੇ ਯਾਰ ਦੋਸਤ ਆ, ਭੈਣ ਭਰਾ ਵਾ, ਉਹ ਟੈਲੀਫੋਨ ਕਰ ਰਹੇ ਇੱਥੇ ਆਪਣੇ ਰਿਸ਼ਤੇਦਾਰਾਂ ਨੂੰ, ਜਿਹੜੇ ਯੂਕੇ ਦੇ ਵਿੱਚ ਰਹਿੰਦੇ ਆ, ਵੀ ਤੁਸੀਂ ਆਹ ਜਿਹੜਾ ਐਪ ਡਾਊਨਲੋਡ ਕਰੋ ਕਿਉਂਕਿ ਇੱਕ ਅੱਧਾ ਮਿੰਟ ਹੀ ਲੱਗਦਾ ਵਾ ਜੀ, ਉਹਦੇ ਵਿੱਚ ਕੋਈ ਬਹੁਤਾ ਸਮਾਂ ਲੱਗਦਾ ਨਹੀਂ ਆ ਤੇ ਕੋਈ ਮਿਹਨਤ ਵੀ ਨਹੀਂ ਹੈ, ਕਿਉਂਕਿ ਈਮੇਲ ਜਿਹੜੀ ਉਹ ਪਹਿਲਾਂ ਹੀ ਲਿਖ ਕੇ ਵਿੱਚ ਪਾਈ ਆ। ਇਸ ਕਰਕੇ ਬੜਾ ਸੌਖਾ ਵਾ। ਤੇ ਆਪਾਂ ਨੂੰ ਕੋਈ ਬੱਸਾਂ ਜਿਹੜੀਆਂ ਉਹ ਕੋਚਾਂ ਬੁੱਕ ਨਹੀਂ ਕਰਨੀਆਂ, ਆਪਾਂ ਕੋਈ ਵੀ ਆਪਾਂ ਡੈਮੋਸਟ੍ਰੇਸ਼ਨ ਨਹੀਂ ਕਰਨਾ, ਕੋਈ ਨਹੀਂ ਘੇਰਨੀ, ਕੁਛ ਵੀ ਨਹੀਂ ਕਰਨਾ। ਇੱਕ ਬੜਾ ਵਧੀਆ ਜਿਹੜਾ ਵਾ ਇਹ ਆਪਣੇ ਕੋਲ ਇੱਕ ਮੌਕਾ ਵਾ ਇਸ ਵੇਲੇ। ਜਿਹੜੀ ਯੂਕੇ ਸਰਕਾਰ ਹੈ ਜੀ, ਉਹ ਖੁਦ ਚਾਹੁੰਦੀ ਆ ਕਿ ਪੰਜਾਬੀਆਂ ਨੂੰ ਜਿਹੜਾ ਵਾ ਮਾਣ ਸਨਮਾਨ ਦਿੱਤਾ ਜਾਵੇ, ਕਿਉਂਕਿ ਉਹਨਾਂ ਨੂੰ ਪਤਾ ਵਾ ਕਿ ਪੰਜਾਬੀਆਂ ਨੇ World War I 'ਚ, World War II 'ਚ ਤੇ ਹੋਰ ਸਾਰਾਗੜੀ ਜਾਂ ਹੋਰ ਲੜਾਈਆਂ ਦੇ ਵਿੱਚ ਜਿਹੜਾ ਵਾ ਉਹ ਆਪਣੀਆਂ ਜਾਨਾਂ ਦਿੱਤੀਆਂ ਵਾ ਯੂਕੇ ਵਾਸਤੇ। ਇਸ ਕਰਕੇ ਯੂਕੇ ਸਰਕਾਰ ਨੂੰ ਇਹ ਪਤਾ ਵਾ ਕਿ 1947 'ਚ ਵੀ ਇਹਨਾਂ ਨੂੰ ਕੁੱਟ ਪਈ ਆ ਤੇ ਇਹਨਾਂ ਦਾ ਬੜਾ ਵੱਡਾ ਨੁਕਸਾਨ ਹੋਇਆ। ਹੁਣ ਪੰਜਾਬੀ ਬੋਲਣ ਵਾਲੇ ਲੋਕਾਂ ਦੀ ਉਹ ਸਹਾਰ ਲੈਣਾ ਚਾਹੁੰਦੇ ਆ। ਇਸ ਕਰਕੇ ਯੂਕੇ ਸਰਕਾਰ ਵੱਲੋਂ ਕੋਈ ਕਮੀ ਨਹੀਂ ਆ, ਯੂਕੇ ਸਰਕਾਰ ਚਾਹੁੰਦੀ ਆ, ਲੇਕਿਨ ਉਹਦੇ ਵਾਸਤੇ ਆਪਾਂ ਨੂੰ ਇੰਨੀ ਕੁ ਮਿਹਨਤ ਜ਼ਰੂਰ ਕਰਨੀ ਪਊਗੀ ਕਿ ਇੱਕ ਅੱਧਾ ਮਿੰਟ ਅਸੀਂ ਬੱਸ 'ਚ ਬੈਠੇ, ਟ੍ਰੇਨ 'ਚ ਬੈਠੇ, ਜਿਹੜੇ ਆਪਣੇ ਫੋਨ ਦੇ ਉੱਤੋਂ ਆਪਣੇ ਐਪ ਤੋਂ ਜਿਹੜਾ ਵਾ ਉਹ ਐਪ ਨੂੰ ਡਾਊਨਲੋਡ ਕਰਕੇ ਤੇ ਆਪਾਂ ਈਮੇਲ ਜਿਹੜੀ ਆ ਉਹ ਆਪਣੇ MP ਨੂੰ ਕਰ ਸਕੀਏ ਜੀ। ਤੇ ਇਹਦੇ ਨਾਲ ਜਿਹੜਾ ਵਾ ਯੂਰਪ ਦੇ ਵਿੱਚੋਂ ਵੀ ਆਪਾਂ ਨੂੰ ਬਹੁਤ ਵੱਡਾ ਸਹਿਯੋਗ ਮਿਲ ਰਿਹਾ ਵਾ। ਜਿਸ ਤਰ੍ਹਾਂ ਜਰਮਨੀ ਤੋਂ ਮੇਰੇ ਦੋਸਤ, ਮੇਰੇ ਵੀ ਗੁਰਦੀਪ ਸਿੰਘ ਰੰਧਾਵਾ ਤੇ ਹੋਰ ਬਹੁਤ ਸਾਰੇ ਦੋਸਤ ਨੇ ਜਿਹੜੇ ਇੱਥੇ ਫੋਨ ਕਰ ਰਹੇ ਨੇ ਯੂਕੇ ਦੇ ਵਿੱਚ, ਤੇ ਉਹ ਕਹਿ ਰਹੇ ਨੇ ਕਿ ਤੁਸੀਂ ਐਪ ਡਾਊਨਲੋਡ ਕਰਕੇ ਤੇ ਆਪਣੇ ਐਮਪੀਆਂ ਨੂੰ ਚਿੱਠੀਆਂ ਪਾਓ। ਉਹਨਾਂ ਵਿੱਚੋਂ ਜਿਹੜੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਉਹਨਾਂ ਨੇ ਵੀ ਸਹਿਯੋਗ ਦੇਣਾ ਸ਼ੁਰੂ ਕਰ ਦਿੱਤਾ ਵਾ। ਹਾਂ, ਮੈਂ ਇਹੀ ਕਹਿਣ ਲੱਗਾ ਸੀ ਕਿ ਗੁਰਦੁਆਰਾ ਸਾਹਿਬ ਤੁਸੀਂ ਜਿਹੜੀ ਲੀਡਸ ਆ, ਜੇ ਨੰਬਰ ਚਾਹੀਦੇ ਤਾਂ ਮੈਂ ਤੁਹਾਨੂੰ ਦੇ ਸਕਦਾ। ਇਹ ਪ੍ਰਧਾਨ ਸਾਹਿਬ ਦਾ, ਸੈਕਟਰੀ ਸਾਹਿਬ ਦਾ, ਉਹਨਾਂ ਨੂੰ ਵੀ ਤੁਸੀਂ ਭੇਜੋ। ਜੇ ਕਹੋ ਤਾਂ ਮੈਂ ਉਹਨਾਂ ਨੂੰ ਕੰਟੈਕਟ ਕਰਕੇ ਉਹ ਵੀ ਗੱਲ ਕਰ ਸਕਦਾ। ਮੈਨੂੰ ਹੁਣ ਜੀ ਤੁਸੀਂ ਬਹੁਤ ਤੁਸੀਂ ਕੰਮ ਦੀ ਗੱਲ ਕੀਤੀ ਹੈ। ਮੈਂ ਉੱਧਰ ਹੀ ਆ ਰਿਹਾ ਸੀ। ਸਰਦਾਰ ਗੁਰਮੇਲ ਸਿੰਘ ਮੱਲੀ ਹੋਣੀ ਜਿਹੜੇ ਸਾਊਥ ਹਾਲ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਆ, ਹਾਂਜੀ, ਉਹ ਵੀ ਸਾਰਿਆਂ ਨੂੰ ਫਾਰਵਰਡ ਕਰ ਰਹੇ ਆ। ਤੇ ਇਸੇ ਤਰ੍ਹਾਂ ਹੋਰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਜਿਹੜੇ ਪ੍ਰਧਾਨ ਕਮੇਟੀਆਂ ਨਾ, ਜਿਹੜੀਆਂ ਆਰਗੇਨਾਈਜ਼ਰ ਆ, ਉਹਨਾਂ ਨੂੰ ਆਪਣੇ ਆਪ ਹੀ ਚਾਹੀਦਾ ਵਾ ਕਿ ਜਿਹੜਾ ਉਹ ਡੋਰ ਨੌਕਿੰਗ, ਜਿਹੜਾ ਡਿਜੀਟਲ ਡੋਰ ਨੌਕਿੰਗ ਦੀ ਮੈਂ ਗੱਲ ਕੀਤੀ ਆ, ਵੀ ਉਹ ਲੋਕਾਂ ਨੂੰ ਦੱਸਣ ਵੀ ਇਸੇ ਤਰ੍ਹਾਂ ਤੁਸੀਂ ਆਹ ਐਪ ਡਾਊਨਲੋਡ ਕਰੋ, ਇਹਦੇ ਉੱਤੇ ਜਾਓ ਤੇ ਇੱਕ ਮਿੰਟ 'ਚ ਤੁਸੀਂ ਜਿਹੜੀ ਆ ਉਹ ਚਿੱਠੀ ਭੇਜ ਦੇਣੀ ਆਪਣੇ MP ਨੂੰ। ਤੇ ਜੇ ਇੱਕ ਗੁਰਦੁਆਰਾ ਸਾਹਿਬ 10-12 ਈਮੇਲਾਂ ਹੀ ਭੇਜਣ ਲੱਗ ਪਵੇ ਨਾ ਜੀ, ਤੇ ਦੇਖੋ ਕਿੰਨੇ 300 ਤੋਂ ਵੱਧ ਗੁਰਦੁਆਰੇ ਆ, ਫਿਰ ਮੰਦਿਰ ਵੀ ਆ, ਫਿਰ ਮਸਜਿਦਾਂ ਵੀ ਆ, ਤੇ ਫਿਰ ਇਹ ਪਾਰਲੀਮੈਂਟ ਦੇ ਵਿੱਚ MPਆਂ ਨੂੰ ਆਵਾਜ਼ ਤਾਂ ਚੁੱਕਣੀ ਪੈਣੀ ਆ, ਤੇ ਫਿਰ ਮਾਫੀ ਵੀ ਹੋ ਜਾਣੀ ਆ ਜਿਹੜਾ ਪੰਜਾਬੀਆਂ ਦਾ ਕਤਲੇਆਮ ਹੋਇਆ, ਤੇ ਪੰਜਾਬੀ ਬੋਲੀ ਵੀ ਲਾਗੂ ਹੋ ਜਾਣੀ ਸਾਰੇ ਯੂਕੇ ਦੇ ਵਿੱਚ। ਇਹਦੇ ਨਾਲ ਸਿੱਖ ਰੈਜੀਮੈਂਟ ਪੰਜਾਬ ਰੈਜੀਮੈਂਟ ਬਣ ਜਾਣੀ। ਹਾਂਜੀ, ਹੁਣ ਸਾਡੇ ਨਾਲ ਅਮਿਤ ਸ਼ਾਹ ਆ ਚੁੱਕੇ ਨੇ ਪਾਕਿਸਤਾਨ ਤੋਂ, ਕਿਉਂਕਿ ਦੂਸਰੇ ਦੋਨੋਂ ਫੋਨ ਉਹਨਾਂ ਦੇ ਬੰਦ ਆ ਰਹੇ ਆ, ਜਿਹੜੇ ਲਖਵਿੰਦਰ ਸਿੰਘ ਤੇ ਨਰਿੰਦਰਪਾਲ ਜੀ ਦਾ, ਇਹ ਦੋਨੋਂ ਬੰਦ ਆ ਰਹੇ ਆ। ਤਾਂ ਜਦੋਂ ਫਿਰ ਮੈਂ ਕਿਹਾ ਵੀ ਪਾਕਿਸਤਾਨ ਤੋਂ ਲੈ ਰਹੇ ਨੇ ਅਮਿਤ ਸ਼ਾਹ ਨਾਲ, ਤਾਂ ਗੱਲਬਾਤ ਉਹਨਾਂ ਨਾਲ ਕਰਦੇ ਜੀ। ਹਾਂਜੀ, ਹੈਲੋ ਅਮਿਤ ਸ਼ਾਹ ਜੀ, ਵੈਲਕਮ ਤੁਹਾਨੂੰ। ਜੀ ਆਇਆਂ ਕਹਿੰਦੇ ਹਾਂ ਆਕਾਸ਼ ਰੇਡੀਓ ਲੀਡਸ ਦੇ ਸਟੂਡੀਓ 'ਚ। ਤੇ ਪੰਜਾਬੀ ਦੇ ਬਾਰੇ 'ਚ ਪ੍ਰੋਗਰਾਮ ਤੁਹਾਨੂੰ ਪਤਾ ਕਿ ਇਹਨਾਂ ਨੇ, ਹਰਮੀਤ ਸਿੰਘ ਉਹਨਾਂ ਨੇ ਜੋ ਐਪ ਬਣਾਇਆ ਇੱਕ ਪੰਜਾਬੀ ਭਾਸ਼ਾ ਬਾਰੇ, ਤੇ ਉਹਦੇ ਬਾਰੇ ਤੁਸੀਂ ਸੁਣਿਆ ਸਾਰਾ, ਤੇ ਉਹਦੇ ਬਾਰੇ 'ਚ ਆਪ ਜੀ ਦੇ ਵਿਚਾਰ ਕੀ ਹਨ ਜੀ? ਕਿੱਦਾਂ ਤੁਸੀਂ ਕੀ ਚਾਹੁੰਦੇ ਪੰਜਾਬੀ ਬਾਰੇ? ਜੀ ਯਾਰ ਬਹੁਤ ਵਧੀਆ ਹੈ ਜੀ, ਚੰਗੀ ਗੱਲ ਹੈ। ਜਿੰਨੀਆਂ ਚੀਜ਼ਾਂ ਟੈਕਨੋਲੋਜੀ ਦੀ ਏਜ ਹੈ, ਜਿੰਨੀਆਂ ਚੀਜ਼ਾਂ ਇਹਦੀਆਂ ਹੋ ਸਕਣ ਓਨਾ ਹੀ ਚੰਗਾ ਹੈ। ਜ਼ਮਾਨੇ ਦੇ ਨਾਲ ਭਾਸ਼ਾ ਵੀ ਅੱਗੇ ਵਧੇ, ਤੇ ਜਿਹੜੇ ਟੂਲਸ ਬਾਕੀ ਜ਼ਬਾਨਾਂ ਦੀ ਪ੍ਰਮੋਸ਼ਨ ਵਾਸਤੇ ਵਰਤੇ ਜਾਂਦੇ ਨੇ, ਉਹ ਇਹਦੇ ਵਾਸਤੇ ਵੀ ਵਰਤੇ ਜਾਣ। ਨਹੀਂ ਦੇਖੋ ਜੀ, ਹੁਣ ਅੱਜ ਕੱਲ੍ਹ ਟੈਕਨੋਲੋਜੀ ਬਹੁਤ ਐਡਵਾਂਸ ਆ ਤੇ ਬਹੁਤ ਈਜ਼ੀ ਆ। ਹੁਣ ਦੂਸਰੀ ਗੱਲ ਇੱਕ ਹੋਰ ਆ, ਸਪੈਸ਼ਲੀ ਇੰਗਲੈਂਡ 'ਚ ਬੜਾ ਮੀਡੀਆ ਆਪਣੇ ਹੱਥਾਂ ਦੇ, ਆਪਣੇ ਲੋਕਾਂ ਦੇ ਹੱਥਾਂ 'ਚ ਹੈਗਾ। ਟੈਲੀਵਿਜ਼ਨ ਹੈਗੇ, ਰੇਡੀਓਜ਼ ਹੈਗੇ, ਤਕਰੀਬਨ ਐਵਰੀ ਸਿਟੀ
ਜਿਹਦੇ ਵਿੱਚ ਪੰਜਾਬੀ ਰੇਡੀਓ ਸਟੇਸ਼ਨ ਹੈਗੇ ਆ ਜੀ। ਹਾਂਜੀ ਨਹੀਂ ਬਹੁਤ ਵਧੀਆ। ਮੈਂ ਸਮਝਦਾ ਕਿ ਹੁਣ ਇੱਕ ਮੀਡੀਆ ਦੇ ਸੋਸ਼ਲ ਮੀਡੀਆ ਦੀ ਏਜ ਹੈ ਤੇ ਵੀਡੀਓ ਕਾਨਫਰੰਸ ਵੀ ਬਹੁਤ ਸੌਖੀ ਹੋ ਗਈ ਹੈ। ਜਿਹੜੇ ਪੇਡ ਕਿਸਮ ਦੇ ਐਪਸ ਨੇ ਜ਼ੂਮ ਟਾਈਪ ਔਰ ਇਸ ਤਰ੍ਹਾਂ ਦੇ ਜਿਹੜੇ ਹੋਰ ਨੇ ਸਟ੍ਰੀਮ ਯਾਰਡ ਵਗੈਰਾ ਉਹਨਾਂ ਦੇ ਉੱਤੇ ਲਾਈਵ ਗੱਲਬਾਤ ਵੀ ਹੋ ਸਕਦੀ ਹੈ ਔਰ ਉਹ ਬੜਾ ਚੰਗਾ ਇਹਦੇ ਵਾਧੇ ਲਈ। ਤੁਸੀਂ ਪਾਕਿਸਤਾਨ 'ਚ ਕਿੱਦਾਂ ਇੱਕ ਸਕੂਲ ਮੇਰੇ ਖਿਆਲ ਪੰਜਾਬੀ ਪੜ੍ਹਾਉਣ ਲੱਗਾ ਸੀ ਮੈਂ ਪਿਛਲੀ ਵਾਰੀ ਜਦੋਂ ਆਪਾਂ ਪ੍ਰੋਗਰਾਮ ਕੀਤਾ ਸੀ ਉਹ 'ਚ ਸੀ ਉਹਦੇ ਬਾਰੇ ਕੁਝ ਜਾਣਦੇ ਹੋ ਕਿ ਉਸ ਤੋਂ ਬਾਅਦ ਹੋਰ ਵੀ ਕੋਈ ਪੰਜਾਬੀ ਪੜ੍ਹਾਉਣ ਲਈ ਸਕੂਲ ਉਤਸ਼ਾਹਿਤ ਹੋਇਆ ਜਾਂ ਗਵਰਨਮੈਂਟ ਨੇ ਕੋਈ ਇਜਾਜ਼ਤ ਦਿੱਤੀ ਕਿਸ ਤਰ੍ਹਾਂ ਦੀ? ਜੀ ਉਹ ਇੱਕ ਸੀ ਸਾਡੇ ਚੀਫ ਜਸਟਿਸ ਵੀ ਰਿਟਾਇਰ ਹੋਏ ਪਾਕਿਸਤਾਨ 'ਚ, ਉਹਨਾਂ ਇਸ ਤਰ੍ਹਾਂ ਦਾ ਪੰਜਾਬੀ ਸਕੂਲ ਹੁਣ ਇੱਕ ਹੋਰ ਖੁੱਲਿਆ। ਅੱਛਾ। ਉਹ ਵੀ ਕੁਛ ਸੁਣਨ 'ਚ ਆ ਰਿਹਾ ਸੀ ਪਿਛਲੇ ਦਿਨਾਂ, ਸਾਡੇ ਕੋਈ ਮਿੱਤਰ ਦੱਸ ਰਿਹਾ ਸੀ ਕਿ ਉਹਨਾਂ ਸਕੂਲ ਖੋਲਿਆ ਇਸ ਤਰ੍ਹਾਂ ਦਾ ਪੰਜਾਬੀ ਮੀਡੀਅਮ ਸਕੂਲ ਹੈ। ਤੇ ਸਾਡੇ ਮੀਡੀਅਮ ਦਾ ਇਸ਼ੂ ਜਿਹੜਾ ਉਹ ਜ਼ਿਆਦਾ ਵੱਡਾ, ਵੈਸੇ ਤਾਂ ਪੜ੍ਹਾਈ ਵੀ ਨਹੀਂ ਜਾਂਦੀ ਲੇਕਿਨ ਮੀਡੀਅਮ ਅਸਲ ਸਾਡੀ ਜਿਹੜੀ ਮੰਗ ਹੈ ਉਹ ਮੀਡੀਅਮ ਹੈ ਜੀ। ਕਿਉਂਕਿ ਸਾਡੇ ਕੋਲ ਸਾਰੇ ਸਬਜੈਕਟ ਉਰਦੂ 'ਚ ਨੇ। ਹਾਂ, ਕੇਵਲ ਸਿੰਘ ਜੀ ਜਗਪਾਲ ਬੋਲ ਕੇ ਗਏ, ਉਹ ਦੱਸਦੇ ਕਹਿੰਦੇ ਵੀ ਪੰਜਾਬੀ ਜਿਹੜੀ ਪਾਕਿਸਤਾਨ 'ਚ ਤਕਰੀਬਨ 57% ਬੋਲੀ ਜਾਂਦੀ, ਮਤਲਬ ਪਾਪੂਲੇਸ਼ਨ ਉੱਥੇ ਦੀ ਜਿਹੜੀ ਜਾਂ ਕਿੱਦਾਂ ਏਦਾਂ ਹੀ ਵੀਰ। ਉਹ ਬੜਾ ਜ਼ਰੂਰੀ ਇਹ ਹੈ ਉਹਦੇ ਵਿੱਚ ਅਰਜ਼ ਕਰਾਂ ਕਿ ਪੰਜਾਬੀ ਇੱਕ ਐਸੀ ਭਾਸ਼ਾ ਹੈ ਜਿਹੜੀ ਸਾਂਝੀ ਹੈ ਸਾਡੀ ਦੋਵਾਂ ਪੰਜਾਬਾਂ ਦੇ ਵਿੱਚ। ਜ਼ਾਹਿਰ ਪੰਜਾਬ ਇੱਕੋ ਹੀ ਸੀ, ਵੰਡਿਆ ਗਿਆ, ਲੇਕਿਨ ਉਹ ਭਾਸ਼ਾ ਸਾਂਝੀ ਹੈ। ਹੁਣ ਉਹਨੂੰ ਸੰਭਾਲ ਕੇ ਰੱਖਣਾ ਵੀ ਇੱਕ ਸਾਂਝੀ ਜ਼ਿੰਮੇਦਾਰੀ ਹੈ, ਸਾਂਝੀ ਡਿਊਟੀ ਹੈ। ਤੇ ਇਹਦੇ ਵਿੱਚੋਂ ਜਿਹੜੇ ਲਹਿਜਿਆਂ ਦੇ ਵਿੱਚੋਂ ਜ਼ਬਾਨਾਂ ਕੱਢੀਆਂ ਜਾਂਦੀਆਂ ਨੇ ਔਰ ਕੱਢੀਆਂ ਗਈਆਂ ਨੇ ਜਾਂ ਕੱਢੀਆਂ ਜਾਣ ਦੀ ਕੋਸ਼ਿਸ਼ ਮਜ਼ੀਦ ਹੋ ਰਹੀ ਹੈ, ਇਹਨੂੰ ਢੱਕਣਾ ਚਾਹੀਦਾ ਪਹਿਲੇ ਨੰਬਰ ਤੇ। ਚਲੋ ਵੰਡਾਂ ਜਿਹੜੀਆਂ ਪਹਿਲੀਆਂ ਹੋ ਗਈਆਂ ਉਹ ਤਾਂ ਹੋ ਗਈਆਂ, ਨਵੀਆਂ ਵੰਡਾਂ ਵੀ ਢੱਕਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਤੇ ਇਹ ਬਹੁਤ ਜ਼ਰੂਰੀ ਹੈ ਕਿ ਇੰਟਰਨੈਸ਼ਨਲ ਲੈਵਲ ਤੇ ਇਸ ਕੌਨਸਪੀਰੇਸੀ ਨੂੰ ਉਜਾਗਰ ਕੀਤਾ ਜਾਏ ਕਿ ਪੰਜਾਬੀ ਦੁਨੀਆ ਦੀ ਇਕਲੌਤੀ ਭਾਸ਼ਾ ਹੈ ਜਿਹਦੇ ਖਿਲਾਫ ਇੰਝ ਦੀ ਕੌਨਸਪੀਰੇਸੀ ਕੀਤੀ ਜਾ ਰਹੀ ਹੈ ਕਿ ਉਹਦੇ ਟੁਕੜੇ ਉਹਦਾ ਫੈਜ਼ ਨਿੱਕਾ ਕੀਤਾ ਜਾ ਰਿਹਾ। ਹਾਲਾਂਕਿ ਗ੍ਰਾਮੈਟੀਕਲੀ ਜਾਂ ਲਿੰਗੁਇਸਟ ਜਿੰਨੇ ਵੀ ਨੇ ਸਕਾਲਰਸ ਨੇ ਉਹਨਾਂ ਦੀ ਉਹ ਮੰਨਣਾ ਹੈ ਕਿ ਉਹ ਕੋਈ ਵੀ ਲਹਿਜਾ ਜਿਹੜਾ ਹੈ ਪੰਜਾਬੀ ਦਾ ਉਹ ਜ਼ਬਾਨ ਵਾਸਤੇ ਕੁਆਲੀਫਾਈ ਨਹੀਂ ਕਰਦਾ। ਤੁਹਾਡੇ ਪਾਸੇ ਡੋਗਰੀ ਹੈ, ਸਾਡੇ ਪਾਸੇ ਇੱਧਰ ਮੁਲਤਾਨੀ ਹੈ, ਮੁਲਤਾਨੀ ਦਾ ਨਾਂ ਹੀ ਵੱਖਰਾ ਰੱਖੀ ਫਿਰਦੇ ਨੇ, ਖਰੇ ਕੀ ਉਹਨੂੰ ਕਹਿੰਦੇ ਨੇ, ਸਰਾਇਕੀ ਕਹਿੰਦੇ ਫਿਰਦੇ ਨੇ, ਹਾਲਾਂਕਿ ਸਰਾਇਕੀ ਕਿਤੇ ਵੀ ਹੈ ਹੀ ਨਹੀਂ, ਤਾਰੀਖ ਦੀਆਂ ਕਿਤਾਬਾਂ 'ਚ ਹੀ ਨਹੀਂ ਹੈਗਾ। ਸੋ ਇਹ ਦੀਆਂ ਚੀਜ਼ਾਂ ਜਿਹੜੀਆਂ ਇਹਦੀ ਕੌਨਸਪੀਰੇਸੀਜ਼ ਜਿਹੜੀਆਂ ਉਹ ਕਲੋਨੀਅਲ ਟਾਈਮ ਤੋਂ ਚੱਲੀਆਂ ਆ ਰਹੀਆਂ। ਹੁਣ ਜ਼ਾਹਿਰ ਉਹਨਾਂ ਦਾ ਤਾਂ ਇੰਟਰਸਟ ਨਹੀਂ ਹੋਏਗਾ, ਲੇਕਿਨ ਇਹ ਜਿਹੜੇ ਉਹ ਛੱਡ ਗਏ ਸਨ ਇੱਥੇ, ਉਹਨਾਂ ਦਾ ਇੰਟਰਸਟ ਇਸੇ ਚੀਜ਼ 'ਚ ਹੈ ਕਿ ਇਹ ਪੰਜਾਬ ਨੂੰ ਮੰਡੀ ਰੱਖੀਏ ਔਰ ਕਿਤੇ ਪੰਜਾਬ ਦੇ ਜਿਹੜੇ ਅਸਲ ਵਾਰਿਸ ਨੇ, ਹੱਕੇ ਸੱਚੇ ਵਾਰਿਸ ਨੇ, ਉਹ ਅੱਗੇ ਨਾ ਆ ਜਾਣ। ਹੋਰ ਕੁਛ ਤੁਸੀਂ ਜਾਣ ਤੋਂ ਪਹਿਲਾਂ ਕਹਿਣਾ ਚਾਹੁੰਦੇ ਜੀ? ਜੀ ਮੈਂ ਇਹੀ ਬਸ ਕਹਿਣਾ ਚਾਹਾਂਗਾ, ਅਸੀਂ ਮਾਜ਼ੀ 'ਚ ਪਿਛਲੇ 2-3 ਸਾਲ ਤੋਂ ਮੇਰੀ ਇੱਥੇ ਸਲਾਹ ਸੀ ਜਿੰਨੀਆਂ ਵੀ ਪੰਜਾਬੀ ਤਨਜ਼ੀਮਾਂ ਸੀ ਕਿ ਉਹਨਾਂ ਨੂੰ ਮੈਂ ਇਹੀ ਕਹਿੰਦਾ ਰਿਹਾ ਕਿ ਜਿਹੜਾ 21 ਫਰਵਰੀ ਦਾ ਦਿਹਾੜਾ ਹੈ ਜੀ, ਇਹ ਯਾਦ 'ਚ ਮਨਾਇਆ ਜਾਂਦਾ ਹੈ ਬੰਗਾਲੀ ਸ਼ਹੀਦਾਂ ਦੀ ਯਾਦ 'ਚ ਜੀ। ਹਰਮੇਲ ਸਿੰਘ ਹੋਣਾ ਨੇ ਦੱਸਿਆ ਵੀ ਗੱਲ। ਹਾਂਜੀ, ਤੇ ਇਹ ਉਹ ਦਿਨ ਹੈ ਕਿ ਜਿਸ ਦਿਨ ਸ਼ਹੀਦਾਂ ਦੀ ਯਾਦ ਮਨਾਈ ਜਾਂਦੀ ਤੇ ਜਿੱਥੇ ਤੇ ਚਲੋ ਪੰਜਾਬੀ ਹੈ, ਰਿਆਸਤ ਪੜ੍ਹਾ ਰਹੀ ਹੈ ਜਾਂ ਪੜ੍ਹਾਈ ਜਾ ਰਹੀ ਹੈ, ਚਲੋ ਉਹ ਤਾਂ ਸੈਲੀਬ੍ਰੇਟ ਕਰ ਲੈਣ। ਵੈਸੇ ਮੇਰੇ ਹਿਸਾਬ ਨਾਲ ਤਾਂ ਉਹ ਵੀ ਨਹੀਂ ਬਣਦਾ, ਸੈਲੀਬ੍ਰੇਟ ਨਹੀਂ, ਬਲਕਿ ਇਸ ਦਿਨ ਤਾਂ ਤੁਹਾਨੂੰ ਟ੍ਰਿਬਿਊਟ ਉਹਨਾਂ ਨੂੰ ਪੇਸ਼ ਕਰਨਾ ਚਾਹੀਦਾ। ਉਦਾਂ ਦਾ ਦਿਨ ਬਣਦਾ ਨਹੀਂ ਨੱਚਣ ਗਾਉਣ ਵਾਲਾ, ਇਸ ਦਿਨ ਲੋਕੀ ਸ਼ਹੀਦ ਹੋਏ ਜ਼ੁਬਾਨ ਦੇ ਕਰਕੇ। ਤੇ ਇਹ ਬਹੁਤ ਸੰਜੀਦਾ ਇੱਕ ਇਸ਼ੂ ਹੈ ਕਿ ਮਤਲਬ ਜਿਹਨੂੰ ਅਸੀਂ ਇਹਦੇ ਉੱਤੇ ਠੱਠਾ ਨਹੀਂ ਲਾ ਸਕਦੇ ਵੀ ਹਾਸਾ ਖੇਡ ਬਣਾ ਕੇ ਤੇ ਇਹਨੂੰ ਹਾਸਾ ਖੇਡ ਬਣਾਈਏ। ਇਹ ਉਹਦਾ ਦਿਨ ਨਹੀਂ ਹੈ। ਜਿਵੇਂ ਸਾਡਾ ਵਿਸਾਖੀ ਮੇਲਾ, ਤੇ ਉਹ ਤਾਂ ਮੇਲਾ ਹੈ, ਇੱਕ ਫੈਸਟੀਵਲ ਹੈ। ਇਹ ਤੇ ਇੱਕ ਹੋਰ ਤਰ੍ਹਾਂ ਦੀ ਸਿਗਨੀਫਿਕੈਂਸ ਹੈ ਇਹਦੀ। ਤੇ ਸਾਡੇ ਤੋਂ ਹੋਰ ਜ਼ਿਆਦਾ ਸਿਗਨੀਫਿਕੈਂਟ ਇਸ ਵਾਸਤੇ ਵੀ ਹੈ ਕਿ ਸਾਡੇ ਪੜ੍ਹਾਈ ਨਹੀਂ ਜਾ ਰਹੀ। ਸੋ ਅਸੀਂ ਇਸ ਵਾਰੀ ਇਹਨੂੰ ਕਾਲੀਆਂ ਪੱਟੀਆਂ ਬੰਨ ਕੇ ਮਨਾਉਣ ਦਾ ਕੀਤਾ ਐਲਾਨ। ਪਿਛਲੀ ਵਾਰੀ ਵੀ ਕੀਤਾ ਸੀ, ਲੇਕਿਨ ਪਿਛਲੀ ਵਾਰੀ ਕੁਝ ਦੋਸਤਾਂ ਨੂੰ ਇਤਫਾਕ ਨਹੀਂ ਸੀ। ਹੁਣ ਸਾਰਿਆਂ ਨੂੰ ਅਸੀਂ ਰਾਜ਼ੀ ਕਰ ਲਿਆ ਵੀ ਅਸੀਂ ਇਹਨੂੰ ਪ੍ਰੋਟੈਸਟ ਦੇ ਤੌਰ ਤੇ ਆਰਗੇਨਾਈਜ਼ ਕਰਨਾ ਹੈ। ਠੀਕ ਹੈ, ਸੈਲੀਬ੍ਰੇਟ ਨਹੀਂ ਕਰਨਾ। ਹਾਂਜੀ, ਇੱਕ ਮਿੰਟ ਹਰਮੀਤ, ਹੁਣ ਜੇ ਆਪ ਜੀ ਨੂੰ ਕੋਈ ਸਵਾਲ ਕਰਨਾ ਚਾਹੁੰਦੇ ਹੁਣ ਤਾਂ ਮੈਂ ਦੇਖਦਾ ਜੀ। ਜੀ ਸ਼ਾਹ ਸਾਹਿਬ। ਹਾਂਜੀ, ਉਹਨਾਂ ਨੂੰ ਸੁਣ ਰਿਹਾ, ਗੱਲ ਕਰੋ।
ਜੀ ਸ਼ਾਹ ਸਾਹਿਬ, ਇਹ ਕਿੱਥੇ ਕਿੱਥੇ ਹੋ ਰਿਹਾ? ਅਸੀਂ ਸੁਣਿਆ ਕਿ ਬੜੇ ਵੱਡੇ ਇਕੱਠ ਤੁਸੀਂ ਕਰ ਰਹੇ ਜੇ ਪੰਜਾਬ ਅਸੈਂਬਲੀ ਲਾਹੌਰ ਦੇ ਸਾਹਮਣੇ, ਇਸਲਾਮਾਬਾਦ ਤੇ ਹੋਰ ਬੜੇ ਬੜੇ ਵੱਡੇ ਸ਼ਹਿਰਾਂ ਦੇ ਵਿੱਚ। ਤੇ ਤੁਸੀਂ ਇਹ ਦੱਸੋ ਵੀ ਅੱਗੇ ਨਾਲੋਂ ਆਪਣੇ ਪਾਕਿਸਤਾਨ 'ਚ ਜਿਹੜੇ ਪੰਜਾਬੀ ਰਹਿੰਦੇ ਉਹਨਾਂ ਵਿੱਚ ਜਾਗਰਤੀ ਆ ਰਹੀ ਆ, ਵੱਧ ਰਿਹਾ ਵਾ ਕੰਮ ਜਾਂ ਨਹੀਂ? ਚੜ੍ਹਦੀ ਕਲਾ 'ਚ ਆ ਵੀਰ, ਬਹੁਤ ਵੱਧ ਰਿਹਾ ਹੈ, ਬਹੁਤ ਹੀ ਵੱਧ ਰਿਹਾ। ਮੈਂ ਕਹਿੰਦਾ ਵੀ ਹੁਣ ਤਾਂ ਇਹ ਪੰਜਾਬੀ ਸੰਭਾਲਣੇ ਔਖੇ ਹੋ ਜਾਣੇ ਹੌਲੀ ਹੌਲੀ। ਹਾਲੇ ਹਾਂ, ਉਹ ਮੋਮੈਂਟਮ ਜਿਹੜਾ ਹੁਣ ਬਣ ਗਿਆ ਉਹ ਹੁਣੇ ਤੋਂ ਹੀ ਪਤਾ ਲੱਗਦਾ ਪਿਆ ਵੀ ਉਹਨਾਂ ਨੂੰ ਜਿਹੜੇ ਪੰਜਾਬੀ ਦੇ ਮੁਖਾਲਫ ਸਨ ਇੱਥੇ, ਜਿਹੜੇ ਨਹੀਂ ਸੀ ਚਾਹੁੰਦੇ, ਉਹ ਡਰੇ ਫਿਰਦੇ ਨੇ। ਉਹ ਕੋਈ ਉਰਦੂ ਦਾ ਦਿਨ ਮਨਾਉਂਦਾ ਫਿਰਦਾ, ਕੋਈ ਕੁਛ ਕਰਦਾ ਫਿਰਦਾ ਵੀ ਤੁਹਾਡੀ ਕੌਮੀ ਜ਼ਬਾਨ ਬਣਾਈ ਫਿਰਦੇ, ਤੁਸੀਂ ਕਾਹਦਾ ਬਣਾਉਂਦੇ। ਤੇ ਉਹ ਇੰਝ ਦਾ ਡਰ ਪਿਆ ਖਲੋਤਾ। ਪੰਜਾਬੀ ਜਿਹੜਾ ਉਹ ਸੰਭਾਲਣਾ ਔਖਾ ਹੋ ਜਾਣਾ ਇਹਨਾਂ ਨੂੰ, ਕਿਉਂਕਿ ਹੁਣ ਉਹ ਜਿਹੜੀ ਨਵੀਂ ਨਸਲ ਹੈ ਨਾ ਸਾਡੀ, ਉਹ ਇਸ ਪਾਸੇ ਬਹੁਤ ਆ ਰਹੀ ਹੈ। ਉਹਨਾਂ ਦੀ ਗੱਲ ਸਮਝ ਆ ਰਹੀ ਹੈ। ਉਹ ਅਸੀਂ ਜਿੰਨਾ ਪਿਛਲੇ ਸਾਲਾਂ ਤੋਂ ਵਰਕ ਕਰ ਰਹੇ ਹਾਂ ਉਹਦੇ ਲਈ ਕਰ ਰਹੇ ਹਾਂ, ਔਰ ਉਹਦੀ ਕਾਉਂਸਲਿੰਗ ਕਰ ਰਹੇ ਸਾਂ। ਹੁਣ ਉਹ ਸਵਾਲ ਪੁੱਛਣ ਲੱਗ ਪਈ ਹੈ। ਤੇ ਜ਼ਾਹਿਰ ਹੈ ਜਦੋਂ ਅਸੀਂ ਸਵਾਲ ਦੇ ਦਿਆਂਗੇ ਤੇ ਜਿਨ੍ਹਾਂ ਦੇ ਜਵਾਬ ਨਹੀਂ ਹੋਣਗੇ ਤੇ ਫਿਰ ਉਹ ਸਾਡੇ ਵੱਲੇ ਹੀ ਆਉਣਗੇ। ਤੇ ਹੁਣ ਨਵੀਂ ਨਸਲ ਮਾਸ਼ਾਅੱਲਾ ਬਹੁਤ ਸਾਡੇ ਨਾਲ ਜੁੜੀ ਹੈ ਔਰ ਵੱਧ ਵੀ ਰਹੀ ਹੈ। ਬਹੁਤ ਸਾਰੇ ਨਿੱਕੇ ਵੱਡੇ ਸ਼ਹਿਰਾਂ 'ਚ ਇਹ ਹੋਣ ਜਾ ਰਿਹਾ ਇਸ ਵਾਰੀ। ਹੁਜਰਾ ਸ਼ਾਹ ਮਕੀਮ, ਇੱਕ ਜੱਟੀ ਹੁਜਰਾ ਸ਼ਾਹ ਮਕੀਮ ਦੀ ਅਰਜ਼ ਕਰੇ, ਉਹ ਹੁਜਰੇ ਸ਼ਾਹ ਮਕੀਮ ਜਿਹਾ ਇੱਕ ਛੋਟਾ ਜਿਹਾ ਤੁਸੀਂ ਸਮਝ ਲਓ ਵੀ ਕਸਬਾ ਤਾਰੀਖੀ, ਉੱਥੇ ਵੀ ਮੁਜ਼ਾਹਰਾ ਹੋਣ ਜਾ ਰਿਹਾ ਜੀ। ਤੇ ਪਿੰਡੀ 'ਚ ਇਸਲਾਮਾਬਾਦ, ਮੁੰਸ਼ਦਾਬਾਦ, ਬਹਾਵਲ ਨਗਰ, ਤਕਰੀਬਨ ਹਰ ਥਾਂ ਤੇ, ਝੰਗ 'ਚ, ਫੈਸਲਾਬਾਦ, ਮਤਲਬ ਹਰ ਸ਼ਹਿਰ 'ਚ ਗੁਜਰਾਂਵਾਲਾ ਜੀ, ਉਹ ਇੱਕ ਲਹਿਰ ਬਣ ਗਈ ਹੈ। ਅੱਲਾ ਦਾ ਸ਼ੁਕਰ ਹੈ, ਹੁਣ ਲਹਿਰ ਬਣ ਗਈ, ਹੁਣ ਇਹ ਵਧਣੀ ਹੈ। ਵਧੀਆ, ਠੀਕ ਹੈ। ਜਦੋਂ ਗੱਲ ਕੋਈ ਵੀ ਹੈ, ਜਦੋਂ ਹੁਣ ਇੰਡੀਆ ਕਿਸਾਨਾਂ ਦੀ ਤੁਸੀਂ ਲਾ ਲਓ ਗੱਲ, ਉਹ ਜੇ ਨਹੀਂ ਸੀ ਤਾਂ ਜਿੰਨੀ ਦੇਰ ਬੈਠੇ ਸੀ, ਪਰ ਇੱਕ ਨਹੀਂ ਚੱਲਿਆ, ਫਿਰ ਸਾਰਾ ਪੂਰਾ ਭਾਰਤ ਉੱਥੇ ਇਕੱਠਾ ਹੋ ਗਿਆ। ਹਾਂਜੀ, ਤੇ ਇਫੈਕਟ ਤਾਂ ਹੁੰਦਾ ਹੀ ਹੈ ਜੀ ਜਦੋਂ ਕੋਈ ਅੰਦੋਲਨ ਕਿਸੇ ਤਰ੍ਹਾਂ ਦਾ ਚੱਲਦਾ। ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ, ਤੇ ਬਹੁਤ ਸ਼ੁਕਰੀਆ ਜੀ, ਥੈਂਕ ਯੂ। ਹਾਂਜੀ, ਹਰਮੀਤ ਸਿੰਘ ਨਾਲ ਹੁਣ ਗੱਲ ਕਰਦੇ ਹਾਂ। ਹੈਲੋ। ਹਾਂਜੀ ਵੀਰ ਜੀ, ਨਰਿੰਦਰ ਸਿੰਘ ਹੋਣਾ ਦੇ ਮੈਸੇਜ ਆ ਰਹੇ ਲੁਧਿਆਣੇ ਤੋਂ, ਪਲੀਜ਼ ਉਹਨਾਂ ਨਾਲ ਮੈਂ ਕਰ ਲੈਣਾ। ਉਹਨਾਂ ਨਾਲ ਤਾਂ ਤੁਸੀਂ ਥੋੜੀ ਜਿਹੀ ਗੱਲਬਾਤ ਕਰੋ, ਤੇ ਕਿਉਂਕਿ ਪਹਿਲਾਂ ਉਹਨਾਂ ਦਾ ਫੋਨ ਬੰਦ ਆ ਰਿਹਾ ਸੀ। ਹਾਂਜੀ, ਮੈਂ ਕਰਦਾ। ਹਾਂਜੀ, ਕਰੋ ਤੁਸੀਂ। ਹਾਂਜੀ, ਆਪਾਂ ਅੱਜ ਜਿਹੜਾ ਵਾ ਸ਼ਾਹ ਸਾਹਿਬ ਹੋਣਾ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਵਾ ਕਿ ਪਾਕਿਸਤਾਨ ਦੇ ਵਿੱਚ ਸਭ ਤੋਂ ਜ਼ਿਆਦਾ ਪੰਜਾਬੀ ਜਿਹੜੇ ਆ ਉਹ ਪਾਕਿਸਤਾਨ ਦੇ ਵਿੱਚ ਹੀ ਰਹਿੰਦੇ ਆ ਜੀ। ਤੇ ਜੇ ਪਾਕਿਸਤਾਨ ਦੇ ਵਿੱਚ ਜਿਹੜੀ ਪੰਜਾਬੀ ਬੋਲੀ ਲਹਿਰ ਉੱਠਦੀ ਆ ਤੇ ਇਹਦਾ ਪ੍ਰਭਾਵ ਜਿਹੜਾ ਸਾਰੀ ਦੁਨੀਆ ਤੇ ਰਹਿਣ ਵਾਲੇ ਪੰਜਾਬੀਆਂ ਦੇ ਉੱਤੇ ਪੈਂਦਾ ਵਾ ਜੀ। ਤੇ ਜਿਹੜਾ ਯੂਕੇ ਦੇ ਵਿੱਚ ਜਿਹੜੇ ਆਪਣੇ ਪਾਕਿਸਤਾਨ ਨਾਲ ਰਿਲੇਟਡ ਪੰਜਾਬੀ ਰਹਿੰਦੇ ਆ, ਉਹ ਇਸ ਵੇਲੇ ਮਹਿਸੂਸ ਕਰਨ ਲੱਗ ਗਏ ਆ ਕਿ ਅਸੀਂ ਪਹਿਲਾਂ ਇੰਨਾ ਚਿਰ ਉਰਦੂ ਦੇ ਪਿੱਛੇ ਲੱਗੇ ਰਹੇ ਆ ਤੇ ਸਾਡੀ ਮਾਂ ਬੋਲੀ ਜਿਹੜੀ ਆ ਉਹ ਤੇ ਪੰਜਾਬੀ ਆ, ਤੇ ਉਹਨੂੰ ਤੇ 1849 ਤੋਂ ਹੀ ਦੱਬਿਆ ਜਾ ਰਿਹਾ ਵਾ। ਤੇ ਪਹਿਲਾਂ ਇੰਗਲਿਸ਼ ਜਿਹੜੇ ਸੀਗੇ ਉਹ ਦੱਬਦੇ ਰਹੇ ਆ, ਤੇ ਹੁਣ ਉਸ ਤੋਂ ਬਾਅਦ ਫਿਰ ਹਿੰਦੀ ਵਾਲੇ ਤੇ ਉਰਦੂ ਵਾਲੇ ਦੱਬਦੇ ਰਹੇ ਦੋਵੇਂ ਪਾਸੇ। ਤੇ ਇਸ ਕਰਕੇ ਹੁਣ ਜਾਗਰਤੀ ਜਿਹੜੀ ਅੱਗੇ ਨੂੰ ਵੱਧ ਰਹੀ ਆ, ਲਹਿਰ ਪੰਜਾਬੀ ਬੋਲੀ ਲਹਿਰ ਜਿਹੜੀ ਆ ਸਮੁੱਚੇ ਵਿਸ਼ਵ ਦੇ ਉੱਤੇ ਜਿਹੜੀ ਬੜੀ ਚੜ੍ਹਦੀ ਕਲਾ ਨਾਲ ਚੱਲ ਰਹੀ ਆ। ਤੇ ਇਹ ਪੰਜਾਬੀ ਜਿਹੜਾ ਸ਼ਾਹ ਸਾਹਿਬ ਨੇ ਜਿਹੜਾ ਸੁਨੇਹਾ ਦਿੱਤਾ ਵਾ ਕਿ ਸਾਰੇ ਸ਼ਹਿਰਾਂ ਦੇ ਵਿੱਚ ਹੋ ਰਿਹਾ ਵਾ ਔਰ ਚੜ੍ਹਦੀ ਕਲਾ ਦੇ ਵਿੱਚ ਲਹਿਰ ਚੱਲ ਰਹੀ ਹੈ, ਅੱਗੇ ਨੂੰ ਬਹੁਤ ਵੱਧ ਰਹੀ ਹੈ, ਇਹ ਬੜਾ ਉਤਸ਼ਾਹਜਨਕ ਹੈ ਜੀ। ਇਹ ਤੇ ਸਾਡੇ ਵੀ ਇੱਥੇ ਹੌਸਲੇ ਵੱਧਦੇ ਆ ਨਾ ਜੀ। ਹਾਂਜੀ ਵੀਰ ਜੀ। ਹਾਂਜੀ, ਹੁਣ ਉਹਨਾਂ ਦਾ ਫੋਨ ਲੱਗ ਗਿਆ ਤੇ ਹੋਲਡ ਤੇ ਮੈਂ ਪਾਉਣਾ, ਜਨ ਗੱਲਬਾਤ ਕਰਦੇ ਹਾਂ ਜੀ। ਹਾਂਜੀ, ਹੈਲੋ। ਹਾਂਜੀ, ਨਰਿੰਦਰਪਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਆਕਾਸ਼ ਰਿਲੀਜ਼ ਤੋਂ ਗੁਰਮੇਲ ਸੋਤਾ। ਤੇ ਤੁਸੀਂ ਪੰਜਾਬੀ ਦੇ ਬਾਰੇ ਚ ਜਿਹੜਾ ਐਪ ਹਰਮੀਤ ਸਿੰਘ ਉਹਨਾਂ ਨੇ ਹੁਣ ਤਿਆਰ ਕੀਤਾ, ਜਾਂ ਪੰਜਾਬੀ ਭਾਸ਼ਾ ਬਾਰੇ ਸਾਰੀ ਗੱਲਬਾਤ ਕਰਨੀ ਹੈ, ਕਿਉਂਕਿ ਤੁਸੀਂ ਤਾਂ ਹਿਸਟੋਰੀਅਨ ਹੋ, ਤੁਹਾਨੂੰ ਜ਼ਿਆਦਾ ਇਹਦੇ ਬਾਰੇ ਚ ਨੌਲੇਜ ਹੋਣਾ। ਬਾਕੀ ਵੀ ਜਿਹੜੀਆਂ ਕੋਈ ਗੱਲਬਾਤ ਹੈਗੇ ਤਾਂ ਜ਼ਰੂਰ ਸਾਡੇ ਨਾਲ, ਸਾਡੇ ਸਰੋਤਿਆਂ ਨਾਲ ਸਾਂਝੀਆਂ ਕਰੋ ਜੀ। ਹਾਂਜੀ ਹਾਂਜੀ ਹਾਂਜੀ, ਮੈਂ ਲੁਧਿਆਣੇ ਤੋਂ ਬੋਲ ਰਿਹਾ। ਮੇਰਾ ਸ਼ੌਂਕ ਹੈ ਸਿੱਕੇ ਇਕੱਠੇ ਕਰਨਾ, ਪੁਰਾਣੀ ਹਿਸਟਰੀ ਇਕੱਠੀ ਕਰਨਾ, ਹੱਥ ਗ੍ਰੰਥ ਪੁਰਾਣੇ, ਪੋਥੀਆਂ ਇਕੱਠੀਆਂ ਕਰਨੀਆਂ। ਤੇ ਉਹ ਮੈਂ ਇੱਕ ਅਕਾਲ ਸਾਹਿਬ ਮਿਊਜ਼ੀਅਮ ਨਾਂ ਦਾ ਇੱਕ ਮਿਊਜ਼ੀਅਮ ਵੀ ਬਣਾਉਣ ਜਾ ਰਿਹਾ ਜੀ। ਤੇ ਮੈਂ ਗ੍ਰਾਹਕ
ਤੇ ਕੰਮ ਕਰ ਰਿਹਾ ਪਿਛਲੇ 34 ਸਾਲ ਤੋਂ। ਇਹ ਸਾਰੀਆਂ ਕਲੈਕਸ਼ਨ ਜਿੱਥੋਂ ਵੀ ਮੈਨੂੰ ਕੋਈ ਮਿਲਦੀਆਂ ਹਿਸਟੋਰੀਕਲ ਚੀਜ਼ਾਂ, ਉਹਨਾਂ ਨੂੰ ਮੈਂ ਸਕੂਲਾਂ ਕਾਲਜਾਂ 'ਚ ਜਾ ਕੇ ਨੈਕਸਟ ਜਨਰੇਸ਼ਨ ਨੂੰ ਅਸੀਂ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੀ ਹਿਸਟਰੀ, ਵਿਰਸਾ ਸਾਡਾ ਕੀ ਸੀ, ਸਾਡੀ ਹੈਰੀਟੇਜ ਜਿਹੜੀ ਹੈ ਉਹਦੇ ਵਿੱਚ। ਤੁਸੀਂ ਗੱਲ ਕੀਤੀ ਸਿੱਕੇ ਇਕੱਠੇ ਕਰਨ ਦੀ, ਇਹਦਾ ਕੀ ਪੰਜਾਬੀ ਨਾਲ ਕੋਈ ਹੈਗਾ ਕੰਸਰਨ? ਹਾਂਜੀ ਹਾਂ ਜੀ, ਮੈਂ ਤੁਹਾਨੂੰ ਇਹ ਦੱਸਣ ਜਾ ਰਿਹਾ ਜੀ ਜੀ। ਸਿੱਕਿਆਂ ਦੇ ਵਿੱਚ ਮੈਂ ਸਾਰੇ ਵਰਲਡ ਦੀ ਕਰੰਸੀ ਇਕੱਠੀ ਕੀਤੀ, ਸਾਰੇ ਵਰਲਡ ਦੇ ਕੋਇਨ ਇਕੱਠੇ ਕੀਤੇ 600 BC ਟੂ ਟਿਲ ਡੇਟ। ਪਿਛਲੇ 2600 ਸਾਲ 'ਚ ਪੰਜਾਬ 'ਚ ਕੌਣ ਕੌਣ ਆਇਆ, ਪਰ ਉਹਨਾਂ ਵਿੱਚ ਸਭ ਤੋਂ ਯੂਨੀਕ ਗੱਲ ਮੈਨੂੰ ਕੀ ਲੱਗੀ, ਸਿੱਖ ਰਾਜ ਦੇ ਸਿੱਕੇ ਜਿਹੜੇ ਬਹੁਤ ਹੀ ਵਿਲੱਖਣ ਸੀ। ਵਿਲੱਖਣ ਇਸ ਕਰਕੇ ਕਿ ਇਹ ਦੁਨੀਆ ਦੀ ਇੱਕੋ ਹੀ ਕਰੰਸੀ ਹੈ ਜਿਹੜੀ ਇਸ਼ੂਡ ਇਨ ਦਾ ਨੇਮ ਆਫ ਆਲਮਾਈਟੀ, ਜਿਹੜੀ ਕਿ ਗੁਰੂ ਦੇ ਨਾਂ ਤੇ ਜਾਰੀ ਹੋਈ। ਹਰ ਸਿੱਕੇ ਤੇ ਨਾਨਕ ਗੋਬਿੰਦ ਸਿੰਘ ਲਿਖਿਆ ਗਿਆ ਜੀ ਜੀ। ਤੇ ਜਿਹੜਾ ਅੰਮ੍ਰਿਤਸਰ ਤੋਂ ਵੀ ਜਿਹੜਾ ਕਾਪਰ ਕੋਇਨ ਮਹਾਰਾਜਾ ਰਣਜੀਤ ਸਿੰਘ ਨੇ ਚਲਾਏ ਸੀ, ਉਹਨਾਂ ਉੱਤੇ ਵੀ ਗੁਰਮੁਖੀ ਸਕ੍ਰਿਪਟ ਦੇ ਵਿੱਚ ਪੰਜਾਬੀ ਦੇ ਵਿੱਚ ਲਿਖਿਆ ਗਿਆ ਜਰਬ ਸ਼੍ਰੀ ਅੰਮ੍ਰਿਤਸਰ ਜੀ। ਹਾਂਜੀ, ਇਹ ਤਾਂ ਫਿਰ ਤਕਰੀਬਨ ਕਹ ਲਓ ਉਦਾਂ 500 ਸਾਲ ਜਾਂ 550 ਸਾਲ ਕਹ ਲਓ ਗੁਰੂ ਨਾਨਕ ਦੇਵ ਜੀ ਦੇ ਬਾਅਦ ਤੋਂ ਦੇ ਹੋਏ, ਪਹਿਲਾਂ ਵੀ ਕੋਈ ਹੋਏ ਇਹੋ ਜਿਹੇ? ਹਾਂਜੀ, ਨਹੀਂ, ਜਿਹੜੀ ਕਰੰਸੀ ਕੋਇਨ ਤਾਂ ਸਿਰਫ ਸਿੱਖ ਰਾਜ ਦੇ ਸਮੇਂ ਚੱਲੇ ਨਾ। ਹਾਂ, ਮੈਂ ਉਹੀ ਗੱਲ ਕੀਤੀ ਕਿ ਤੁਸੀਂ ਕਿਹਾ 2600 ਸਾਲ। ਹਾਂਜੀ, ਉਹਨਾਂ ਨੂੰ ਕੋਈ ਕਿਸੇ ਮੁਗਲ ਪੰਜਾਬੀ 'ਚ ਕਿਉਂ ਸਿੱਕਾ ਜਾਰੀ ਕਰਨਗੇ? ਜੀ ਜੀ, ਓਕੇ। ਈਵਨ ਰਣਜੀਤ ਸਿੰਘ ਦੇ ਜਿਹੜੇ ਸਿੱਕੇ ਲਾਹੌਰ, ਮੁਲਤਾਨ, ਪੇਸ਼ਾਵਰ ਸਾਈਡ ਤੇ ਚੱਲਦੇ ਸੀ, ਉਹਨਾਂ ਦੇ ਵਿੱਚ ਫਾਰਸੀ ਜਿਹੜੀ ਹੈ ਚਾਂਦੀ ਦੇ ਸਿੱਕਿਆਂ ਤੇ ਫਾਰਸੀ ਯੂਜ਼ ਕੀਤੀ ਜਾਂਦੀ ਸੀ। ਪਰਸ਼ੀਅਨ ਸਰਕਾਰੀ ਬੋਲੀ ਸੀ, ਪਰ ਗੁਰਮੁਖੀ ਦੇ ਜਿਹੜੇ ਕਾਪਰ ਕੋਇਨਸ ਆਉਂਦੇ ਆ ਉਹਨਾਂ 'ਚ ਜਰਬ ਸ਼੍ਰੀ ਅੰਮ੍ਰਿਤਸਰ ਜੀ, ਅਕਾਲ ਸਹਾਇ ਗੁਰੂ ਨਾਨਕ ਜੀ ਪੰਜਾਬੀ 'ਚ ਲਿਖਿਆ ਹੁੰਦਾ ਸੀ ਜੀ। ਓਕੇ। ਫਿਰ ਜਿਹੜੇ ਸਾਡੇ ਹੱਥ ਲਿਖਤ ਗ੍ਰੰਥ ਹੈ ਉਹਨਾਂ ਬਾਰੇ ਅੱਜ ਕੱਲ੍ਹ ਹੁਣ ਇੱਕ ਨਵੀਂ ਕੰਟਰੋਵਰਸੀ ਹੈ ਕਿ ਜਿਹੜੇ ਹੱਥ ਲਿਖਤ ਗ੍ਰੰਥ ਹੈ ਉਹ ਜਿਵੇਂ SGPC ਦੇ ਹੱਥੋਂ 300 ਕੁਛ ਸਰੂਪ ਜਿਹੜੇ ਆ ਉਹ ਨਹੀਂ ਮਿਲਦੇ, ਤੇ ਉਹਦੇ ਬਾਰੇ ਕਾਫੀ ਪੋਲੀਟੀਕਲ ਤੇ ਧਾਰਮਿਕ ਅਦਾਰਿਆਂ 'ਚ ਵੀ ਚਰਚਾ ਚੱਲਦੀ ਹੈ ਕਿ ਉਹ ਹੱਥ ਲਿਖਤ ਜਿਹੜੇ ਗ੍ਰੰਥ ਸੀ ਜਾਂ ਬਲੂ ਸਟਾਰ ਆਪਰੇਸ਼ਨ ਵੇਲੇ ਜਿਹੜੀ SGPC ਦੇ ਜਿਹੜੇ ਸਿੱਖ ਰੈਫਰੈਂਸ ਲਾਇਬ੍ਰੇਰੀ 'ਚੋਂ ਹੱਥ ਲਿਖਤਾਂ ਖਰੜੇ ਜਾਂ ਗ੍ਰੰਥ ਜਿਹੜੇ ਆ ਉਹ ਗਾਇਬ ਹੋ ਗਏ। ਉਹ ਗਾਇਬ ਹੋ ਗਏ ਕਿ ਗਾਇਬ ਕੀਤੇ ਗਏ? ਕਿਹੜੇ ਬੇਸ ਤੇ ਕੀਤੇ ਗਏ ਜਾਂ ਕਿੰਨਾ ਹੋਏ, ਕਿਉਂ ਨਹੀਂ ਪਤਾ ਲੱਗਦਾ? ਕੰਟਰੋਵਰਸੀ ਇਹੀ ਹੈ ਜੀ ਕਿ ਜਿਹੜੇ ਉਹ ਗ੍ਰੰਥ ਹੈ ਉਹ ਅੱਜ ਉਹ ਤਾਂ ਬਹੁਤ 84 ਤੇ ਖੈਰ ਗੱਲ ਪੁਰਾਣੀ ਹੋ ਗਈ, ਜਿਹੜੀ ਹੁਣ ਵੀ ਲੇਟੈਸਟ ਅੱਜ ਤੋਂ 3-4 ਸਾਲ ਪਹਿਲਾਂ ਵੀ ਹੱਥ ਲਿਖਤ ਗ੍ਰੰਥ ਜਿਹੜੇ ਆ ਉਹ ਸਟਾਕ ਚੋਂ ਅੰਦਰੋਂ ਉਹਨਾਂ ਦੇ ਸਟੋਰ ਚੋਂ ਗਾਇਬ ਨੇ। ਪਰ ਦੇਖੋ ਨਾ, ਇਹ ਕਿਹੜਾ ਕੋਈ ਇਦਾਂ ਦੀ ਇੱਕ ਕੋਈ ਛੋਟੀ ਮੋਟੀ ਚੀਜ਼ ਹੈ ਜਿਹੜਾ ਕਸ਼ੇ ਜੇ ਕਿ ਕੋਈ ਲੈ ਗਿਆ 300 ਤੋਤੇ ਉਹ ਗ੍ਰੰਥ ਹੈ। ਬਿਲਕੁਲ। ਹਾਂਜੀ, ਉਹੀ ਹੈ ਮੇਰੀ ਕੋਸ਼ਿਸ਼ ਹੈ। ਮੈਨੂੰ ਕਿਸੇ ਫੈਮਿਲੀ ਚੋਂ ਪਹਿਲਾਂ ਇੱਥੇ ਸਾਡੇ ਲੁਧਿਆਣੇ 'ਚ ਵੀ ਇੱਕ ਗੁਰੂ ਗ੍ਰੰਥ ਸਾਹਿਬ ਭਵਨ ਸਟਾਰਟ ਕੀਤਾ ਗਿਆ, ਜਿੱਥੇ ਉਹਨਾਂ ਨੇ ਬਕਾਇਦਾ ਇੱਕ ਭੱਠੀ ਲਗਾ ਕੇ ਪਿੰਡਾਂ ਚੋਂ ਹੱਥ ਲਿਖਤਾਂ ਖਰੜੇ ਇਕੱਠੇ ਕਰ ਕਰਕੇ ਇਹ ਕਹਿ ਕੇ ਕਿ ਇਹ ਸਰੂਪ ਬਿਰਧ ਹੋ ਗਏ ਆ, ਗੁਟਕੇ ਬਿਰਧ ਹੋ ਗਏ, ਉੱਥੇ ਘਿਓ ਪਾ ਕੇ ਉਹਨਾਂ ਦਾ ਸਤਿਕਾਰ ਕੀਤਾ ਜਾਂਦਾ ਸੀ। ਤੇ ਮੈਂ ਇਹ ਕੋਸ਼ਿਸ਼ ਕੀਤੀ ਕਿ ਮੈਨੂੰ ਆਪਣੇ ਘਰ ਚੋਂ, ਰਿਸ਼ਤੇਦਾਰੀ ਚੋਂ, ਦੋਸਤਾਂ ਦੇ ਘਰੋਂ, ਹੋਰ ਜਾਣਕਾਰੀ ਜਿਹੜੇ ਮੇਰੇ ਨੋਨ ਹੈ ਉਹਨਾਂ ਦੇ ਘਰੋਂ ਕੋਈ ਹੱਥ ਲਿਖਤ ਪੋਥੀਆਂ ਪੁਰਾਣੀਆਂ ਉਹ ਮਿਲਦੀਆਂ, ਮੈਂ ਉਹਨਾਂ ਨੂੰ ਇਕੱਠੀਆਂ ਕਰਦਾ ਤੇ ਮੈਂ ਸਕੂਲਾਂ, ਕਾਲਜਾਂ 'ਚ, ਯੂਨੀਵਰਸਿਟੀਆਂ 'ਚ ਜਾ ਕੇ ਉਹਨਾਂ ਦੀ ਪ੍ਰਦਰਸ਼ਨੀ ਲਗਾ ਕੇ ਬੱਚਿਆਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰੀ ਸੀ ਕਿ ਇਹ ਸਾਡੀ ਹੈਰੀਟੇਜ ਹੈ, ਸਾਡਾ ਵਿਰਸਾ ਹੈ। ਸਾਨੂੰ ਗ੍ਰੰਥ ਤੋਂ ਸੇਧ ਲਈ ਹੁਕਮ ਹੋਇਆ ਵੀ ਗੁਰੂ ਮਾਨਿਆ ਗ੍ਰੰਥ ਦਾ ਕੰਸੈਪਟ ਜਿਹੜਾ ਵੀ ਉਸ ਗ੍ਰੰਥ ਨੂੰ ਸੰਭਾਲਣਾ। ਤੇ ਜਿਹੜੀ ਅੱਜ ਇੱਕ ਹੋਰ ਨਵੀਂ ਕੰਟਰੋਵਰਸੀ ਚੱਲ ਰਹੀ ਹੈ ਕਿ ਸਰਕਾਰਾਂ ਜਾਂ ਹੋਰ ਅਦਾਰੇ ਜਾਂ ਸੰਸਥਾਵਾਂ ਉਹਦੇ ਵਿੱਚ ਕੁਝ ਚੇਂਜਿਸ ਕਰ ਰਹੀਆਂ ਵੀ ਪੁਰਾਣੇ ਗ੍ਰੰਥਾਂ ਨੂੰ ਖਤਮ ਕਰਕੇ ਨਵਾਂ ਜਿਹੜਾ ਪ੍ਰਿੰਟ ਆਊਟ ਆਊਗਾ ਉਹਦੇ ਵਿੱਚ ਕੋਈ ਵੀ ਚੇਂਜ ਕੀਤੀ ਜਾ ਸਕਦੀ ਹੈ। ਤੇ ਉਹ ਅਸੀਂ ਟੈਲੀ ਕਿੱਦਾਂ ਕਰਾਂਗੇ ਜੇ ਸਾਡੇ ਕੋਲ ਓਰੀਜਨਲ ਸਕ੍ਰਿਪਟ ਨਹੀਂ ਹੋਏਗੀ? ਫਿਰ ਤਾਂ ਸਾਡੀ ਹਿਸਟਰੀ ਜਿਹੜੀ ਉਹ ਵੀ ਬਦਲ ਹੋ ਜਾਣੀ ਨਾਲੇ, ਸਮਝੋ। ਨੈਚੁਰਲੀ ਉਹਦੇ ਲਈ ਮੈਂ ਕੀ ਕਰ ਰਿਹਾ, ਜਿਹੜੇ ਮੇਰੇ ਕੋਲ 100 ਸਾਲ, 200 ਸਾਲ, 300 ਸਾਲ ਪੁਰਾਣੀਆਂ ਪੋਥੀਆਂ ਨੇ, ਗ੍ਰੰਥ ਨੇ, ਮੈਂ ਉਹਨਾਂ ਨੂੰ ਡਿਜੀਟਾਈਜ਼ ਕਰ ਰਿਹਾ। ਉਹ ਸਾਰੀਆਂ ਨੂੰ ਹਾਈ ਜਿਹੜੀ HD ਫੋਟੋਗ੍ਰਾਫੀ ਉਹਦੀ ਕਰਕੇ ਉਹਦੀ ਬਣਾ ਕੇ ਉਹਨੂੰ ਡਿਜੀਟਾਈਜ਼ ਕਰਕੇ ਕੰਪਰੈਸ ਕਰਕੇ ਆਉਣ ਵਾਲੀ ਜਨਰੇਸ਼ਨ ਲਈ ਅਸੀਂ ਸਾਂਭ ਸਕਦੇ ਹਾਂ। ਅਲੱਗ-ਅਲੱਗ ਜਗ੍ਹਾ ਤੇ ਇਹਨੂੰ ਸੇਵ ਕੀਤਾ ਜਾ ਸਕਦਾ। ਦੁਨੀਆ 'ਚ ਕਿਤੇ ਵੀ ਬੈਠਾ ਬੰਦਾ, ਹੁਣ ਤੁਸੀਂ ਇੰਗਲੈਂਡ 'ਚ ਬੈਠੇ ਹੋ, ਤੁਸੀਂ ਇੰਡੀਆ ਮੇਰੇ ਕੋਲ ਨਹੀਂ ਆ ਸਕਦੇ, ਤੇ ਮੇਰਾ ਇਹ ਡ੍ਰੀਮ ਹੈ ਕਿ ਮੈਂ ਉਹ ਸਾਰੇ ਗ੍ਰੰਥ ਜਿਹੜੇ ਆ ਕਰਕੇ ਵੈਬਸਾਈਟ ਤੇ ਛੱਡ ਦਵਾਂ। ਜੀ ਨਰਿੰਦਰਪਾਲ ਜੀ, ਜ਼ਰਾ ਕੋਲ ਰੱਖਿਓ। ਹਰਮੀਤ ਸਿੰਘ ਜੀ ਤਾਂ ਤੁਹਾਡੇ ਨਾਲ ਕੁਐਸਚਨ ਤੁਹਾਨੂੰ ਕੋਈ ਕਰਨਾ ਚਾਹੁੰਦੇ ਆ। ਹੈਲੋ। ਹਾਂਜੀ ਵੀਰ ਜੀ, ਤੁਸੀਂ ਜਿਹੜਾ ਮੈਂ ਫੇਸਬੁੱਕ ਤੇ ਦੇਖਿਆ ਸੀਗਾ, ਤੁਸੀਂ ਫੇਸਬੁੱਕ ਤੇ ਪਾਇਆ ਸੀ ਕਿ ਤੁਲਸੀਦਾਸ ਦੀ ਰਮਾਇਣ ਜਿਹੜੀ ਆ ਉਹ ਗੁਰਮੁਖੀ ਦੇ ਵਿੱਚ ਲਿਖੀ ਆ ਤੁਹਾਡੇ ਕੋਲ, ਤੇ ਤੁਸੀਂ ਮੈਨੂੰ ਫਿਰ ਫੋਨ ਤੇ ਵੀ ਦੱਸਿਆ ਸੀਗਾ ਕਿ ਪਹਿਲਾਂ ਜਿਹੜੀ ਆ ਹਿੰਦੀ ਭਾਸ਼ਾ ਜਿਹੜੀ ਪੰਜਾਬ ਦੇ ਵਿੱਚ ਹੁੰਦੀ ਨਹੀਂ ਸੀ। ਪੰਜਾਬ ਦਾ ਹਿੰਦੂ ਵੀ ਜਿਹੜਾ ਵਾ ਉਹ ਪੰਜਾਬੀ ਬੋਲਦਾ ਸੀ, ਪੰਜਾਬੀ ਪੜ੍ਹਦਾ ਸੀ, ਪੰਜਾਬੀ ਲਿਖਦਾ ਸੀਗਾ, ਤੇ ਜਿੰਨੇ ਵੀ ਹਿੰਦੂ ਗ੍ਰੰਥ ਆ ਸਾਰੇ ਪੰਜਾਬੀ ਦੇ ਵਿੱਚ ਹੁੰਦੇ ਸੀਗੇ।
ਤੁਸੀਂ ਇਹਦੇ ਬਾਰੇ ਦੱਸੋ ਵੀ ਤੁਹਾਡੇ ਕੋਲ ਜਿਹੜੇ ਪੱਕੇ ਸਬੂਤ ਆ ਰਮਾਇਣ ਜਾਂ ਹੋਰ ਤੁਲਸੀਦਾਸ ਦੀ ਲਿਖੀ ਜਾਂ ਹੋਰ ਜਿੰਨੇ ਵੀ ਗ੍ਰੰਥ ਆ ਹਿੰਦੂ ਗ੍ਰੰਥ ਉਹ ਕਿੰਨੇ ਕਿਹਾ ਤੇ ਕਿਹੜੇ ਕਿਹੜੇ ਆ ਤੇ ਇਹ ਕਦੋਂ ਤੋਂ ਜਿਹੜੀ ਆ ਫਿਰ ਪੰਜਾਬੀ ਦੀ ਥਾਂ ਜਿਹੜੀ ਆ ਉਹ ਪੰਜਾਬ ਦੇ ਵਿੱਚ ਹਿੰਦੀ ਨੇ ਲੈ ਲਈ ਸੀ? ਹਾਂਜੀ ਨਰਿੰਦਰਪਾਲ ਜੀ। ਹਾਂਜੀ ਮੈਂ ਇਹ ਬਹੁਤ ਇੰਟਰਸਟਿੰਗ ਇੱਕ ਤੁਸੀਂ ਕੁਐਸਚਨ ਵੀ ਕੀਤਾ ਤੇ ਵੈਸੇ ਜਿਹਨਾਂ ਨੂੰ ਨਹੀਂ ਪਤਾ ਦੀ ਨੌਲੇਜ ਲਈ ਮੈਂ ਦੱਸਣ ਜਾ ਰਿਹਾ ਕਿ ਪੰਜਾਬ ਦੇ ਵਿੱਚ ਸਾਨੂੰ ਜਿੰਨੇ ਵੀ ਹਿੰਦੂਆਂ ਦੇ ਵੀ ਮੈਨੂਸਕ੍ਰਿਪਟ ਮਿਲੀਆਂ, ਚਾਹੇ ਉਹ ਰਾਮਾਇਣ ਹੈ, ਚਾਹੇ ਵਾਲਮੀਕੀ ਰਾਮਾਇਣ ਹੈ, ਤੁਲਸੀਦਾਸ ਦੀ ਲਿਖੀ ਹੋਈ ਰਾਮਚਰਿਤ ਮਾਨਸ ਹੈ, ਜਾਂ ਭਗਵਤ ਗੀਤਾ ਹੈ, ਹਨੂਮਾਨ ਨਾਟਕ ਹੈ, ਵਿਸ਼ਨੂੰ ਪੁਰਾਣ, ਭਾਗਵਤ ਪੁਰਾਣ, ਹਿੰਦੂ ਧਰਮ ਚ ਪੜ੍ਹੇ ਜਾਣ ਵਾਲੇ ਸਾਰੇ ਗ੍ਰੰਥ ਜਿਹੜੇ ਸਾਨੂੰ ਗੁਰਮੁਖੀ ਸਕ੍ਰਿਪਟ ਮਿਲੇ ਪੰਜਾਬੀ ਲਿਪੀ ਚ, ਗੁਰਮੁਖੀ ਲਿਪੀ ਚ। ਓਕੇ। ਉਹ ਤੋਂ ਇਹ ਸਾਬਤ ਹੋ ਰਿਹਾ ਹੈ ਕਿ ਅੱਜ ਤੋਂ 100 ਸਾਲ ਪਹਿਲਾਂ ਮੇਰੇ ਕੋਲ 100 ਸਾਲ ਪੁਰਾਣੇ, 150 ਸਾਲ, 170 ਸਾਲ, 200 ਸਾਲ, 300 ਸਾਲ ਤੱਕ ਜਿੰਨੀਆਂ ਮੈਨੂਸਕ੍ਰਿਪਟ ਮਿਲੀਆਂ ਉਹ ਗੁਰਮੁਖੀ ਦੇ ਵਿੱਚ ਮਿਲੀਆਂ। ਇਟ ਮੀਨਸ ਜਿਹੜੇ ਪੰਜਾਬ ਚ ਰਹਿਣ ਵਾਲੇ ਹਿੰਦੂ ਵੀ ਸੀ ਉਹ ਵੀ ਸੰਸਕ੍ਰਿਤ ਨਹੀਂ ਸੀ ਜਾਣਦੇ। ਅਸੀਂ ਆਪਣੇ ਪੰਜਾਬ ਚ ਕਈ ਵਾਰੀ ਦੇਖੀ ਦਾ ਜਿਹੜੇ ਸਾਡੇ ਬਜ਼ੁਰਗ ਨੇ, ਕੋਈ 80-90 ਸਾਲ ਦੇ ਬਜ਼ੁਰਗ ਜਿਹੜੇ, ਉਹਨਾਂ ਨੂੰ ਹਿੰਦੀ ਨਹੀਂ ਪੜ੍ਹਨੀ ਆਉਂਦੀ, ਉਰਦੂ ਪੜ੍ਹ ਲੈਂਦੇ ਆ। ਜੀ ਬਿਲਕੁਲ ਠੀਕ ਹੈ। ਉਹ ਉਰਦੂ ਤੇ ਪੰਜਾਬੀ ਜਾਣਦੇ ਆ। ਗੁਰਮੁਖੀ ਪੜ੍ਹਾਈ ਜਾਂਦੀ ਸੀ ਗੁਰਦੁਆਰਿਆਂ ਦੇ ਵਿੱਚ। ਜੀ ਜੀ। ਤੇ ਪੰਜਾਬ ਦੇ ਵਿੱਚ ਰਹਿਣ ਵਾਲੇ ਲੋਕ, ਚਾਹੇ ਉਹ ਹਿੰਦੂ ਸੀ, ਉਹ ਭਗਵਤ ਗੀਤਾ ਵੀ ਪੰਜਾਬੀ ਚ ਪੜ੍ਹਦੇ ਸੀ, ਗੁਰਮੁਖੀ ਚ ਪੜ੍ਹਦੇ ਸੀ, ਉਹਨਾਂ ਕੋਲ ਰਾਮਾਇਣ ਵੀ ਗੁਰਮੁਖੀ ਚ ਸੀ। ਭਾਸ਼ਾ ਦੇ ਆਧਾਰ ਤੇ ਬਾਅਦ ਚ ਪੰਜਾਬੀ ਸੂਬੇ ਨੂੰ ਛੋਟਾ ਕੀਤਾ ਗਿਆ, ਇਹ ਕਹਿ ਕੇ ਲੋਕਾਂ ਨੂੰ ਪੋਲੀਟੀਕਲੀ ਮੋਟੀਵੇਟ ਕੀਤਾ ਗਿਆ ਕਿ ਤੁਸੀਂ ਸਰਵੇ ਕਰਨ ਆਉਣਗੇ ਆਫੀਸਰਸ ਤੇ ਤੁਸੀਂ ਆਪਣੀ ਭਾਸ਼ਾ ਹਿੰਦੀ ਲਿਖਾਣਾ। ਉਹਦੇ ਨਾਲ ਇੱਕ ਸਾਜ਼ਿਸ਼ ਦੇ ਤਹਿਤ ਉਹ ਹਿੰਦੀ ਬੋਲਦੇ ਇਲਾਕੇ ਜਿਹੜੇ ਆ ਪੰਜਾਬ ਚੋਂ ਕੱਟ ਕੇ ਉਹਨੂੰ ਹਰਿਆਣਾ ਬਣਾਤਾ ਗਿਆ। ਇਹਦੇ ਵਿੱਚ ਵੀ ਹਰਮੀਤ ਉਹਨਾਂ ਦੀ ਬਹੁਤ ਇੱਥੇ ਕੋਸ਼ਿਸ਼ ਰਹੀ ਆ ਕਿ ਜਦੋਂ ਹੁਣ ਐਤਕੀ ਇੱਥੇ ਸੈਂਸਸ ਹੋਈ ਨਾ, ਉਹ ਚ ਕਹਿੰਦੇ ਸੀ ਵੀ ਭਾਸ਼ਾ ਤੁਸੀਂ ਬੱਚਿਆਂ ਨੂੰ ਵੀ ਜਿਹੜੇ ਆ ਭਾਵੇਂ ਉਹ ਪੰਜਾਬੀ ਪੜ੍ਹਦੇ ਜਾਂ ਨਹੀਂ, ਪਰ ਕਿਉਂਕਿ ਬੋਲਦੇ ਪੰਜਾਬੀ ਆ, ਹੈਗੇ ਪੰਜਾਬੀ ਆ, ਮਾਂ ਪਿਓ ਪੰਜਾਬੀ ਆ, ਕਹਿੰਦੇ ਸੀ ਵੀ ਤੁਸੀਂ ਉੱਥੇ ਕਾਲਮ ਚ ਪੰਜਾਬੀ ਲਿਖਣਾ। ਹਾਂਜੀ ਹਾਂਜੀ। ਤੇ ਇਸੇ ਕਰਕੇ ਉਹ ਸਾਡੇ ਕੋਲ ਇਹ ਐਵੀਡੈਂਸ ਹੈ ਕਿ ਜਿਹੜਾ ਪੰਜਾਬ ਦਾ ਹਿੰਦੂ ਵੀ ਸੀ, ਚਾਹੇ ਉਹ ਸਿੱਖ ਸੀ ਜਾਂ ਹਿੰਦੂ ਸੀ, ਉਹ ਪੰਜਾਬੀ ਉਹ ਆਪਣੇ ਜਿਹੜੇ ਗ੍ਰੰਥ ਹੈ ਹਿੰਦੂ ਧਰਮ ਦੇ ਗ੍ਰੰਥ ਵੀ ਪੰਜਾਬੀ ਦੇ ਵਿੱਚ ਹੀ ਪੜ੍ਹਦੇ ਸੀ। ਤੇ ਉਹ ਸਾਡੇ ਕੋਲ ਵਿਦ ਡੇਟਸ ਉਹਦੇ ਪ੍ਰੂਫ ਹੈ, ਕਿਉਂਕਿ ਕੋਈ ਵੀ ਪੋਥੀ ਜਦੋਂ ਗ੍ਰੰਥ ਖਤਮ ਹੁੰਦਾ ਸੀ ਤੇ ਲਾਸਟ ਪੇਜ ਦੇ ਉੱਤੇ ਲਿਖਿਆ ਹੁੰਦਾ ਕਿ ਅੱਜ ਇਹ ਪੋਥੀ ਸੰਪੂਰਨ ਹੋਈ ਵਿਕਰਮੀ ਸੰਮਤ ਫਲਾਣੀ ਨਾਲ, ਸਾਵਨ ਦਾ ਮਹੀਨਾ ਜਾਂ ਮਾਘ ਦਾ ਮਹੀਨਾ ਦੇਸੀ ਮਹੀਨਾ ਤੇ ਵਿਕਰਮੀ ਸੰਮਤ ਚ ਡੇਟ ਹੁੰਦੀ ਹੈ। ਉਹਨਾਂ ਡੇਟ ਤੋਂ ਇਹ ਪ੍ਰੂਵ ਹੁੰਦਾ ਕਿ ਪੰਜਾਬ ਦੇ ਵਿੱਚ ਸੰਸਕ੍ਰਿਤ ਜਾਂ ਹਿੰਦੀ ਨਹੀਂ ਸੀ ਪੜ੍ਹੀ ਜਾਂਦੀ, ਉੱਥੇ ਪੰਜਾਬੀ ਹੀ ਪੜ੍ਹੀ ਜਾਂਦੀ ਸੀ। ਜੀ ਜੀ। ਹਾਂਜੀ। ਤੇ ਮੈਂ ਇਹੀ ਮੇਰੀ ਕੋਸ਼ਿਸ਼ ਹੈ ਕਿ ਸਕੂਲਾਂ ਚ ਜਾ ਕੇ ਨੈਕਸਟ ਜਨਰੇਸ਼ਨ ਨੂੰ ਜੇ ਅਸੀਂ ਨਹੀਂ ਦੱਸਾਂਗੇ ਤੇ ਉਹ ਸਾਡਾ ਕਸੂਰ ਆ, ਉਹਨਾਂ ਦਾ ਨਹੀਂ ਕਸੂਰ ਹੋਏਗਾ। ਨਹੀਂ ਉਹਨਾਂ ਦਾ ਕਸੂਰ ਨਾ ਹੋਊਗਾ ਜੀ। ਉਹ ਇਹ ਤੋਂ ਜਾਣ ਰਹਿ ਜਾਣ ਕਿ ਅਗਲੀ ਪੀੜ੍ਹੀ ਨਹੀਂ ਪੜ੍ਹ ਪਾਏਗੀ। ਤੇ ਮੇਰੀ ਕੋਸ਼ਿਸ਼ ਹੈ ਕਿ ਮੈਂ ਹੁਣ ਤੱਕ ਪਿਛਲੇ 34 ਸਾਲ ਚ 220 ਐਗਜ਼ੀਬਿਸ਼ਨ ਆਪਣੀਆਂ ਵਨ ਮੈਨ ਸ਼ੋਅ ਕਰ ਚੁੱਕਾ। ਯੂਨੀਵਰਸਿਟੀ ਜਾ ਕੇ, ਸਕੂਲਾਂ ਚ, ਕਾਲਜਾਂ ਚ, ਨਾਨਕਸ਼ਾਹੀ ਸਿੱਕੇ, ਹੱਥ ਲਿਖਤ ਪੋਥੀਆਂ, ਸਾਡੇ ਪੁਰਾਣੇ ਸ਼ਸਤਰ ਜਿਹੜੇ ਆ, ਤੇ ਸਾਡਾ ਇਤਿਹਾਸ ਕੀ ਹੈ, ਤੇ ਸਾਡੇ ਕੋਲ ਗੁਰੂ ਸਾਹਿਬ ਨੇ ਸਾਨੂੰ ਕੀ ਦਿੱਤਾ। ਇੱਕ ਸੰਤ ਸਫਾਈ ਦਾ ਕੰਸੈਪਟ ਦਿੱਤਾ ਕਿ ਸ਼ਸਤਰ ਤੇ ਸ਼ਾਸਤਰ ਦੋ ਚੀਜ਼ਾਂ ਸਾਡੇ ਕੰਪਲਸਰੀ ਸੀਗੀਆਂ। ਕੋਈ ਗ੍ਰੰਥ ਤੋਂ ਸੇਧ ਲੈਣਗੀਆਂ ਤੇ ਸ਼ਸਤਰ ਆਪਣੀ ਰੱਖਿਆ ਲਈ ਰੱਖਣਾ ਤੇ ਜ਼ੁਲਮ ਦੇ ਟਾਕਰੇ ਲਈ। ਉਹੀ ਮੇਰਾ ਕੋਸ਼ਿਸ਼ ਹੈ ਕਿ ਆਉਣ ਵਾਲੇ ਟਾਈਮ 'ਚ ਮੈਂ ਇੱਕ ਇੱਥੇ ਪਰਮਾਨੈਂਟ ਮਿਊਜ਼ੀਅਮ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਉਹ ਸਾਰਾ ਕੁਛ ਪੱਕਾ ਡਿਸਪਲੇ ਹੋ ਜਾਏ। ਮੈਂ ਰਵਾਂ ਵੀ ਜਾਂ ਨਾ ਵੀ ਰਵਾਂ ਅੱਗੋਂ, ਤੇ ਆਉਣ ਵਾਲੀ ਜਨਰੇਸ਼ਨ ਲਈ ਉਹ ਇੱਕ ਮਤਲਬ ਉਹਨਾਂ ਨੂੰ ਸੇਧ ਮਿਲਦੀ ਰਹੇ, ਉਹਨੂੰ ਦੇਖ ਕੇ ਪ੍ਰੇਰਨਾ ਵੀ ਮਿਲੇ ਕਿ ਹਾਂ ਸਾਡੇ ਆ ਗੁਰਮੁਖੀ ਦੇ ਗ੍ਰੰਥ ਸੀਗੇ, ਨਾਨਕਸ਼ਾਹੀ ਸਿੱਕੇ ਸੀ, ਸਾਡੇ ਕਿਹੜੇ ਸ਼ਸਤਰ ਸੀ। ਜੀ ਬਹੁਤ ਵੱਡੀ ਕੋਸ਼ਿਸ਼ ਹੈ। ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਧੰਨਵਾਦ ਜੀ। ਹਿੰਦੂ ਧਰਮ ਦੇ ਕਾਫੀ ਗ੍ਰੰਥ ਨੇ ਜੀ। ਇਹ ਮਤਲਬ ਇੱਕ ਆਮ ਤੌਰ ਤੇ ਦੇਖਿਆ ਜਾਂਦਾ, ਲੋਕਾਂ ਦੀ ਸੋਚ ਹੈ ਕਿ ਸ਼ਾਇਦ ਰਾਮਾਇਣ ਤੇ ਜਿਹੜੀ ਗੀਤਾ ਵਾ ਸੰਸਕ੍ਰਿਤ ਚ ਸੀਗੀ। ਜੀ ਹੁਣ ਇੱਕ ਹੋਰ ਚੀਜ਼ ਹੈ ਜਿਹਦੇ ਵਿੱਚ ਸਵਾਲ ਇਹ ਵੀ ਨਿਕਲਦਾ, ਅਸੀਂ ਸੋਚਦੇ ਹਾਂ ਵੀ ਜਿਹੜੀ ਗੁਰਮੁਖੀ ਆ ਜਾਂ ਪੰਜਾਬੀ ਆ ਇਹ ਗੁਰੂਆਂ ਦੇ ਆਉਣ ਤੋਂ ਬਾਅਦ ਕਹ ਲਓ 5-7 ਸਾਲ ਪੁਰਾਣੀ ਇਹ ਭਾਸ਼ਾ ਹੈਗੀ ਹੈ, ਪਰ ਜਿੱਦਾਂ ਤੁਸੀਂ ਦੱਸਿਆ ਕਿ ਰਾਮਾਇਣ ਜਿਹੜੀ ਪੰਜਾਬੀ ਚ ਵੀ ਲਿਖੀ ਗਈ ਆ ਜਾਂ ਬਾਕੀ ਗ੍ਰੰਥ ਲਿਖੇ ਗਏ, ਉਹ ਗੁਰੂਆਂ ਦੇ ਪੀਰੀਅਡ ਤੇ ਹੀ, ਗੁਰੂਆਂ ਦੇ ਪੀਰੀਅਡ ਦੇ ਦੌਰਾਨ ਤੇ ਗੁਰੂਆਂ ਤੋਂ ਬਾਅਦ ਹੀ ਲਿਖੀਆਂ ਗਈਆਂ। ਅੱਛਾ। ਉਹਦਾ ਪੀਰੀਅਡ ਸਾਨੂੰ 100 ਸਾਲ, 150, 200, 300 ਸਾਲ ਤੱਕ ਦੀਆਂ ਸਾਨੂੰ ਮਿਲਦੀਆਂ। ਉਹ ਅਸਲ ਦੇ ਵਿੱਚ ਉਹ ਭਾਵੇਂ ਉਹਦਾ ਅੱਜ ਤੋਂ ਸੈਂਕੜੇ ਸਾਲ ਪਹਿਲਾਂ ਸੰਸਕ੍ਰਿਤ ਚ ਲਿਖੀਆਂ ਗਈਆਂ ਹੋਣ, ਪਰ ਪੰਜਾਬ ਦੇ ਲੋਕਾਂ ਨੇ ਉਹਨੂੰ ਡਿਵੈਲਪ ਕੀਤਾ ਗੁਰਮੁਖੀ ਦੇ ਵਿੱਚ। ਪੰਜਾਬ ਦੇ ਵਿੱਚ ਉਹਦੀ ਸਾਰੇ ਟ੍ਰਾਂਸਲੇਟ ਕੀਤੀ ਗਈ ਉਹਨੂੰ ਪੰਜਾਬੀ ਦੇ ਵਿੱਚ, ਟ੍ਰਾਂਸਲੇਸ਼ਨ ਐਂਡ ਟ੍ਰਾਂਸਲਿਟਰੇਸ਼ਨ। ਹਾਂਜੀ। ਕਿ ਉਹ ਉਹਨਾਂ ਨੂੰ, ਕਿਉਂਕਿ ਉਹ ਸੰਸਕ੍ਰਿਤ ਨਹੀਂ ਸੀ ਜਾਣਦੇ, ਜੀ ਉਹਨਾਂ ਨੇ ਆਪਣੀ ਸਹੂਲਤ ਲਈ ਉਹ ਸਾਰੇ ਗ੍ਰੰਥਾਂ ਨੂੰ ਪੰਜਾਬੀ ਚ ਤਰਜਮਾ ਕੀਤਾ ਤੇ ਪੰਜਾਬੀ ਦੇ ਵਿੱਚ ਗੁਰਮੁਖੀ ਚ ਪੜ੍ਹਦੇ ਸੀ। ਉਦੋਂ ਸਾਨੂੰ ਇਹ ਪਤਾ ਲੱਗਦਾ ਕਿ ਪੰਜਾਬ ਦਾ ਚਾਹੇ ਹਿੰਦੂ ਸੀ ਜਾਂ ਸਿੱਖ ਸੀ, ਉਹ ਗੁਰਮੁਖੀ ਹੀ ਪੜ੍ਹਦਾ।
ਉਹ ਇੱਕ ਸਾਧਨ ਹੋ ਜਾਂਦਾ ਕਿ ਹਰ ਇੱਕ ਬੰਦਾ ਪੜ੍ਹ ਸਕੇ। ਜਿਵੇਂ ਹੁਣ ਤੁਸੀਂ ਸੁਣਿਆ ਹੋਣਾ ਕਿ ਚਾਈਨਾ 'ਚ ਉਹਨਾਂ ਦੇ ਸੁਖਮਨੀ ਸਾਹਿਬ ਜਿਹੜਾ ਆ ਚਾਈਨਾ ਦੇ ਵਿੱਚ ਲਿਖਵਾਇਆ। ਹਾਂਜੀ, ਚਾਈਨਾ ਉਹਨਾਂ ਦੀ ਭਾਸ਼ਾ 'ਚ। ਠੀਕ ਹੈ, ਥੈਂਕ ਯੂ ਵੈਰੀ ਮਚ ਨਰਿੰਦਰਪਾਲ ਜੀ। ਤੇ ਹੁਣ ਮੈਂ ਦੂਸਰੇ ਵੀ ਕਾਲ ਲੈਣੇ ਕਿਉਂਕਿ ਟਾਈਮ ਸਾਡੇ ਕੋਲ 20 ਮਿੰਟ ਰਹਿੰਦਾ। ਬਹੁਤ ਬਹੁਤ ਧੰਨਵਾਦ ਤੁਹਾਡਾ ਟਾਈਮ ਦੇਣ ਦਾ। ਤੇ ਗੱਲਬਾਤ ਜਾਣੂ ਕਰਾਂਗੇ ਅਸੀਂ ਹਰਮੀਤ ਜੀ ਨਾਲ। ਹੈਲੋ, ਹਾਂਜੀ ਵੀਰ ਜੀ। ਹਾਂਜੀ, ਤੁਸੀਂ ਮੈਂ ਉਹਨਾਂ ਨਾਲ ਫੋਨ ਮਿਲਾਉਣਾ ਤੇ ਤੁਸੀਂ ਜਾਣੂ ਗੱਲਬਾਤ ਕਰੋ ਪੰਜਾਬੀ ਬਾਰੇ। ਜੀ ਜੀ, ਮੈਂ ਬੇਨਤੀ ਤੁਹਾਨੂੰ ਪਹਿਲਾਂ ਵੀ ਫੋਨ ਤੇ ਵੀ ਕਰ ਰਿਹਾ ਸੀਗਾ ਕਿ ਆਪਾਂ ਜਿਹੜੀ ਹੈ ਪੰਜਾਬੀ ਬੋਲੀ ਦੀ ਕੈਂਪੇਨ ਯੂਕੇ ਦੇ ਵਿੱਚ ਸ਼ੁਰੂ ਕੀਤੀ ਸੀ ਕਿ ਅਪ੍ਰੈਲ 2015 ਤੋਂ ਸ਼ੁਰੂ ਕੀਤੀ। ਜਿਹੜਾ A ਲੈਵਲ ਦਾ ਮੋਰਚਾ ਵਾ ਉਦੋਂ ਸਾਰੇ ਪੰਜਾਬੀਆਂ ਨੇ ਜਿੱਤ ਲਿਆ ਸੀਗਾ। ਬਸ ਕਿਸੇ ਨੇ ਥੋੜਾ ਘੱਟ ਹਿੱਸਾ ਪਾਇਆ, ਕਿਸੇ ਨੇ ਵੱਧ ਪਾਇਆ, ਤੇ ਸਾਰੇ ਪੰਜਾਬੀਆਂ ਨੇ ਉਦੋਂ ਇਹ ਮੋਰਚਾ ਜਿੱਤਿਆ ਸੀ। ਉਸ ਤੋਂ ਬਾਅਦ ਜਿਹੜਾ ਦੂਸਰਾ ਮੋਰਚਾ ਸੀਗਾ ਆਪਣਾ, ਉਹ ਸੈਂਸਸ ਵਾਲਾ ਸੀਗਾ। ਇੱਥੇ ਯੂਕੇ ਦੇ ਵਿੱਚ ਸੈਂਸਸ ਹੋ ਰਿਹਾ ਸੀਗਾ ਪਿਛਲੇ ਸਾਲ 21 ਨੂੰ, ਤੇ ਉਹ ਆਪਾਂ ਉਹਦਾ ਰਿਜ਼ਲਟ ਜਿਹੜਾ ਵਾ ਜੀ ਉਹ ਥੋੜੀ ਦੇਰ ਬਾਅਦ, ਥੋੜੇ ਮਹੀਨਿਆਂ ਬਾਅਦ ਆਉਣ ਵਾਲਾ ਵਾ। ਇੱਥੇ 3-4 ਮਹੀਨੇ ਤੱਕ ਉਹਦਾ ਰਿਜ਼ਲਟ ਆ ਜਾਣਾ। ਤੇ ਉਹਦੇ 'ਚ ਵੀ ਆਪਾਂ ਨੂੰ ਆਸ ਹੈ ਆਪਾਂ ਯੂਕੇ ਦੇ ਵਿੱਚ ਪੰਜਾਬੀ ਬੋਲੀ ਨੂੰ ਤੀਸਰੇ ਨੰਬਰ ਤੋਂ ਚੁੱਕ ਕੇ ਦੂਸਰੇ ਨੰਬਰ ਤੇ ਲੈ ਜਾਣਾ ਜੀ। ਹਾਂਜੀ ਹਾਂਜੀ ਹਾਂਜੀ, ਗੱਲ ਕਰੋ ਤੁਸੀਂ ਜੀ। ਤੇ ਜਿਹੜੀ ਆਪਾਂ ਕੈਂਪੇਨ ਪਿਛਲੇ ਸਾਲ ਆਰੰਭੀ ਸੀਗੀ ਸੈਂਸਸ ਵਾਲੀ, ਇਹਦੇ ਨਾਲ ਆਪਾਂ ਨੂੰ ਇਹ ਵੀ ਕਾਫੀ ਫਾਇਦਾ ਹੋਇਆ ਕਿ ਵਿਸ਼ਵ ਲੈਵਲ ਤੇ ਜਿਹੜਾ ਵਾ ਜਾਂ ਆਪਾਂ ਵਰਲਡ ਵਾਈਡ ਪੰਜਾਬੀ ਜਿਹੜੇ ਸੀ ਉਹਨਾਂ ਨੂੰ ਇੱਕ ਦੂਜੇ ਨਾਲ ਜੁੜਨ ਦਾ ਬੜਾ ਮੌਕਾ ਮਿਲਿਆ ਵਾ। ਔਰ ਉਹਦੇ ਨਾਲ ਪੰਜਾਬੀ ਬੋਲੀ ਲਹਿਰ ਜਿਹੜੀ ਆ ਪੂਰੇ ਵਰਲਡ ਵਾਈਡ ਜਿਹੜੀ ਸੀਗੀ ਉਹ ਕਾਫੀ ਸਟਰੋਂਗ ਵੀ ਹੋਈ ਆ ਜੀ। ਜਿਸ ਤਰ੍ਹਾਂ ਹੁਣੇ ਸ਼ਾਹ ਸਾਹਿਬ ਦੱਸ ਰਹੇ ਸੀਗੇ ਕਿ ਪੰਜਾਬੀ ਜਿਹੜੀ ਆ ਇਸ ਵੇਲੇ ਪੰਜਾਬੀ ਬੋਲਣ ਵਾਲੇ ਲੋਕ ਜਿਹੜੇ ਸੁਚੇਤ ਹੋ ਚੁੱਕੇ ਆ। ਤੇ ਇਸ ਵੇਲੇ 21 ਤਰੀਕ ਨੂੰ ਜਿਹੜਾ ਬੜਾ ਵੱਡਾ ਜਿਹੜਾ ਪ੍ਰੋਟੈਸਟ ਹੋ ਰਿਹਾ ਵਾ ਕਿ ਪੰਜਾਬੀ ਬੋਲੀ ਨੂੰ ਸਕੂਲਾਂ ਦੇ ਵਿੱਚ ਪਾਕਿਸਤਾਨ ਦੇ ਵਿੱਚ ਕਿਉਂ ਨਹੀਂ ਲਾਇਆ ਜਾਂਦਾ। ਇਸੇ ਤਰ੍ਹਾਂ ਇੰਡੀਆ ਦੇ ਵਿੱਚ ਵੀ ਜਿਹੜਾ ਵਾ ਉਹ ਬੜੀਆਂ ਆਰਗੇਨਾਈਜੇਸ਼ਨਾਂ ਬਣੀਆਂ ਵਾ। ਮਿੱਤਰ ਸੈਨ ਮੀਤ ਜਿਹੜੇ ਆ ਇੰਡੀਆ ਦੇ ਵਿੱਚ ਉਹ ਉਹਨਾਂ ਨੇ ਇੱਕ ਭਾਈਚਾਰਾ ਬਣਾਇਆ ਹੋਇਆ। ਤੇ ਉਹ ਬੜੇ ਜ਼ਿਆਦਾ ਉਹਨਾਂ ਨੇ ਯਤਨ ਕੀਤੇ। ਖੁਦ ਵਕੀਲ ਨੇ ਔਰ ਉਹ ਚਿੱਠੀ ਪੱਤਰ ਰਾਹੀਂ ਉਹ ਅਕੋਰਡਿੰਗ ਟੂ ਵਿਦ ਇਨ ਇੰਡੀਅਨ ਲਾ ਜਿਹੜਾ ਵਾ ਉਹ ਉਹਨਾਂ ਨੇ ਬੜੇ ਜ਼ਿਆਦਾ ਜਿਹੜੇ ਸਰਕਾਰ ਦੇ ਕੋਲੋਂ ਕੰਮ ਕਰਵਾ ਲਏ ਆ। ਮਤਲਬ ਇਹ ਕਿ ਆਪਾਂ ਜਿਹੜਾ 2015 ਤੋਂ ਇੱਥੇ ਜ਼ੋਰ ਲਾਇਆ ਵਾ ਸਾਰੇ ਪੰਜਾਬੀ ਮੀਡੀਆ ਨੇ, ਸਾਰੇ ਪੰਜਾਬੀਆਂ ਨੇ, ਉਹ ਵਿਸ਼ਵ ਲੈਵਲ ਤੇ ਵਰਲਡ ਵਾਈਡ ਜਿਹੜਾ ਵਾ ਪੰਜਾਬੀਆਂ ਤੱਕ ਉਹ ਗੱਲ ਪਹੁੰਚੀ ਆ। ਤੇ ਸਾਰੇ ਪੰਜਾਬੀਆਂ ਨੇ ਜਿਹੜਾ ਵਾ ਉਹ ਇੰਨਾ ਜ਼ਿਆਦਾ ਜ਼ੋਰ ਲਾ ਰਿਹਾ ਇੰਡੀਆ ਦੇ ਵਿੱਚ ਵੀ ਪਾਕਿਸਤਾਨ ਦੇ ਵਿੱਚ ਵੀ। ਆਪਾਂ ਹੁਣ ਇੱਥੇ ਜਿਹੜਾ ਵਾ ਉਹ ਸਗੋਂ ਇੰਨਾ ਨਹੀਂ ਆਪਣੇ ਕੋਲੋਂ ਜ਼ੋਰ ਲੱਗ ਰਿਹਾ ਜਿੱਦਾਂ ਉਹ ਇਸ ਵੇਲੇ ਪਾਕਿਸਤਾਨ ਦੇ ਵਿੱਚ ਤੇ ਇੰਡੀਆ ਦੇ ਵਿੱਚ ਉਹ ਜ਼ੋਰ ਲਾ ਰਿਹਾ ਜੀ। ਹਾਂਜੀ ਜੀ, ਇਹ ਇਸ ਵੇਲੇ ਗੁਰਚਰਨ ਸਿੰਘ ਜੀ ਕਾਉਂਸਲਰ ਜਿਹੜੇ ਆ ਸਾਊਥਰ ਤੋਂ, ਉਹਨਾਂ ਨਾਲ ਗੱਲਬਾਤ ਕਰਾਂਗੇ। ਤਾਂ ਉਹਨਾਂ ਦਾ ਦੂਸਰੇ ਜਰਮਨੀ ਵਾਲਿਆਂ ਦਾ ਫੋਨ ਨਹੀਂ ਲੱਗ ਰਿਹਾ ਜੀ ਅਜੇ ਵੀ। ਉਹ 2-3 ਵਾਰੀ ਮੈਂ ਡਾਇਲ ਕੀਤਾ। ਤੇ ਹਾਂਜੀ ਹਾਂਜੀ, ਤੇ ਤੁਸੀਂ ਜਾਣੋ ਇਹਨਾਂ ਤੇ ਆਪਾਂ ਵਿਚਾਰ ਲੈਂਦੇ ਹਾਂ ਜੀ। ਜੀ ਹੈਲੋ ਹੈਲੋ ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ। ਹਾਂਜੀ, ਪੰਜਾਬੀ ਬਾਰੇ 'ਚ ਜਿਹੜੇ ਤੁਸੀਂ ਕੀ ਕਹਿਣਾ ਚਾਹੁੰਦੇ? ਇਹਨਾਂ ਦੀ ਜਿਹੜੀ ਜਿੰਨੀ ਇਹਨਾਂ ਦੀ ਕੋਸ਼ਿਸ਼ ਹੈ ਅਸੀਂ ਤਾਂ ਬਹੁਤ ਐਪਰੀਸ਼ੀਏਟ ਕਰਦੇ ਹਾਂ, ਕਿਉਂਕਿ ਰੇਡੀਓ ਤੇ ਅੱਗੇ ਚਾਹੇ ਤੁਸੀਂ ਨਹੀਂ ਵੀ ਆਏ ਪਰ ਇਹ ਇਹੋ ਜਿਹਾ ਪੰਜਾਬੀ ਨੂੰ ਪ੍ਰਮੋਟ ਕਰਨ ਲਈ ਪ੍ਰੋਗਰਾਮ ਕਰਦੇ ਰਹਿੰਦੇ ਆ। ਸੋ ਇਹਦੇ ਬਾਰੇ 'ਚ ਤੁਹਾਡੇ ਕੀ ਵਿਚਾਰ? ਪੰਜਾਬੀ ਇਸ ਮੁਲਕ 'ਚ ਜਾਂ ਬਾਕੀ ਦੁਨੀਆ ਦੇ ਦੂਸਰੇ ਹਿੱਸਿਆਂ ਵਿੱਚ ਪੜ੍ਹਾਉਣੀ ਚਾਹੀਦੀ ਜਾਂ ਨਹੀਂ ਪੜ੍ਹਾਉਣੀ ਚਾਹੀਦੀ? ਹਾਂਜੀ ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਿਲਕੁਲ ਜੀ, ਬਹੁਤ ਵਧੀਆ ਸ਼ੋਅ ਆ ਤੁਹਾਡਾ। ਮੈਂ ਹੁਣ ਸੁਣੀ ਜਾਂਦਾ ਸੀ ਤੇ ਆਲਰੇਡੀ ਜਿਹੜੇ ਤੁਹਾਡੇ ਮੈਥੋਂ ਪਹਿਲਾਂ ਜਿਹੜੇ ਹਰਮੀਤ ਸਿੰਘ ਜੀ ਭਾਜੀ ਜਿਹੜੇ ਬੋਲ ਚੁੱਕੇ ਆ ਹਨਾ, ਆਲਰੇਡੀ they've explained enough ਹਨਾ। ਹੁਣ ਮੈਂ ਤੁਹਾਨੂੰ ਜਿਹੜੀ ਮੇਰੀ ਹੁਣ ਦੱਸ ਰਿਹਾ ਪੋਜੀਸ਼ਨ, ਮੈਂ ਵੀ ਇੱਥੇ ਜਿਹੜੀ ਇਹ ਆਪਾਂ ਕਹਿੰਦੇ ਮਦਰ ਟੰਗ ਦਾ ਮਾਂ ਬੋਲੀ ਹਨ, ਮੈਂ ਵੀ ਇਹ ਘਰੇ ਸਿੱਖੀ ਵੀ ਆ ਮਾਂ ਪਿਓ ਤੋਂ ਹਨਾ। ਤੇ ਇੱਥੇ we didn't have the opportunity। ਠੀਕ, ਉਸ ਟਾਈਮ ਮੇਰੀ ਹੁਣ 40 ਸਾਲ ਉਮਰ ਹੋ ਗਈ। ਸੋ it's very very important ਜਿਹੜੇ ਇਹ ਆਪਾਂ ਗਾਹਾਂ ਬੱਚਿਆਂ ਨੂੰ ਹਨਾ ਸਿਖਾਈਏ। it's essential because ਜੇ ਆਪਾਂ ਇਹ ਮਾਂ ਬੋਲੀ ਨਾ ਸਿਖਾਈਏ, ਅੱਗੇ ਜਿਹੜੀ ਸਾਡੀ ਪੰਜਾਬੀ ਹਿਸਟਰੀ ਆ ਉਹ slowly is going to diminish and ਖਤਮ ਹੋ ਜਾਣੀ ਹੈ ਜੀ। ਤੇ ਇੱਥੇ ਮੈਂ ਇੱਕ ਪੇਪਰ ਪੜ੍ਹ ਰਿਹਾ ਸੀ, ਇੱਕ ਪ੍ਰੋਫੈਸਰ ਸੀ ਕੈਂਬਰਿਜ ਯੂਨੀਵਰਸਿਟੀ ਦੇ ਵਿੱਚ, ਵੈਂਡੀ ਐਸ ਬੈਨੇਟ। ਉਹਨੇ ਇਹ ਸਟੱਡੀ ਕੀਤੀ ਸੀ ਇਹ ਚੀਜ਼ਾਂ। ਉਹਨੇ 2017 ਦੇ ਵਿੱਚ ਕਿਹਾ ਸੀ ਜਿਹੜੀ ਇਹ ਮਲਟੀਲਿੰਗੁਅਲਿਜ਼ਮ ਹੈਗੀ ਹੈ ਨਾ, ਜਿਹੜੀ ਲੈਂਗੁਏਜ ਆ, ਇਟਸ ਐਸੈਂਸ਼ੀਅਲ, ਇਟਸ ਵੈਰੀ ਵੈਰੀ ਇੰਪੋਰਟੈਂਟ। ਜਿਹੜੀ ਕਮਿਊਨਿਟੀ ਕੋਹੀਜ਼ਨ ਆ
ਐਂਡ ਜਿਹੜੀ ਪੀਪਲ ਜਿਹੜੀ ਵੈਲਬੀਨ ਆ, ਜਿਹੜੀ ਸਾਡੀ ਹੈਲਥ ਆ ਐਂਡ ਕਮਿਊਨਿਟੀ ਐਂਡ ਇਕੋਨਮੀ ਲਈ ਇਹ ਬਹੁਤ ਫਾਇਦੇ ਵਾਲੀ ਚੀਜ਼ ਆ। ਐਂਡ ਜਿਹੜੇ ਸਾਨੂੰ ਕੀ ਕਰਨਾ ਚਾਹੀਦਾ, ਜਿਹੜੀ ਐਕਚੁਅਲੀ ਸਾਡੀ ਕਮਿਊਨਿਟੀ ਹੈ ਉਹਨਾਂ ਨੂੰ ਇੰਗੇਜ ਕਰਨਾ ਚਾਹੀਦਾ, ਬਿਕਾਜ਼ already English ਜਿਹੜੇ ਇੰਗਲਿਸ਼ ਆਪਾਂ ਸਿੱਖਦੇ ਹੈਗੇ ਆ ਐਨੀਵੇ, ਜਿਹੜੀ ਨੈਸ਼ਨਲ ਕਰਿਕੂਲਮ ਦੇ ਵਿੱਚ ਹੈਗੀ ਆ। ਵੀ ਹੈਵ ਫ੍ਰੈਂਚ, ਜਰਮਨੀ, ਸਪੈਨਿਸ਼, ਜੋ ਮਰਜ਼ੀ। ਹਾਂਜੀ ਪ੍ਰੋਬਲਮ ਹੈਗੀ ਹੈ ਇਨ ਦ UK ਇਹ ਲੈਂਗੁਏਜਾਂ ਸਿੱਖਣੀਆਂ ਦੇ ਆਰ ਵੈਰੀ ਵੈਰੀ ਡਿਫਿਕਲਟ ਐਂਡ ਵੀ ਆਰ ਵੈਰੀ ਮੋਨੋਲਿੰਗੁਇਸਟਿਕ, ਮਤਲਬ ਜਿੱਦਾਂ ਇੱਕ ਲੈਂਗੁਏਜ ਹੀ ਬੋਲ ਸਕਦੇ ਮੋਸਟਲੀ ਇਨ UK। ਜਿਹੜੇ ਬਾਹਰ ਯੂਰਪੀਅਨ ਕੰਟਰੀਆਂ ਹੋ ਗਏ, ਤਾਂ ਇੰਡੀਆ ਹੋ ਗਿਆ, ਤਾਂ ਫਰਾਂਸ, ਚਾਈਨਾ ਸਮਝੋ, ਉਹ ਬਹੁਤ ਕੁਇਕਲੀ ਕੈਚ ਕਰ ਲੈਂਦੇ ਇੰਗਲਿਸ਼ ਲੈਂਗੁਏਜ ਉਹ ਅਦਰ ਲੈਂਗੁਏਜ, ਬਿਕੋਜ਼ ਇੰਗਲਿਸ਼ ਸਾਰੇ ਪਾਸੇ ਦਿਖਦੀ ਹੈ ਸਾਨੂੰ, not just in classroom, in TV, in music, everywhere ਸੁਣਦੇ ਹਨ। ਐਂਡ ਜਿਹੜੇ ਆਪਾਂ ਪੰਜਾਬੀ ਆ, we go head start, because ਜੇ ਆਪਾਂ ਕਲਾਸਰੂਮ ਸਿੱਖੀਏ ਪੰਜਾਬੀ, ਘਰੇ ਆ ਕੇ ਵੀ ਸਾਨੂੰ ਹੋਰ ਟ੍ਰੇਨਿੰਗ ਮਿਲ ਜਾਂਦੀ ਹੈ। ਗ੍ਰੈਂਡ ਪੇਰੈਂਟਸ, ਫੈਮਿਲੀ, ਰਿਸ਼ਤੇਦਾਰਾਂ, ਗੁਰਦੁਆਰਿਆਂ ਜਾ ਕੇ ਸਾਨੂੰ ਹੋਰ ਮਿਲ ਜਾਂਦੀ ਹੈ। ਜੇ ਜਿੱਦਾਂ ਵੀ ਹੈਵ, ਜੇ ਥੋੜਾ ਜਿੱਦਾਂ ਕਹਿੰਦੇ ਸੀ ਜਿਹੜੇ ਜਿੱਦਾਂ ਐਲਫਾਬੈਟ ਦੀਆਂ ਬੁੱਕਾਂ ਹੈਗੀਆਂ, ਇਫ ਵੀ ਹੈਵ ਦੀਸ ਬੁੱਕਸ ਇਨ ਦ ਗੁਰਦੁਆਰੇ, ਜਿੱਦਾਂ ਕਮਿਊਨਿਟੀ ਸੈਂਟਰਾਂ 'ਚ ਹੋਵੇ, ਹਨਾ, ਹੌਲੀ ਹੌਲੀ ਵੀ ਕੈਨ ਪਿਕ ਅਪ ਐਂਡ ਵੀ ਕੈਨ ਬੀ ਪ੍ਰਾਊਡ। ਸੋ ਮੈਂ ਤਾਂ ਇਹ ਕਹਿ ਰਿਹਾ, ਜਿਹੜੇ ਮੋਸਟਲੀ ਕੀ ਹੁੰਦਾ, ਜਿੰਨੇ ਹੁਣ ਮੈਂ ਯੰਗਸਟਰ, ਜਿੱਦਾਂ ਹੁਣ ਮੇਰੀ ਕੰਸਟੀਚੁਐਂਸੀ 'ਚ ਜਿਹਦੇ ਮੇਰੇ ਗੱਲਬਾਤ ਹੁੰਦੀ ਆ, a lot of them ਉਹ ਐਕਚੁਅਲੀ ਇੰਪੈਰਸ ਹੋ ਜਾਂਦੇ, ਉਹ ਸ਼ਰਮਿੰਦੇ ਆ ਜਿੱਦਾਂ ਆਪਣੀ ਲੈਂਗੁਏਜ ਤੋਂ, ਆਪਣੇ ਕਲਚਰ ਤੋਂ। ਮੈਂ ਇਹੀ ਗੱਲ ਤੁਹਾਡੇ ਨਾਲ ਕਰਨਾ ਚਾਹੁੰਦਾ, ਤੁਸੀਂ ਕੀ ਸੋਚਦੇ? ਕਈ ਪੇਰੈਂਟਸ ਏਦਾਂ ਦੇ ਆ, ਉਹ ਸਗੋਂ ਤੁਹਾਨੂੰ ਬੜੇ, ਜੇ ਕਿਤੇ ਇੱਧਰ ਉੱਧਰ ਗੱਲ ਹੋਵੇ ਜਾਂ ਕੋਈ ਘਰ ਆਉਂਦਾ ਜਾਂਦਾ ਆ, ਉਹ ਵੀ ਬੜੇ ਪ੍ਰਾਊਡ ਨਾਲ ਕਹਿੰਦੇ ਸਾਡੇ ਬੱਚਿਆਂ ਨੂੰ ਤਾਂ ਜੀ ਪੰਜਾਬੀ ਨਹੀਂ ਆਉਂਦੀ। ਹਾਂਜੀ, ਇਟਸ ਵੈਰੀ ਬੈਡ। ਉਹਦੇ ਨਾਲ ਐਕਚੁਅਲੀ ਕੌਨਫੀਡੈਂਸ ਉਹ ਖਤਮ ਹੋ ਜਾਂਦੀ ਬੱਚੇ ਦੀ। ਸੋ ਸਾਨੂੰ ਕੀ ਕਰਨਾ ਚਾਹੀਦਾ, ਇਹ ਮਜ਼ਾਕ ਨਹੀਂ ਕਰਨਾ ਚਾਹੀਦਾ। ਵੀ ਸ਼ੁਡ ਇਨਕਰੇਜ, ਜੇ ਨਹੀਂ ਆਉਂਦੀ ਯੂ ਐਕਸਪਲੇਨ them 2 ਵਾਰ 4 ਵਾਰ 5 ਵਾਰ। ਮੈਂ ਉਹੀ ਤੁਹਾਡੇ ਨਾਲ ਗੱਲ ਜਿਹੜੀ ਕਰ ਰਿਹਾ, ਇਨਕਰੇਜ ਤਾਂ ਹੋਵੇ ਜੇ ਪੇਰੈਂਟਸ ਐਕਸੈਪਟ ਕਰਨ। ਉਹੀ ਕਹਿ ਦਿੰਦੇ ਵੀ ਇਹਨਾਂ ਨੂੰ ਆਉਂਦੀ ਨਹੀਂ, ਤਾਂ ਇਹਦਾ ਮਤਲਬ ਤੁਸੀਂ ਦੱਸਦੇ ਨਹੀਂ। ਨਹੀਂ, this is our responsibility. And ਜਿੱਦਾਂ ਹੁਣ ਮੈਂ ਜਿਹੜੇ ਸਿੰਗਲ ਲੈਂਗੁਏਜ ਜਿਹੜੇ ਬੋਲਦੇ ਆ, we need to be a multi-linguistic person. It's a two-way street. ਹੁਣ ਜਿੱਦਾਂ ਹੁਣ we're born in this country, ਜਿਹੜੇ ਹੁਣ ਇੱਥੋਂ ਜੰਮਿਆ, ਉਹਨਾਂ ਨੂੰ ਇੰਗਲਿਸ਼ ਵੀ very quickly catch ਹੋ ਜਾਂਦੀ ਹੈ, ਪੰਜਾਬੀ ਵੀ ਬੋਲਣ ਆ ਜਾਂਦੀ ਹੈ। ਜਿਹੜੇ ਹੁਣ ਇੰਡੀਆ ਤੋਂ ਆਏ ਆ, it's little bit hard ਆ, ਹਨਾ, because ਜਿਹੜਾ ਤੁਹਾਡਾ ਬ੍ਰੇਨ ਹੈਗਾ, the developing brain, it starts at a very very young age. ਠੀਕ ਹੈ। But what we should do, we need to engage and we need to be proud, and ਦੱਸਣਾ ਚਾਹੀਦਾ ਸਾਰਿਆਂ ਨੂੰ। If you pick up the Punjabi language, you will know about your history. ਕਈ ਚੀਜ਼ਾਂ ਹੁਣ ਮੈਂ ਇੱਕ ਮੇਰਾ ਕੋਲੀਗ ਸੀ, ਉਹਨੇ ਜਰਮਨ ਕਨਸਟੀਟਿਊਸ਼ਨ ਉਹਨੇ ਪੜ੍ਹਨੀ ਸੀ। ਉਹਨੇ ਕੀ ਕੀਤਾ, ਉਹਨੇ ਕਨਸਟੀਟਿਊਸ਼ਨ 2 ਆਪਸ਼ਨਾਂ ਸੀ, ਇੱਕ ਇੰਗਲਿਸ਼ ਲੈ ਸਕਦਾ ਸੀ, ਇੱਕ ਇਨ ਜਰਮਨ ਲੈਂਗੁਏਜ। ਉਹ ਕਹਿੰਦਾ ਮੈਂ ਉਹ ਮਾਂ ਬੋਲੀ ਕਹਿਣੀ ਇਨ ਜਰਮਨ। ਉਹਨੇ ਜਰਮਨ ਪੜ੍ਹੀ। ਮੈਂ ਉਹਨੂੰ ਫਿਰ ਪੁੱਛਿਆ, ਮੈਂ ਕਿਹਾ ਟਾਈਮ ਬਹੁਤ ਲੱਗਿਆ ਹੋਣਾ ਜਰਮਨ ਸਿੱਖਣ ਨੂੰ। ਉਹ ਕਹਿੰਦਾ ਲੁੱਕ, ਕਿੰਨਾ ਜਿਹੜੇ ਉਹਦੇ ਵਿੱਚ ਹੈ ਨਾ ਜਰਮਨ 'ਚ ਚੀਜ਼ ਸਿੱਖਣੀ ਆ, ਜਿਹੜੀ ਮੈਨੂੰ ਉਹਦੇ ਵਿੱਚੋਂ ਜਿਹੜੀ ਉਹ ਅੰਡਰਸਟੈਂਡਿੰਗ ਮਿਲਣੀ ਆ, that's a different beauty, that's a different quality. Translate ਕਰਕੇ ਉਸ ਅੱਧਾ ਸਵਾਲ ਉੱਥੇ ਗੱਲ ਹੀ ਉੱਥੇ ਮੁੱਕ ਜਾਂਦੀ ਹੈ। ਠੀਕ ਹੈ ਗੁਰਚਰਨ ਸਿੰਘ ਜੀ, ਹੁਣ ਸਾਡੇ ਕੋਲ ਟਾਈਮ ਬਹੁਤ ਥੋੜਾ, ਤੇ ਜੇ ਹੋਰ ਵੀ ਕਾਲਰ ਲੈਣੇ, ਥੈਂਕ ਯੂ ਵੈਰੀ ਮਚ ਤੁਹਾਡੇ ਟਾਈਮ ਦਾ ਜੀ। ਠੀਕ, ਹਾਂਜੀ, ਥੈਂਕ ਯੂ ਜੀ। ਹਾਂਜੀ ਰਮੀਤ ਜੀ। ਹਾਂਜੀ, ਤੁਹਾਨੂੰ ਰਿਕੁਐਸਟ ਹੈ ਕਿ ਤੁਸੀਂ ਉਹ ਜਰਮਨ ਵਾਲੇ ਜਿਹੜੇ ਉਹ ਵੀ ਵੇਟ ਕਰ ਰਹੇ, ਮੈਸੇਜ ਆ ਰਹੇ ਮੈਨੂੰ ਉਹਨਾਂ ਦੇ। ਡਾਕਟਰ ਲਖਵਿੰਦਰ ਸਿੰਘ ਜੀ ਹੁਣ ਦਿੱਲੀ ਵਾਲੇ ਜਿਹੜੇ ਬੜੇ ਸੁਲਝੇ ਹੋਏ ਆ, ਉਹਨਾਂ ਦੇ ਆਪਾਂ ਵਿਚਾਰ ਜ਼ਰੂਰ ਸੁਣਨੇ ਆ ਜੀ। ਥੋੜੇ ਜਿਹੇ ਸਮਾਂ ਇਹਨਾਂ ਨੂੰ ਜਰਮਨੀ ਵਾਲਿਆਂ ਨੂੰ ਦੇ ਕੇ ਫਿਰ ਆਪਾਂ ਲਖਵਿੰਦਰ ਸਿੰਘ ਉਹਨਾਂ ਦੇ ਡਾਕਟਰ ਸਾਹਿਬ ਦੇ ਵਿਚਾਰ ਸੁਣੀਏ। ਹਾਂ ਠੀਕ ਹੈ, ਤੁਸੀਂ ਥੋੜਾ ਜਿਹਾ ਕੈਰੀ ਔਨ ਰੱਖੋ ਫਿਰ ਜੀ। ਜੀ ਹਾਂਜੀ, ਬੇਨਤੀ ਏਦਾਂ ਕਿ ਜਿਹੜਾ ਆਪਾਂ ਇੱਥੇ ਕੈਂਪੇਨ ਪੰਜਾਬੀ ਦੀ ਸ਼ੁਰੂ ਕੀਤੀ ਸੀਗੀ, ਉਹ ਪਿਛਲੇ ਸਾਲ ਸਿਖਰਾਂ ਤੇ ਪਹੁੰਚੀ ਸੀਗੀ, ਜਦੋਂ ਆਪਾਂ ਸੈਂਸਸ ਜਿਹੜਾ ਵਾ ਉਹਦੀ ਕੈਂਪੇਨ ਕਰ ਰਹੇ ਸੀਗੇ। ਤੇ ਸੈਂਸਸ ਵਾਲਾ ਮਸਲਾ ਜਿਹੜਾ ਵਾ ਉਹਦਾ ਰਿਜ਼ਲਟ ਆ ਜਾਣਾ, ਉਹ ਤੇ ਆਪਾਂ ਹੱਲ ਹੋ ਜਾਣਾ ਵਾ। ਤੇ ਇਹਦੇ ਨਾਲ ਨਾਲ ਆਪਾਂ ਇਸੇ ਜਿਹੜੀ ਚਿੱਠੀ MP ਨੂੰ ਜਾਂਦੀ, ਉਹਦੇ ਨਾਲ ਨਾਲ ਆਪਾਂ ਪੰਜਾਬੀ ਬੋਲੀ ਦੇ ਨਾਲ ਨਾਲ ਆਪਾਂ ਸਿੱਖ ਰੈਜੀਮੈਂਟ ਤੇ ਪੰਜਾਬ ਰੈਜੀਮੈਂਟ ਬਣਾਉਣ ਦੀ ਵੀ ਗੱਲ ਕਰ ਰਹੇ ਹਾਂ, ਜਿਹੜੀ ਕਿ ਬੜੀ ਜ਼ਰੂਰੀ ਆ। ਤੇ ਉਹਦੇ ਨਾਲ ਨਾਲ ਆਪਾਂ ਮਾਫੀ ਜਿਹੜੀ ਉਹਦੀ ਵੀ ਗੱਲ ਕਰ ਰਹੇ ਹਾਂ ਕਿ ਜਲਿਆਂਵਾਲਾ ਬਾਗ
ਤੇ ਕਾਮਾਗਾਟਾ ਮਾਰੂ ਜਾਂ 1947 ਦੇ ਵਿੱਚ ਜਿਹੜਾ ਪੰਜਾਬੀਆਂ ਨੂੰ ਕੁੱਟਿਆ ਗਿਆ, ਲੁੱਟਿਆ ਗਿਆ, ਮਾਰਿਆ ਗਿਆ, ਕਰੋੜਾਂ ਪੰਜਾਬੀ ਜਿਹੜੇ ਸੀਗੇ ਉਹ ਉਜਾੜ ਦਿੱਤੇ ਗਏ। ਤੇ ਉਹ ਆਪਾਂ ਮਾਫੀ ਦੀ ਗੱਲ ਕਰ ਰਹੇ ਹਾਂ ਕਿ ਠੀਕ ਉਸੇ ਤਰ੍ਹਾਂ ਮਾਫੀ ਮੰਗੀ ਜਾਵੇ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਵੀ ਬ੍ਰਿਟਿਸ਼ ਸਰਕਾਰ ਮੰਗੇ ਜਿਸ ਤਰ੍ਹਾਂ ਕਾਮਾਗਾਟਾ ਮਾਰੂ ਲਈ ਮੰਗੀ ਗਈ ਸੀਗੀ। ਤੇ ਉਹ ਆਪਾਂ ਇਸ ਕਰਕੇ ਚਾਹੁੰਦੇ ਹਾਂ ਕਿ ਛੇਤੀ ਇਹ ਆਪਣਾ ਕੰਮ ਸਿਰੇ ਚੜ੍ਹ ਜਾਵੇ, ਕਿਉਂਕਿ ਆਪਣੇ ਇੱਥੋਂ ਦੇ ਮਹਾਰਾਣੀ ਸਾਹਿਬਾਂ ਜਿਹੜੇ ਆ ਉਹ ਬਜ਼ੁਰਗ ਹੋ ਚੁੱਕੇ ਆ ਸਰੀਰਕ ਤੌਰ ਦੇ ਉੱਤੇ, ਤੇ ਜਾਣਾ ਤੇ ਸਾਰਿਆਂ ਨੇ ਹੀ ਆ। ਤੇ ਉਹ ਜਿਉਂਦਿਆਂ ਜਿਹੜਾ ਵਾ ਉਹ ਸਿੱਖ ਰੈਜੀਮੈਂਟ ਨੂੰ ਤੇ ਪੰਜਾਬ ਰੈਜੀਮੈਂਟ ਨੂੰ ਬ੍ਰਿਟਿਸ਼ ਆਰਮਡ ਫੋਰਸ ਦੇ ਵਿੱਚ ਸ਼ਾਮਲ ਕਰਕੇ ਇੱਕ ਇਤਿਹਾਸ ਰਚ ਜਾਣ, ਕਿਉਂਕਿ 70 ਸਾਲ ਤੋਂ ਉਹਨਾਂ ਨੇ ਆਪਣੀ ਵਰ੍ਹੇਗੰਢ ਹੁਣੇ ਮਨਾਈ 70ਵੀਂ, ਤੇ ਇਸ ਕਰਕੇ ਜਿਹੜਾ ਵਾ ਸਿੱਖ ਰੈਜੀਮੈਂਟ ਤੇ ਪੰਜਾਬ ਰੈਜੀਮੈਂਟ ਉਨੀ ਛੇਤੀ ਬਣੂਗੀ ਜਿੰਨੀ ਛੇਤੀ ਆਪਾਂ ਵੱਧ ਤੋਂ ਵੱਧ ਈਮੇਲਾਂ ਜਿਹੜੀਆਂ ਵਾ ਉਹ ਆਪਾਂ ਆਪਣੇ ਆਪਣੇ ਮੈਂਬਰ ਪਾਰਲੀਮੈਂਟਾਂ ਨੂੰ ਕਰਾਂਗੇ ਜੀ। ਜੀ ਜੀ, ਇਹ ਵੈਸੇ ਸਿੱਖ ਰੈਜੀਮੈਂਟ ਦੀ ਮੈਂ ਪਹਿਲਾਂ ਵੀ ਤੁਹਾਨੂੰ ਸਵਾਲ ਕਰਨਾ ਭੁੱਲ ਗਿਆ। ਇਹ ਪਹਿਲਾਂ ਇੱਕ ਵਾਰੀ ਗੱਲ ਚੱਲੀ ਵੀ ਸੀ ਵੀ ਕਰਨ ਵਾਲੇ ਬਹੁਤ ਜਲਦੀ, ਪਰ ਉਹ ਮੁੜ ਕੇ ਫੇਰ ਨਹੀਂ ਇਹ ਗੱਲ ਆਈ ਕਦੀ ਵੀ ਮੀਡੀਆ 'ਚ ਜਾਂ ਕਿਸੇ ਵੀ ਪਾਸੇ। ਜੀ ਸਿੱਖ ਰੈਜੀਮੈਂਟ ਜਿਹੜੀ ਆ ਉਹ ਉਹਨਾਂ ਦੀ ਡਿਫੈਂਸ ਜਿਹੜਾ ਇੱਥੋਂ ਦਾ ਮਹਿਕਮਾ ਵਾ ਉਹਨਾਂ ਦੀ ਚਿੱਠੀ ਮੈਨੂੰ ਆਈ ਸੀ ਕਿ ਉਹਦੇ ਵਿੱਚ ਉਹਨਾਂ ਨੇ ਚਿੱਠੀਆਂ ਦਾ ਇਹਨਾਂ ਦੀ ਇਹ ਸਿਸਟ ਹੈ ਨਾ ਜੀ, ਇਹਨਾਂ ਨੂੰ ਚਿੱਠੀ ਪਾਈ ਤੇ ਜਵਾਬ ਜ਼ਰੂਰ ਦਿੰਦੇ ਆ। ਮੈਂ ਜਿੰਨੀਆਂ ਵੀ ਚਿੱਠੀਆਂ ਇੰਡੀਆ ਵਾਲਿਆਂ ਨੂੰ ਇੱਥੇ ਇੰਡੀਅਨ ਹਾਊਸ ਨੂੰ ਪਾਈਆਂ ਜਾਂ ਪਾਕਿਸਤਾਨ ਇੱਥੇ ਜਿਹੜਾ ਹਾਊਸ ਹੈ ਉਹਨੂੰ ਪਾਈਆਂ, ਕਿਸੇ ਵੱਲੋਂ ਕੋਈ ਜਵਾਬ ਨਹੀਂ ਆਇਆ, ਪਰ ਇਹਨਾਂ ਵੱਲੋਂ ਜਵਾਬ ਆਉਂਦਾ ਵਾ। ਡਿਫੈਂਸ ਮਿਨਿਸਟਰੀ ਨੇ ਮੈਨੂੰ ਜਵਾਬ ਦਿੱਤਾ ਸੀ, ਮੈਂ ਆਪਣੀ ਵੈਬਸਾਈਟ ਤੇ ਵੀ ਪਾਇਆ ਵਾ। ਉਹਦੇ ਵਿੱਚ ਉਹਨਾਂ ਨੇ ਲਿਖਿਆ ਸੀਗਾ ਕਿ ਅਸੀਂ ਇਹ ਸਿੱਖ ਰੈਜੀਮੈਂਟ ਬਣਾ ਨਹੀਂ ਸਕਦੇ ਕਿਉਂਕਿ ਬਾਕੀਆਂ ਦੇ ਨਾਲ ਡਿਸਕ੍ਰਿਮੀਨੇਸ਼ਨ ਹੋ ਜਾਊਗੀ। ਲੇਕਿਨ ਜਿਹੜੇ ਨੇਪਾਲੀ ਆ, ਗੋਰਖੇ ਆ, ਉਹਨਾਂ ਨੂੰ ਜਦੋਂ ਇਹਨਾਂ ਨੇ ਭਰਤੀ ਕਰਨਾ ਸੀਗਾ, ਨੇਪਾਲ ਬ੍ਰਿਗੇਡ ਬਣਾਉਣਾ ਸੀਗਾ, ਉਦੋਂ ਇਹਨਾਂ ਨੇ ਲਾਅ ਦੇ ਵਿੱਚ ਜਿਹੜਾ ਵਾ ਸਪੈਸ਼ਲ ਅਮੈਂਡਮੈਂਟ ਕੀਤੀ ਸੀਗੀ। ਤੇ ਇਸ ਕਰਕੇ ਆਪਾਂ ਜਦੋਂ ਪਾਰਲੀਮੈਂਟ ਦੇ ਵਿੱਚ ਸਵਾਲ ਉੱਠਣਗੇ, ਮੈਂਬਰ ਪਾਰਲੀਮੈਂਟ ਸਵਾਲ ਕਰਨਗੇ ਤਾਂ ਜ਼ਰੂਰ ਇਹ ਸਵਾਲ ਕਰਨਗੇ ਕਿ ਨੇਪਾਲੀਆਂ ਵਾਸਤੇ ਅਮੈਂਡਮੈਂਟ ਕੀਤੀ ਜਾ ਸਕਦੀ ਤੇ ਸਿੱਖਾਂ ਵਾਸਤੇ ਕਿਉਂ ਨਹੀਂ ਕੀਤੀ ਜਾ ਸਕਦੀ, ਪੰਜਾਬੀਆਂ ਵਾਸਤੇ ਕਿਉਂ ਨਹੀਂ ਕੀਤੀ ਜਾ ਸਕਦੀ। ਤੇ ਉਹ ਅੱਜ ਕੱਲ੍ਹ ਜਿਹੜਾ ਵਾ ਜੀ ਕਿਸੇ ਨਾਲ ਕੋਈ ਸੰਧੀ ਕਰਨ ਦੀ ਲੋੜ ਨਹੀਂ, ਨੇਪਾਲੀਆਂ ਨਾਲ ਤੇ ਇਹਨਾਂ ਦੀ ਸੰਧੀ ਅੱਜ ਕੱਲ੍ਹ ਤੇ ਇਹਨਾਂ ਨੂੰ ਜਿਹੜੀ ਗਿਣਤੀ ਆ ਉਹ ਪਹਿਲਾਂ ਹੀ ਆਰਮਡ ਫੋਰਸ ਦੇ ਵਿੱਚ ਘੱਟ ਹੈ। ਇਹਨਾਂ ਨੇ ਵੈਬਸਾਈਟ ਦੇ ਉੱਤੇ ਜਾਣਾ ਵਾ ਤੇ ਵੈਬਸਾਈਟਾਂ ਤਿਆਰ ਕਰਨੀਆਂ ਵਾ, ਤੇ ਕਿਸੇ ਨੇ ਵੀ ਵੈਬਸਾਈਟ ਦੇ ਉੱਤੇ ਜਾਣਾ ਤੇ ਅਪਲਾਈ ਕਰ ਦੇਣਾ। ਤੇ ਜੇ ਸਾਰਾ ਕੁਝ ਠੀਕ ਹੋਇਆ ਤੇ ਜਿਸ ਤਰ੍ਹਾਂ ਆਈਲੈਟ ਕਰਕੇ ਆਉਂਦੇ ਆ, ਇਸੇ ਤਰ੍ਹਾਂ ਹੀ ਜਿਹੜਾ ਫਿਜ਼ੀਕਲੀ ਮੈਂਟਲੀ ਫਿਟ ਟੈਸਟ ਸਾਰਾ ਦੇ ਕੇ ਤੇ ਉਹ ਸਿੱਧੇ ਹੀ ਜਿਹੜੇ ਉਹ ਅੰਬੈਸੀਆਂ ਦੇ ਥਰੂ ਜਿਹੜੇ ਸਾਰੀ ਦੁਨੀਆ ਤੋਂ ਜਿਹੜੇ ਉਹ ਕਿਸੇ ਵੀ ਅੰਬੈਸੀ ਦੇ ਵਿੱਚ ਜਾ ਕੇ ਭਰਤੀ ਹੋ ਸਕਦੇ ਆ। ਬਹੁਤ ਈਜ਼ੀ ਆ। ਹਾਂਜੀ ਹਰਮੀਤ ਸਿੰਘ ਜੀ, ਹੁਣ ਸਾਡੇ ਨਾਲ ਸਰਦਾਰ ਗੁਰਦੀਪ ਸਿੰਘ ਜੀ ਰੰਧਾਵਾ, ਡਾਕਟਰ ਗੁਰਦੀਪ ਸਿੰਘ ਰੰਧਾਵਾ ਜਰਮਨੀ ਤੋਂ ਇਸ ਵੇਲੇ ਲਾਈਨ ਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ ਹਾਂਜੀ, ਤੁਹਾਨੂੰ ਜੀ ਆਇਆ ਕਹਿੰਦੇ ਜੀ ਆਕਾਸ਼ ਵੀਡੀਓ ਦੇਸ਼ ਤੇ ਤੁਹਾਡੇ ਕੀ ਵਿਚਾਰ ਇਹਦੇ ਬਾਰੇ 'ਚ ਹਰਮੀਤ ਹੋਣਾ? ਤੁਸੀਂ ਵਿਚਾਰ ਸੁਣੇ, ਪੰਜਾਬੀ ਭਾਸ਼ਾ ਦੇ ਪ੍ਰਮੋਟਰ, ਬਹੁਤ ਇਹਨਾਂ ਦੀ ਕੋਸ਼ਿਸ਼ ਹੈ ਕਿ ਪੰਜਾਬੀ ਭਾਸ਼ਾ ਜਿਹੜਾ ਸਕੂਲਾਂ 'ਚ ਜ਼ਰੂਰੀ ਹੋਣੀ ਚਾਹੀਦੀ ਹੈ ਤੇ ਸਿਖਾਈ ਵੀ ਜਾਣੀ ਚਾਹੀਦੀ ਬੱਚਿਆਂ ਨੂੰ। ਤੁਹਾਡੇ ਵਿਚਾਰ ਜੀ? ਹਾਂਜੀ, ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਮੇਰੀ ਵੱਲੋਂ ਮਤਲਬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਡੇ ਸਰੋਤਿਆਂ ਵੱਲੋਂ ਤਾਂ ਸਾਡੀ ਮੈਨੇਜਮੈਂਟ ਵੱਲੋਂ ਤਾਂ ਹਰਮੀਤ ਸਿੰਘ ਹੋਣਾ ਵੱਲੋਂ ਬਹੁਤ ਬਹੁਤ ਤੁਹਾਡਾ ਧੰਨਵਾਦ। ਹਾਂਜੀ ਜੀ ਆਇਆਂ ਨੂੰ। ਹਾਂਜੀ, ਥੈਂਕ ਯੂ ਸੋ ਮਚ। ਅੱਛਾ, ਮੈਂ ਵਿਚਾਰ ਸਾਰੇ ਜਿੰਨੇ ਵੀ ਸੂਝਵਾਨ ਸੱਜਣ ਉਹਨਾਂ ਸਾਰੇ ਵਿਚਾਰ ਸੁਣੇ ਆ, ਈਵਨ ਪਾਕਿਸਤਾਨ ਵਾਲੀ ਸਾਈਡ ਤੋਂ ਵੀ ਔਰ ਪੰਜਾਬ ਵਾਲੀ ਸਾਈਡ ਤੋਂ ਵੀ, ਅੰਮ੍ਰਿਤਸਰ ਤੋਂ ਆਪਣਾ ਨਰਿੰਦਰਪਾਲ ਹੋਣਾ ਦੇ। ਹਾਂਜੀ, ਔਰ ਜਿਹੜੀਆਂ ਗੱਲਾਂ ਨਰਿੰਦਰਪਾਲ ਹੋਣਾ ਨੇ ਕਹੀਆਂ ਵਾ ਉਹ ਕਿਸੇ ਵੀ ਚੰਗੇ ਮਤਲਬ ਇੱਕ ਸੂਝਵਾਨ ਬੰਦੇ ਨੂੰ ਵੀ ਪੰਜਾਬ ਦੇ ਵਿੱਚ ਨਹੀਂ ਪਤਾ ਕਿ ਇਹ ਸਭ ਕੁਛ ਪਹਿਲਾਂ ਪੰਜਾਬ 'ਚ ਹੁੰਦਾ ਸੀ, ਕਿ ਜਿਹੜੀਆਂ ਸਾਰੀਆਂ ਪੰਜਾਬੀ ਭਾਸ਼ਾ ਦੇ ਵਿੱਚ ਹੀ ਸਾਰਾ ਕੁਛ ਚੱਲਦਾ ਸੀਗਾ, ਬਲਕਿ ਗੁਰਮੁਖੀ ਸਕ੍ਰਿਪਟ ਦੇ ਵਿੱਚ। ਪਰ ਉਹ ਜਿਹੜੀ ਚੀਜ਼ ਉਹਨਾਂ ਨੇ ਅੱਜ ਇਹ ਨਵਾਂ ਇੱਕ ਮੋੜ ਸਾਡੇ ਸਾਹਮਣੇ ਲਿਆਂਦਾ ਜਿਹੜਾ ਕਿ ਸਾਨੂੰ ਵੀ ਨਹੀਂ ਪਤਾ ਸੀ, ਹਾਲਾਂਕਿ ਸਾਡੀ ਉਮਰ ਜਿਹੜੀ ਆ ਅਬਾਊਟ ਅਰਾਊਂਡ 60 ਹੋ ਚੁੱਕੀ ਆ। ਇਹਦਾ ਮਤਲਬ ਕਿ ਸਾਨੂੰ ਕਿਸੇ ਨੇ ਇਹਦੇ ਬਾਰੇ ਐਜੂਕੇਟ ਹੀ ਨਹੀਂ ਕੀਤਾ ਪੰਜਾਬ 'ਚ। ਮੈਂ ਆਉਣਾ ਵਾ ਇਸ ਵਿਸ਼ੇ ਤੇ ਕਿ ਪੰਜਾਬੀ ਭਾਸ਼ਾ ਦੀ ਸਾਨੂੰ ਲੋੜ ਹੈ ਕਿ ਨਹੀਂ ਹੈ। ਜੀ ਵਿਰਸਾ ਬਚਾਉਣਾ ਸਾਨੂੰ ਇਹਦੀ ਬਹੁਤ ਸਖਤ ਲੋੜ ਹੈ, ਕਿਉਂਕਿ ਦੁਨੀਆ ਦੇ ਵਿੱਚ ਆ ਕੇ ਅਸੀਂ ਜਿਸ ਮੁਲਕ ਜੀਵਨ ਜਰਮਨੀ, ਪੰਜਾਬ ਤੋਂ ਚੱਲ ਕੇ ਅਸੀਂ ਜਰਮਨੀ 'ਚ ਆਏ ਹਾਂ ਤੇ ਇੱਥੇ ਆਣ ਕੇ ਅਸੀਂ ਜਰਮਨ ਲੈਂਗੁਏਜ ਸਿੱਖ ਕੇ ਔਰ ਇੱਥੋਂ ਦੀ ਭਾਸ਼ਾ ਦੇ ਵਿੱਚ ਆਣ ਕੇ ਅਸੀਂ ਇਲੈਕਟ ਹੋ ਕੇ ਇਸ ਮੁਲਕ ਦੇ ਵਿੱਚ ਔਰ ਉਸ ਭਾਸ਼ਾ 'ਚ ਅਸੀਂ ਕੰਮ ਕਰ ਸਕਦੇ ਹਾਂ। ਤੇ ਜਿਸ ਭਾਸ਼ਾ ਦੇ ਵਿੱਚ ਅਸੀਂ ਜੰਮੇ ਆ ਔਰ ਉੱਥੋਂ ਚੱਲੇ ਆ, ਉਸ ਥਾਂ ਤੋਂ ਸਾਡੀ ਭਾਸ਼ਾ ਜਿਹੜੀ ਆ ਉਹ ਖਤਮ ਹੁੰਦੀ ਜਾ ਰਹੀ ਹੈ। ਜੀ,
ਇਹ ਇੱਕ ਕੇਸ ਨਹੀਂ, ਇਹ ਇਸ ਤਰ੍ਹਾਂ ਸਾਡੇ ਸਾਰੇ ਮੇਰੇ ਜਿੰਨੇ ਭਰਾ ਨੇ ਪੰਜਾਬ ਤੋਂ ਆਏ ਨੇ, ਮਾਈਗ੍ਰੇਟ ਹੋਏ ਨੇ, ਭਾਵੇਂ ਉਹ ਜਦੋਂ ਦਾ ਹੀ ਡਿਵੀਜ਼ਨ ਹੋਇਆ ਵਾ, ਡਿਵੀਜ਼ਨ ਅੱਜ ਦਾ ਨਹੀਂ ਹੋਇਆ, ਸਾਡੇ ਪੰਜਾਬੀ ਭਾਸ਼ਾ ਦਾ, ਕਲਚਰ ਦਾ, ਧਰਮ ਦਾ ਔਰ ਇਕਨੋਮਿਕਸ ਦਾ ਇਹ ਸਾਰਾ ਵਿਭਾਜਨ ਜਿਹੜਾ ਵਾ 1839 ਤੋਂ ਸ਼ੁਰੂ ਹੋ ਚੁੱਕਾ ਸੀਗਾ। ਨਹੀਂ 1849 ਤੋਂ ਬਾਅਦ ਯਾਨੀ ਨੈਕਸਟ ਹੋਈ ਸਟੇਟ, ਪਰ 1839 ਤੋਂ ਬਾਅਦ ਜਦੋਂ ਸਭ ਕੁਝ ਹੋਇਆ ਉਹਦੇ ਵਾਸਤੇ ਕੋਈ ਹੋਰ ਜ਼ਿੰਮੇਵਾਰ ਨਹੀਂ ਸੀ, ਉਹਦੇ ਵਾਸਤੇ ਬ੍ਰਿਟਿਸ਼ ਸਰਕਾਰ ਜ਼ਿੰਮੇਵਾਰ। ਤੁਸੀਂ ਸੁਣੋ ਵਿਚਾਰਦੇ ਨਾ ਕੀ ਗੱਲਬਾਤ ਕਰ ਰਹੇ ਬ੍ਰਿਟਿਸ਼ ਸਰਕਾਰ ਨੇ ਇਹ ਸਭ ਕੁਝ ਮਤਲਬ ਜਾਣ ਬੁੱਝ ਕੇ ਕੀਤਾ ਜਾਂ ਉਹਨਾਂ ਨੂੰ ਇਹ ਕਰਨਾ ਪਿਆ ਆਪਣੇ ਇੰਟਰਸਟ ਨੂੰ ਅੱਗੇ ਖੜਨ ਕਰਕੇ, ਪਰ ਉਹ ਉਸ ਟਾਈਮ ਦਾ ਟਾਈਮ ਪੀਰੀਅਡ ਸੀ। ਅੱਜ ਦੇ ਟਾਈਮ ਪੀਰੀਅਡ 'ਚ ਸਾਨੂੰ ਸਿਰਫ ਇੱਕੋ ਚੀਜ਼ ਚਾਹੀਦੀ ਆ ਕਿ ਸਾਡੀ ਪੰਜਾਬੀ ਭਾਸ਼ਾ ਨੂੰ ਅਸੀਂ ਸਹੀ ਤਰੀਕੇ ਦੇ ਨਾਲ ਦੁਨੀਆ ਦੇ ਵਿੱਚ ਉਭਾਰ ਸਕੀਏ, ਜਿਹਦੇ ਵਾਸਤੇ ਕਾਫੀ ਬਹੁਤ ਹਿੰਮਤ ਕੀਤੀ ਜਾ ਰਹੀ ਆ ਇਸ ਪਾਸ ਇੰਡੀਆ ਵਾਲੇ ਪਾਸਿਓਂ, ਕਿਉਂਕਿ ਇੰਡੀਆ ਦੇ ਵਿੱਚ ਜੇ ਵੇਖਿਆ ਜਾਵੇ ਤਾਂ 1947 ਤੋਂ ਬਾਅਦ ਤਿੰਨ ਸਟੇਟਾਂ ਬਣਦੀਆਂ, ਉਹਦੀ ਭਾਸ਼ਾ ਪੰਜਾਬੀ ਸਾਡੀ ਖਤਮ। ਅਸੀਂ ਮੇਰੀ ਜਨਰੇਸ਼ਨ ਜਿਹੜੀ ਆ, ਹੋ ਸਕਦਾ ਸੈਕੰਡ ਔਰ ਥਰਡ ਜਨਰੇਸ਼ਨ ਜਿਹੜੀ ਆ ਉਹ ਜਰਮਨ ਦੇ ਵਿੱਚ ਹੀ ਗੱਲ ਕਰੇ, ਉਹ ਪੰਜਾਬੀ ਉਹਨਾਂ ਨੂੰ ਵੀ ਨਹੀਂ ਪਤਾ ਲੱਗਣੀ ਜੀ। ਸੇਮ ਇੰਗਲੈਂਡ ਦਾ ਹਾਲ ਆ, ਸੇਮ ਸਾਡੇ ਹੋਰ ਜਿਹੜੇ ਯੂਰਪੀਅਨ ਕੰਟਰੀ ਆ ਉਹਨਾਂ ਦਾ ਉਹ ਹਾਲ। ਹਾਂਜੀ, ਹੁਣ ਸਾਡੇ ਨਾਲ ਇੱਕ ਮਿੰਟ, ਹਾਂਜੀ ਗੁਰਦੀਪ ਸਿੰਘ ਜਿਸ ਤਰ੍ਹਾਂ ਹੋਲਡ ਕਰ ਲਿਓ ਤੁਸੀਂ ਤੇ ਵਿਚਾਰ ਸੁਣੋ, ਤੇ ਸਾਡੇ ਨਾਲ ਡਾਕਟਰ ਲਖਵਿੰਦਰ ਸਿੰਘ, ਕਿ ਉਹ ਟਾਈਮ ਵੀ ਬਹੁਤ ਥੋੜਾ ਇਸ ਵੇਲੇ ਹੁਣ ਰਹਿ ਗਿਆ। ਮੈਂ ਜੋ ਕਹਿਣਾ ਸੀ ਮੈਂ ਕਹਿ ਦਿੱਤਾ, ਬਾਕੀ ਹਾਂਜੀ ਤੁਸੀਂ ਕਰ ਸਕਦੇ ਗੱਲ, ਜ਼ਰਾ ਹੋਲਡ ਕਰ ਲਿਓ, ਕੋਈ ਨਹੀਂ। ਹਾਂਜੀ, ਤੇ ਗੱਲਬਾਤ ਕਰਦੇ ਡਾਕਟਰ ਲਖਵਿੰਦਰ ਸਿੰਘ ਜੀ ਦਿੱਲੀ ਤੋਂ ਇਸ ਵੇਲੇ ਸਾਡੇ ਨਾਲ ਹਨ। ਹੈਲੋ ਹੈਲੋ ਹੈਲੋ, ਹਾਂਜੀ ਲਖਵਿੰਦਰ ਸਿੰਘ ਜੀ। ਹਾਂਜੀ ਹਾਂਜੀ ਹਾਂਜੀ, ਜੀ ਆਇਆਂ ਨੂੰ, ਬਹੁਤ ਬਹੁਤ ਧੰਨਵਾਦ ਤੁਹਾਡਾ ਟਾਈਮ ਕੱਢਣ ਦਾ। ਤੇ ਪਹਿਲਾਂ ਵੀ ਕੋਸ਼ਿਸ਼ ਕੀਤੀ ਸੀ, ਫੋਨ ਮਿਲਿਆ ਨਹੀਂ, ਟਾਈਮ ਨਾ ਵੇਸਟ ਕਰੀਏ। ਤੁਹਾਡਾ ਇਹਦੇ ਵਿਚਾਰੇ ਦੇ ਪੰਜਾਬੀ ਜੋ ਹਰਮੀਤ ਸਿੰਘ ਉਹਨਾਂ ਦੀ ਕੋਸ਼ਿਸ਼ ਹੈਗੀ ਆ, ਉਹਦੇ ਬਾਰੇ ਚ ਕੀ ਵਿਚਾਰ ਤੁਹਾਡੇ ਹਨ ਜੀ? ਹੈਲੋ ਹੈਲੋ ਹੈਲੋ, ਹਾਂਜੀ। ਅਸੀਂ ਹਾਂ ਪੰਜਾਬੀ ਭਾਸ਼ਾ ਬਾਰੇ ਕਾਫੀ ਚਿੰਤਾਜਨਕ ਸਥਿਤੀ ਹੈ। ਇੱਕ ਤਾਂ ਖਾਸ ਤੌਰ ਤੇ ਜੇ ਮੈਂ ਪੰਜਾਬ ਦੀ ਗੱਲ ਕਰਾਂ ਤੇ ਪੰਜਾਬ ਦੇ ਵਿੱਚ ਜਿਹੜੀ ਸਿੱਖਿਆ ਪ੍ਰਣਾਲੀ ਹੈ ਸਾਡੀ, ਉਹ ਇਸ ਤਰ੍ਹਾਂ ਦੀ ਨਹੀਂ ਬਣਾਈ ਹੋਈ ਪਿਛਲੇ ਕਈ ਸਾਲਾਂ ਤੋਂ ਕਿ ਪੰਜਾਬੀ ਜਿਹੜੀ ਉਹ ਵਿਕਸਿਤ ਹੋ ਸਕੇ, ਤੇ ਨਵੀਂ ਪੀੜ੍ਹੀ ਪੰਜਾਬੀ ਨਾਲ ਜੁੜ ਸਕੇ। ਜੀ ਜੀ। ਇਹਦੇ 'ਚ ਸਭ ਤੋਂ ਵੱਡੀ ਸਮੱਸਿਆ ਇਹ ਵੀ ਹੈ ਕਿ ਸਕੂਲ ਜਿਹੜੇ ਨੇ ਨਾ ਉਹ ਜ਼ਿਆਦਾ ਪ੍ਰਾਈਵੇਟ ਹੋ ਗਏ, ਤੇ ਪ੍ਰਾਈਵੇਟ ਸਕੂਲਾਂ ਦੀ ਆਮ ਤੌਰ ਤੇ ਮੁੱਖ ਚਿੰਤਾ ਇਹੀ ਹੈ ਕਿ ਬੱਚਿਆਂ ਨੂੰ ਅੰਗਰੇਜ਼ੀ ਜਾਂ ਹਿੰਦੀ ਪੜ੍ਹਾਈ ਜਾਏ, ਪੰਜਾਬੀ ਬਹੁਤ ਜਿਹੜੀ ਉਹ ਪਿੱਛੇ ਚਲੀ ਗਈ। ਔਰ ਸਰਕਾਰਾਂ ਵੀ ਤੇ ਸੰਸਥਾਵਾਂ ਵੀ ਇਸ ਪਾਸੇ ਵੱਲ ਪੂਰਾ ਧਿਆਨ ਨਹੀਂ ਦੇ ਰਹੀਆਂ। ਔਰ ਦੂਸਰੀ ਜਿਹੜੀ ਮਾੜੀ ਗੱਲ ਇਹ ਹੋ ਰਹੀ ਹੈ ਕਿ ਹੌਲੀ ਹੌਲੀ ਮਾਪੇ ਵੀ ਇਸ ਤੋਂ ਬੇਮੁਖ ਹੋ ਰਹੇ ਆ, ਉਹਨਾਂ ਨੂੰ ਇੱਕੋ ਹੀ ਲਿਲਕ ਲੱਗੀ ਹੋਈ ਹੈ ਕਿ ਕਿਸੇ ਤਰ੍ਹਾਂ ਬੱਚੇ ਜਿਹੜੇ ਆ ਉਹ ਅੰਗਰੇਜ਼ੀ ਪੜ੍ਹ ਕੇ ਬਾਹਰਲੇ ਦੇਸ਼ਾਂ ਨੂੰ ਚਲੇ ਜਾਣ। ਔਰ ਲਿਲਕ ਥੋੜੀ ਵਾਜਬ ਵੀ ਹੈ, ਲਿਲਕ ਇਸ ਕਰਕੇ ਕਿ ਇੱਥੇ ਅਸਲ ਦੇ ਵਿੱਚ ਰੋਜ਼ਗਾਰ ਦੀ ਬਹੁਤ ਕਮੀ ਹੈ। ਜਿਹੜੇ ਬੱਚੇ ਪੜ੍ਹ ਰਹੇ ਆ ਉਹ ਰੋਜ਼ਗਾਰ ਨਾਲ ਜੋੜ ਕੇ ਪੰਜਾਬੀ ਭਾਸ਼ਾ ਨੂੰ ਨਹੀਂ ਦੇਖਿਆ ਜਾ ਰਿਹਾ। ਪਿਛਲੇ ਕਾਫੀ ਸਮੇਂ ਤੋਂ ਔਰ ਲਗਭਗ 15-20 ਸਾਲਾਂ ਤੋਂ ਸਰਕਾਰੀ ਨੌਕਰੀਆਂ ਬਹੁਤ ਘੱਟ ਨਿਕਲੀਆਂ, ਔਰ ਪ੍ਰਾਈਵੇਟ ਨੌਕਰੀਆਂ ਦੇ ਵਿੱਚ ਵੀ ਜਿਹੜਾ ਉਹ ਪੰਜਾਬੀ ਭਾਸ਼ਾ ਦੀ ਓਰੀਐਂਟਡ ਜਿਹੜੀਆਂ ਨੌਕਰੀਆਂ ਹੁੰਦੀਆਂ ਉਹਨਾਂ ਦੀ ਬਿਲਕੁਲ ਕਮੀ ਹੈ। ਇਸ ਕਰਕੇ ਬਹੁਤ ਹੀ ਬੁਰੀ ਹਾਲਤ ਹੈ ਪੰਜਾਬੀ ਦੇ ਸੰਦਰਭ ਦੇ ਵਿੱਚ। ਇਹ ਵੀ ਹੈ ਕਿ ਸਾਡੀ ਆਰਮੀ ਵੈਲਫੇਅਰ ਸੁਸਾਇਟੀ, ਐਜੂਕੇਸ਼ਨ ਸੁਸਾਇਟੀ ਜਿਹੜੀ ਹੈ, ਉਹਨੇ ਇੱਕ ਹੋਰ ਫਰਮਾਨ ਪਿਛਲੇ ਸਮੇਂ ਦੇ ਵਿੱਚ ਜਾਰੀ ਕੀਤਾ ਕਿ ਜਿੰਨੇ ਆਰਮੀ ਸਕੂਲ ਨੇ ਪੰਜਾਬ ਦੀ ਧਰਤੀ ਉੱਤੇ, ਉਹਨਾਂ ਦੇ ਵਿੱਚੋਂ ਵੀ ਪੰਜਾਬੀ ਨੂੰ ਜਿਹੜਾ ਉਹ ਪਾਸੇ ਕਰ ਦਿੱਤਾ ਔਰ ਹੱਥ ਖੜੇ ਕਰਕੇ ਸਕੂਲਾਂ ਦੇ ਵਿੱਚ ਪੰਜਾਬੀ ਪੜ੍ਹਾਉਣ ਤੋਂ। ਉਹਨਾਂ ਨੇ ਇੱਕ ਫਰਮਾਨ ਜਾਰੀ ਕਰਕੇ ਮਾਪਿਆਂ ਨੂੰ ਇਹ ਨੋਟਿਸ ਦੇ ਦਿੱਤੇ ਕਿ ਤੁਸੀਂ ਜੇ ਬੱਚੇ ਆਪਣੇ ਨੂੰ ਪੰਜਾਬੀ ਪੜ੍ਹਾਉਣੀ ਚਾਹੁੰਦੇ ਆ ਤੇ ਘਰਾਂ ਵਿੱਚ ਪੜ੍ਹਾਵੋ, ਸਕੂਲ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਅਧਿਆਪਕ ਅਸੀਂ ਨਹੀਂ ਰੱਖਾਂਗੇ ਜਿਹੜਾ ਪੰਜਾਬੀ ਪੜ੍ਹਾਵੇ। ਬਿਲਕੁਲ। ਔਰ ਪੰਜਾਬ ਦੀ ਧਰਤੀ ਉੱਤੇ ਜਿੰਨੇ ਵੀ ਆਰਮੀ ਸਕੂਲ ਨੇ, ਜਿੰਨੇ ਵੀ ਸ਼ਹਿਰਾਂ ਦੇ ਵਿੱਚ 60 ਤੋਂ ਉੱਪਰ ਸਕੂਲ ਨੇ ਪੰਜਾਬ ਦੇ ਵਿੱਚ, ਉਹਨਾਂ ਸਾਰਿਆਂ ਦੇ ਵਿੱਚ ਵੀ ਪੰਜਾਬੀ ਭਾਸ਼ਾ ਨੂੰ ਬੰਦ ਕਰਨ ਦਾ ਜਿਹੜਾ ਉਹ ਮੁਹਿੰਮ ਚਲਾਈ। ਔਰ ਇਹਦੇ ਵਿੱਚ ਫਿਰ ਕਾਫੀ ਲੋਕਾਂ ਨੇ, ਜਿਹੜੀਆਂ ਸੰਸਥਾਵਾਂ ਨੇ ਜਿਹਦੇ ਵਿੱਚ ਅਸੀਂ ਵੀ ਸ਼ਾਮਲ ਸੀਗੇ, ਅਸੀਂ ਇਹ ਮਸਲਾ ਉਠਾਇਆ ਤੇ ਹੁਣ ਇਸ ਚੀਜ਼ ਨੂੰ ਪੂਰਾ ਹੋਲਡ ਕੀਤਾ ਹੋਇਆ ਉਹਨਾਂ ਨੇ। ਔਰ ਨਵੀਂ ਜਿਹੜੀ
ਹੋ ਰਹੀ ਹੈ ਸਕੂਲਾਂ ਦੇ ਵਿੱਚ ਦਾਖਲੇ ਜਿਹੜੇ ਹੁਣ ਹੋ ਰਹੇ ਆ ਇਹਨਾਂ ਦਿਨਾਂ ਦੇ ਵਿੱਚ, ਉਹਦੇ ਚ ਇੰਨੀ ਦਖਲ ਉਹਨਾਂ ਨੇ ਦੇ ਦਿੱਤੀ ਕਿ 5ਵੀਂ 6ਵੀਂ ਵਾਲੇ ਬੱਚੇ ਜਿਹੜੇ ਆ ਉਹ ਪੰਜਾਬੀ ਕਰ ਸਕਦੇ ਆ। ਇਸ ਕਰਕੇ ਬਹੁਤ ਹੀ ਜਿਹੜਾ ਨਾ ਜੇ ਆਪਾਂ ਓਵਰਆਲ ਦੇਖੀਏ ਤਾਂ, ਔਰ ਬਹੁਤ ਸਾਰੇ ਮਤਲਬ ਕਾਲਜ ਦੇ ਵਿੱਚ ਜਿਹੜੀ ਪਹਿਲਾਂ ਪੰਜਾਬੀ ਦੀ MA ਹੁੰਦੀ ਸੀਗੀ, MA ਜਿਹੜੀ ਆ ਬਹੁਤ ਸਾਰੇ ਕਾਲਜ ਦੇ ਵਿੱਚੋਂ ਬੰਦ ਹੋ ਗਈ ਹੈ, MA ਦੀ ਪੜ੍ਹਾਈ ਪੰਜਾਬੀ ਚ ਨਹੀਂ ਹੋ ਰਹੀ ਹੈ। ਔਰ ਦੂਸਰਾ ਇਹ ਹੈ ਕਿ DA ਪੱਧਰ ਤੱਕ ਵੀ ਜਿਹੜੇ ਆ ਪਹਿਲਾਂ ਜਿਹੜੇ ਮਤਲਬ 3 ਸਾਲਾਂ ਦੇ ਵਿੱਚ ਪੰਜਾਬੀ ਪੜ੍ਹਨੀ ਜ਼ਰੂਰੀ ਕੰਪਲਸਰੀ ਕੀਤੀ ਹੋਈ ਸੀ, ਉਹਨੂੰ ਵੀ ਘਟਾ ਕੇ ਹੁਣ 1 ਸਾਲ ਕਰ ਦਿੱਤਾ ਗਿਆ। ਇਸ ਕਰਕੇ ਪੰਜਾਬੀ ਭਾਸ਼ਾ ਦਾ ਭਵਿੱਖ ਪੰਜਾਬ ਦੇ ਵਿੱਚ ਹੀ ਪੰਜਾਬੀ ਭਾਸ਼ਾ ਦਾ ਭਵਿੱਖ ਕਾਫੀ ਧੁੰਦਲਾ ਨਜ਼ਰ ਆ ਰਿਹਾ। ਹਾਲਾਂਕਿ 66 ਤੋਂ ਲੈ ਕੇ ਜਦੋਂ ਤੋਂ ਪੰਜਾਬੀ ਸੂਬਾ ਬਣਿਆ 66 ਤੋਂ ਲੈ ਕੇ ਇਹ ਜਿਹੜਾ ਪੰਜਾਬੀ ਭਾਸ਼ਾ ਐਕਟ ਹੈ ਜਿਹੜਾ ਉਹਦੀ 3 ਵਾਰੀ ਸੁਧਾਈ ਹੋ ਚੁੱਕੀ, ਮਤਲਬ 1 ਵਾਰੀ ਉਹ ਬਣਿਆ, 2 ਵਾਰੀ ਸੋਧਿਆ ਗਿਆ, ਮਤਲਬ ਬਣਿਆ ਫਿਰ 2008 ਦੇ ਵਿੱਚ ਉਹਨੂੰ ਸੋਧਿਆ ਗਿਆ। ਹੁਣ 2021 ਦੇ ਵਿੱਚ ਇਹ ਜਿਹੜੀ ਨਵੀਂ ਸਰਕਾਰ ਸੀਗੀ ਆਪਣੇ ਚੰਨੀ ਹੋਰਾਂ ਨੂੰ ਜਿਹਦੀ ਬਾਗਡੋਰ ਸੰਭਾਲੀ ਗਈ ਸੀ ਪਿਛਲੇ 111 ਦਿਨਾਂ ਵਾਲੀ ਸਰਕਾਰ, ਉਹਦੇ ਵਿੱਚ ਆ ਕੇ ਫਿਰ ਇਹਨੂੰ 1 ਵਾਰੀ ਸੋਧਿਆ ਗਿਆ। ਪਰ ਉਸ ਸੋਧਣ ਦਾ ਵੀ ਕੋਈ ਫਾਇਦਾ ਹੁੰਦਾ ਨਜ਼ਰ ਨਹੀਂ ਆ ਰਿਹਾ, ਕਿਉਂਕਿ ਉਹਦੇ ਵਿੱਚ ਕੋਈ ਇਸ ਤਰ੍ਹਾਂ ਦਾ ਪ੍ਰਾਵਧਾਨ, ਇਸ ਤਰ੍ਹਾਂ ਦੀਆਂ ਮੱਤਾਂ ਸ਼ਾਮਲ ਨਹੀਂ ਕੀਤੀਆਂ ਗਈਆਂ ਕਿ ਅਗਰ ਸਰਕਾਰੀ ਦਫ਼ਤਰਾਂ ਦੇ ਵਿੱਚ ਬੱਚਿਆਂ ਨੇ ਜਿਹੜੀ ਉਹ ਪੰਜਾਬੀ ਸਰਕਾਰੀ ਦਫ਼ਤਰਾਂ ਦੇ ਵਿੱਚ ਕਰਮਚਾਰੀਆਂ ਨੇ ਜੋ ਪੰਜਾਬੀ 'ਚ ਕੰਮ ਕਾਜ ਕਰਨਾ, ਜੇ ਉਹ ਨਹੀਂ ਕਰਦੇ ਤਾਂ ਉਹਨਾਂ ਦੀ ਕੋਈ ਸਜ਼ਾ ਨਹੀਂ ਨਿਰਧਾਰਿਤ ਕੀਤੀ ਗਈ। ਸਜ਼ਾ ਜਿਹੜੀ ਬਿਲਕੁਲ ਨੋਮੀਨਲ ਹੈ, 200 ਰੁਪਇਆ ਜੁਰਮਾਨਾ ਕਰ ਦਾਂਗੇ, 500 ਰੁਪਇਆ ਜੁਰਮਾਨਾ ਕਰ ਦਾਂਗੇ ਜਾਂ ਜੁਰਮਾਨਾ ਵਧਾ ਦਾਂਗੇ। ਪਰ ਅੱਜ ਤੱਕ ਕਿਸੇ ਵੀ ਮਤਲਬ 2008 ਤੋਂ ਲੈ ਕੇ ਜਦੋਂ ਕੋਈ ਪਹਿਲਾਂ ਬਾਦਲ ਸਾਹਿਬ ਨੇ ਬਣਾਇਆ ਸੀਗਾ ਤੇ ਹੁਣ ਚੰਨੀ ਸਾਹਿਬ ਨੇ ਸੋਧਿਆ, ਅੱਜ ਤੱਕ ਵੀ ਹਾਲਾਂਕਿ ਸਰਕਾਰੀ ਦਫ਼ਤਰਾਂ 'ਚ ਕੋਈ ਕੰਮਕਾਜ ਨਹੀਂ ਹੋ ਰਿਹਾ ਪੰਜਾਬੀ ਦੇ ਵਿੱਚ ਉਸ ਪੱਧਰ ਤੇ ਜਿਸ ਪੱਧਰ ਤੇ ਹੋਣਾ ਚਾਹੀਦਾ, ਇਸ ਦੇ ਬਾਵਜੂਦ ਕੋਈ ਇਸ ਤਰ੍ਹਾਂ ਦੀ ਉਦਾਹਰਨ ਸਾਡੇ ਸਾਹਮਣੇ ਨਹੀਂ ਹੈ ਕਿ ਕਿਸੇ ਨੂੰ ਪੰਜਾਬੀ 'ਚ ਨਾ ਕੰਮ ਕਰਨ ਕਰਕੇ ਕੋਈ ਜੁਰਮਾਨਾ ਹੋਇਆ ਹੋਵੇ, ਕੋਈ ਸਜ਼ਾ ਹੋਈ ਹੋਵੇ। ਇਸ ਤਰ੍ਹਾਂ ਜਿਹੜਾ ਉਹ ਕਾਨੂੰਨ ਬਣਾ ਕੇ ਵੀ ਉਹਦੀਆਂ ਮੱਦਾਂ ਇੰਨੀਆਂ ਨਰਮ ਰੱਖੀਆਂ ਗਈਆਂ ਕਿ ਉਹਦੇ ਤੇ ਕੁਛ ਹੋਵੇ ਨਾ। ਅਸੀਂ ਇਹ ਮੰਗ ਕੀਤੀ ਸੀ ਆਪਣੀਆਂ ਜਥੇਬੰਦੀਆਂ ਵੱਲੋਂ ਕਿ ਇੱਕ ਪੰਜਾਬ ਦੇ ਵਿੱਚ ਪੰਜਾਬੀ ਭਾਸ਼ਾ ਕਮਿਸ਼ਨ ਬਣਾਇਆ ਜਾਏ ਜਿਹੜਾ ਉਹਨੂੰ ਲਾਗੂ ਕਰੇ। ਪੰਜਾਬ ਕਮਿਸ਼ਨ ਹੈ, ਜਿਵੇਂ ਸ਼ਡਿਊਲ ਕਾਸਟ ਕਮਿਸ਼ਨ ਹੈ, ਕਮਿਸ਼ਨ ਹੈ, ਜਿਵੇਂ ਜਿਹੜੇ ਉਹ ਜਿਹਨਾਂ ਨੂੰ ਕਾਨੂੰਨ ਅਧਿਕਾਰ ਹੋਣ ਕਿ ਜੇ ਉਹਦੇ ਧਿਆਨ ਵਿੱਚ ਕੋਈ ਆਉਂਦਾ ਕੋਈ ਜਿਹੜਾ ਉਹ ਅਵਹੇਲਨਾ ਕਰ ਰਿਹਾ ਉਸ ਕਾਨੂੰਨ ਦੀ, ਉਹਨੂੰ ਕਾਰਨ ਤੇ ਉਹਨੂੰ ਸਜ਼ਾ ਦੇਵੇ। ਜਿਹੜੇ ਸਜ਼ਾ ਦੇਣ ਵਾਲੇ ਉਹ ਆਪ ਹੀ ਅਧਿਕਾਰੀ ਨੇ, ਚਾਹੇ ਉਹ ਸਜ਼ਾ ਭਰ ਦੇ ਅਧਿਕਾਰੀ ਨੇ, ਚਾਹੇ ਉਹ ਜਿਹੜਿਆਂ ਦੇ ਡਿਪਟੀ ਕਮਿਸ਼ਨਰ ਨੇ ਜਾਂ ਮਤਲਬ ਡੀਓਜ਼ ਨੇ ਸਕੂਲਾਂ ਦੇ, ਉਹ ਉਸ ਤਰ੍ਹਾਂ ਲਾਗੂ ਨਹੀਂ ਕਰ ਪਾਉਂਦੇ ਜਿਵੇਂ ਲਾਗੂ ਹੋਣਾ ਚਾਹੀਦਾ। ਇਸ ਕਰਕੇ ਬਹੁਤ ਜ਼ਰੂਰੀ ਹੈ ਜਿਹੜੇ ਮਤਲਬ ਸੱਚੇ ਦਿਲੋਂ ਲੋਕ ਇਹ ਸਮਝਦੇ ਆ ਕਿ ਆਉਣ ਵਾਲੀ ਨੀਤੀ ਆਪਾਂ ਇਹ ਸਮਝ ਲੈ ਇਹ ਖਾਸ ਤੌਰ ਤੇ ਗੁਰਮੁਖੀ ਪੜ੍ਹਨ ਵਾਲੇ ਲੋਕ ਪੰਜਾਬ ਦੇ ਵਿੱਚੋਂ ਹੌਲੀ ਹੌਲੀ ਖਤਮ ਹੋ ਜਾਣਗੇ ਤੇ ਸਾਡਾ ਜਿਹੜਾ ਸਾਰਾ ਮਿਲ ਰਿਹਾ, ਕਿਉਂਕਿ ਸਾਡਾ ਗੁਰੂ ਗ੍ਰੰਥ ਸਾਹਿਬ, ਸਾਡਾ ਹੋਰ ਸਾਹਿਤ ਜਿਹੜਾ ਕਲਾਸਿਕ ਸਾਹਿਤ ਜਿਹੜਾ ਸਾਡੇ ਪੰਜਾਬੀ ਦੇ ਨਾਲ ਨਾਲ ਸਾਡਾ ਧਰਮ ਵੀ ਜਾਂਦਾ ਲੱਗਣਾ ਕਹਿ ਲਓ, ਕਿਉਂਕਿ ਜਦ ਪੰਜਾਬੀ ਜਦ ਪੜ੍ਹਾਈ ਨਹੀਂ ਜਾਣੀ, ਮੈਂ ਕਿਹਾ ਇਕੱਲੀ ਪੰਜਾਬੀ ਨਹੀਂ, ਪੰਜਾਬੀ ਦੇ ਨਾਲ ਨਾਲ ਧਰਮ ਜਿਹੜਾ ਉਹਦਾ ਨੌਲੇਜ ਵੀ ਫਿਰ ਅੱਗੇ ਸਟੂਡੈਂਟ ਜਿਹੜੇ ਹੋਣਗੇ ਜਾਂ ਬੱਚੇ ਹੋਣਗੇ ਅਗਲੇ। ਸਾਡਾ ਸੱਭਿਆਚਾਰ, ਸਾਡੀ ਸਾਰੀ ਵਿਰਾਸਤ, ਸਾਡਾ ਜੋ ਸੁਨਹਿਰੀ ਵਿਰਸਾ ਆ, ਉਹਦੇ ਤੋਂ ਫਿਰ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਉਹ ਵਾਕਫ ਨਹੀਂ ਹੋਣਗੀਆਂ, ਅਨਪੈਚ ਰਹਿ ਜਾਣਗੀਆਂ, ਜਿਹਦੇ ਕਰਕੇ ਹੌਲੀ ਜਿਹੜਾ ਉਹ ਪੰਜਾਬੀ ਕਲਚਰ ਜਿਹੜਾ ਉਹ ਖਾਤਮੇ ਵੱਲ ਨੂੰ ਚਲਾ ਜਾਏਗਾ। ਇਹ ਬਿਲਕੁਲ ਪੱਕੀ ਧਾਤ ਹੈ। ਜੇ ਜਿਹੜਾ ਉਹ ਜੇ ਬੱਚੇ ਜਿਹੜਾ ਆਪਣੇ ਵਿਰਸੇ ਤੋਂ ਵਾਕਫ ਨਹੀਂ ਹੋਣਗੇ ਤਾਂ ਫਿਰ ਉਹ ਭਵਿੱਖ ਦੇ ਵਿੱਚ ਕਿਹੋ ਜਿਹੇ ਬਣਨਗੇ ਉਹ ਸਾਰਾ ਨਹੀਂ ਪਤਾ। ਠੀਕ ਹੈ, ਥੈਂਕ ਯੂ ਵੈਰੀ ਮਚ ਜੀ। ਹੁਣ ਟਾਈਮ ਹੋ ਗਿਆ, ਸਗੋਂ ਓਵਰ ਹੋ ਗਿਆ। ਥੈਂਕ ਯੂ ਵੈਰੀ ਮਚ। ਤੇ ਹੁਣ ਗੱਲਬਾਤ ਕਰਾਂਗੇ ਹਰਮੀਤ ਸਿੰਘ ਹੋਰਾਂ ਨਾਲ ਜੀ। ਥੈਂਕ ਯੂ ਜੀ, ਥੈਂਕ ਯੂ ਜੀ, ਥੈਂਕ ਯੂ ਜੀ। ਇਹ ਸਨ ਡਾਕਟਰ ਸਾਹਿਬ, ਡਾਕਟਰ ਲਖਵਿੰਦਰ ਸਿੰਘ ਜੀ ਇੰਡੀਆ ਤੋਂ। ਤੇ ਹੁਣ ਹਰਮੀਤ ਸਿੰਘ ਦੇ ਅਖੀਰ 'ਚ ਵਿਚਾਰ ਸੁਣਾਂਗੇ ਤੇ ਮੈਂ ਵੀ ਕਿਉਂ ਇਜਾਜ਼ਤ ਚਾਹੁੰਦਾ। ਤੇ ਸਾਰੇ ਹੀ ਕਾਲਰ ਦਾ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ। ਸੁਣਦੇ ਰਹੋ ਆਕਾਸ਼ ਰੇਡੀਓ। ਹੈਲੋ, ਹਾਂਜੀ, ਮਿਹਰਬਾਨੀ ਜੀ, ਤੁਸੀਂ ਇੰਨਾ ਸਮਾਂ ਦਿੱਤਾ। ਸਮਾਂ ਉੱਪਰ ਚਲੇ ਗਿਆ ਵਾ, ਲੇਕਿਨ ਮੈਂ ਇੱਕ ਬੇਨਤੀ ਲਾਸਟ 'ਚ ਕਰਨੀ ਚਾਹੂੰਗਾ ਕਿ ਜੇ ਆਪਾਂ ਚਾਹੁੰਦੇ ਹਾਂ ਵੀ ਆਪਣੀ ਪੰਜਾਬੀ ਬੋਲੀ ਸਾਰੇ ਯੂਕੇ ਦੇ ਸਕੂਲਾਂ 'ਚ ਲਾਗੂ ਹੋਵੇ ਤਾਂ ਵੱਧ ਤੋਂ ਵੱਧ ਆਪਾਂ ਨੂੰ ਐਮਪੀਆਂ ਨੂੰ ਚਿੱਠੀਆਂ ਪਾਉਣੀਆਂ ਚਾਹੀਦੀਆਂ। ਉਹਦੇ ਵਾਸਤੇ ਬੜੀ ਮਿਹਨਤ ਦੇ ਨਾਲ ਇੱਕ ਐਪ ਤਿਆਰ ਕਰ ਲਿਆ ਵਾ। ਚਿੱਠੀ ਲਿਖਣ ਦੀ ਲੋੜ ਨਹੀਂ ਹੈ, ਕੁਝ ਹੀ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਚਿੱਠੀ ਐਮਪੀ ਨੂੰ ਚਲੇ ਜਾਂਦੀ ਆ। ਬਹੁਤ ਵਧੀਆ। ਜਿਹੜਾ ਸਰਚ ਕੀਵਰਡ ਆ ਉਹ ਆ ਪੰਜਾਬੀ ਲੈਬ, PANJABI ਲਿਖ ਲਓ ਜਾਂ PUNJABI ਲਿਖ ਲਓ ਤੇ LAB ਲਿਖੋਗੇ ਤੇ ਨਿਕਲ ਆਉਣਾ ਵਾ। ਤੇ ਆਪਣੇ ਐਮਪੀਆਂ ਨੂੰ ਸਾਰਿਆਂ ਨੂੰ ਚਿੱਠੀਆਂ ਲਿਖੋ ਤੇ ਬੜੀ ਛੇਤੀ ਫਿਰ ਆਪਾਂ ਆਪਣੇ ਮੰਜ਼ਿਲ ਤੇ ਪਹੁੰਚ ਜਾਵਾਂਗੇ ਜੀ। ਠੀਕ ਹੈ ਜੀ, ਥੈਂਕ ਯੂ ਵੈਰੀ ਮਚ ਹਰਮੀਤ ਸਿੰਘ ਜੀ।
ਬਹੁਤ ਤੁਹਾਡੀ ਕੋਸ਼ਿਸ਼ ਹੈ ਤੇ ਮੈਂ ਵੀ ਹੁਣ ਇੱਥੇ ਜਾ ਚਾਹਣਾ। ਮਿਹਰਬਾਨੀ, ਥੈਂਕ ਯੂ ਜੀ। ਜੀ ਮੇਰੇ ਵੱਲੋਂ ਇੱਕ ਵਾਰੀ ਫਿਰ ਸਾਰੇ ਹੀ ਜਿੰਨੇ ਵੀ ਕਾਲਰ ਸੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਸਪੈਸ਼ਲੀ ਹਰਮੀਤ ਸਿੰਘ ਭਕਨਾ ਜੀ ਦਾ ਜਿਨ੍ਹਾਂ ਦੀ ਇੰਨੀ ਕੋਸ਼ਿਸ਼ ਹੈ। ਤੇ ਹੁਣ ਆਪਾਂ ਵਧਾਂਗੇ ਜੀ ਅਗਲੇ ਪ੍ਰੋਗਰਾਮ ਵੱਲ। ਸੁਣਦੇ ਰਹੋ ਆਕਾਸ਼ ਰੇਡੀਓ।